ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਅਸੀਂ ਆਪਣੇ ਟਾਈਮ ਤੇ ਆ ਗਏ ਹਾਂ। ਭਾਵੇਂ ਠੰਡ ਆ, ਭਾਵੇਂ ਗਰਮੀਆਂ, ਭਾਵੇਂ ਬਰਫਾਂ ਨੇ, ਭਾਵੇਂ ਧੁੱਪਾਂ ਨੇ, ਤੇ ਨਾਲ ਆਪਣੇ ਵੀਰ ਪਰਮੀਤ ਬਾਠ ਹੋਣੀ। ਕੀ ਹਾਲ ਨੇ ਬਾਠ ਸਾਹਿਬ? ਬਹੁਤ ਵਧੀਆ ਸੰਧਾਲੀਆ ਸਾਹਿਬ, ਆਪਣਾ ਸੁਣਾਓ। ਬਹੁਤ ਹੀ ਕਿਰਪਾ, ਤੁਹਾਡੇ ਰਾਜ 'ਚ ਪਰਵਾਹ ਨਹੀਂ ਕਰੀਦੀ। ਪਤਾ ਕਿ ਨਾਲ ਬੰਦੇ ਹੈਗੇ ਨੇ। ਮੈਨੂੰ ਇਹ ਨਹੀਂ ਸਮਝ ਆਉਂਦੀ ਸੰਧਾਲੀਆ ਸਾਹਿਬ ਕਿ ਕਿਹੜੇ ਥਾਂ ਨੂੰ ਠੀਕ ਕਹੀਏ, ਕਿਹੜੇ ਨੂੰ ਨਾ ਮੌਸਮ ਕਿਹੜਾ ਚੰਗਾ ਕਹੀਏ, ਕਿਹੜਾ ਨਹੀਂ। ਕਿਉਂਕਿ ਜਦੋਂ ਇੱਥੇ ਬੈਠ ਕੇ ਖਬਰਾਂ ਪੜ੍ਹਦੇ ਸੀ ਕਿ ਪੰਜਾਬ ਦੇ ਵਿੱਚ ਠੰਡ ਬੜੀ ਹੋ ਗਈ, ਫਿਰ ਕੰਬਣੀ ਛਿੜ ਜਾਂਦੀ ਸੀ ਕਿ ਭਾਈ ਕੋਰਾ, ਕੱਕਰ, ਧੁੰਦ, ਗਿੱਲੇ ਹੱਥ ਹੋ ਜਾਣੇ। ਹੁਣ ਜਦੋਂ ਉਹ ਦੇਖਦੇ ਆ ਤੇ ਇੱਥੇ ਵਾਲਾ ਹਿਸਾਬ ਕਿਤਾਬ ਆ ਕਿ ਬੰਦਾ ਸਵੇਰੇ ਉੱਠਦਾ, ਉੱਥੇ ਹੁੰਦਾ ਸੀ ਸਵੇਰੇ ਉੱਠ ਕੇ ਵੀ ਕਿਸੇ ਤਰੀਕੇ ਚੁੱਲ੍ਹਾ ਬਲ ਜਾਵੇ। ਯਾਨੀ ਸਿਆਲਾਂ ਨੂੰ ਸਭ ਤੋਂ ਵੱਡੀ ਜਦੋਜਹਿਦ ਕੀ ਹੁੰਦੀ? ਜਦੋਂ 3 ਵਾਰੀ ਆਵਾਜ਼ ਆਈ ਨਾ ਪਾਥੀ ਤੇ ਰੱਖ ਕੇ ਪਾਥੀ ਭੰਨਣ ਦੀ, ਇਹਦਾ ਮਤਲਬ ਕਿ ਬੀਬੀ ਨੂੰ ਲਾਪੇ ਭਾਈ। ਫਿਰ 3-4 ਵਾਰੀ ਐਂ ਕਰਕੇ ਜਾਣੀ ਵੀ ਜੇ ਤਾਂ ਬੱਤੀ ਡੱਬੀ ਬਾਹਰ ਰਹਿ ਗਈ ਫਿਰ ਤਾਂ ਸਲਾਬੀ ਗਈ, ਫਿਰ ਤਾਂ ਹੋ ਸਕਦਾ ਗੁਆਂਢੀਆਂ ਤੋਂ ਮੰਗਣੀ ਪਵੇ, ਹੋ ਸਕਦਾ ਹੋਰ ਕੋਈ ਲੱਭਣੀ ਪਵੇ। ਤਾਂ ਜੇ ਅੰਦਰ ਬੀਬੀਆਂ ਨੇ ਸਾਂਭ ਕੇ ਰੱਖੀ ਆ ਸੀਖਾਂ ਦੀ ਡੱਬੀ, ਇੱਕ ਵਾਰੀ ਅੱਗ ਬਲ ਗਈ, ਫਿਰ ਚਾਹ ਜੀ ਪੀ ਕੇ ਗਲਾਸ ਕੰਗਣੀ ਵਾਲਾ ਆ ਕੇ ਤੱਤੇ ਜਿਹਾ ਹੋ ਕੇ ਬਾਹਰ ਨੂੰ ਕੰਮ ਤੇ ਤੁਰ ਪਓ। ਪਰ ਇੱਥੇ ਬੰਦਾ ਸਭ ਤੋਂ ਪਹਿਲਾਂ ਉੱਠਦਾ ਹੀ ਮੋਟੇ ਮੋਟੇ ਕੱਪੜੇ ਪਾ ਕੇ, ਐਨ ਗੋਡਿਆਂ ਤੱਕ ਬੂਟ ਪਾ ਕੇ, ਸਭ ਤੋਂ ਪਹਿਲਾਂ ਉਹ ਸ਼ਬਦ ਜੀ ਚੱਕ ਕੇ ਯਾਰ ਬਰਫ਼ ਪਾਸੇ ਕਰੀਏ, ਪਹਿਲਾਂ ਥੋੜਾ ਰਾਹ ਤੇ ਬਣਾਈਏ, ਥੋੜਾ ਰਾਹ ਤੇ ਬਣਾਈਏ ਲੰਘਣ ਨੂੰ। ਜਾਣੀ ਇਹ ਵੀ ਤੁਸੀਂ ਵੇਖੋ ਵੀ ਮਤਲਬ ਕਾਦਰ ਦੀ ਕਿਆ ਕੁਦਰਤ ਆ। ਕੈਨੇਡਾ ਦੇ ਵਿੱਚ ਵੀ ਇੱਕ ਏਰੀਆ ਹੈਗਾ ਜਿੱਥੇ ਬੜੇ ਲੋਕ ਮਾਣ ਨਾਲ ਕਹਿੰਦੇ ਸੀ ਵੀ ਇੱਥੇ ਨਹੀਂ ਪੈਂਦੀ ਬਰਫ਼, ਹੈ ਹੀ ਨਹੀਂ, ਬਾਕੀ ਪੈ ਜਾਂਦੀ ਹੈ ਸਾਰੇ ਕੈਨੇਡਾ। ਇਹ ਤੇ ਬਹੁਤ ਅੱਛਾ ਹੈ। ਤੇ ਜਿੰਨੇ ਕੁ ਦਿਨਾਂ ਤਾਂ ਹੁਣ ਉੱਥੇ ਬਾਬੇ ਨੇ ਬਰਫ਼ ਵਾਲਾ ਪ੍ਰਸ਼ਾਦ ਦੇਣਾ ਸ਼ੁਰੂ ਕੀਤਾ, ਉਦੋਂ ਦੇ ਕਹਿੰਦੇ ਨਾ ਤੇ ਗੱਡੀ ਚੱਲਦੀ ਹੈ। ਨਹੀਂ ਤੁਸੀਂ ਇਹਦਾ ਗੁਰੂ ਜੀ ਗੱਲ ਨਾ ਕਰੋ ਲੀਡਰਾਂ ਨੂੰ, ਤੁਸੀਂ ਕਹੋ ਤਾਂ ਸਰੀ ਵੈਨਕੂਵਰ ਨਹੀਂ ਤੇ ਹੁਣ ਪਤਾ ਹੀ ਆ ਨਾ। ਹਾਂ ਨਹੀਂ ਕਾਹਨੂੰ ਨਾਂ ਲੈਣਾ। ਇਹ ਵੀ ਦੇਖਦੇ ਸਾਰੇ ਬੰਦਿਆਂ ਨੂੰ ਯਾਰ ਉੱਥੇ ਪਤਾ ਨਹੀਂ ਐਡਮਿੰਟਨ ਵਾਲੇ ਕਿੱਦਾਂ ਰਹਿੰਦੇ ਆ, ਟੋਰਾਂਟੋ 'ਚ ਤਾਂ ਬਰਫ਼ ਬੜੀ ਪੈਂਦੀ ਨਹੀਂ, ਕੈਲਗਰੀ ਦੇ ਵਿੱਚ ਤਾਂ ਖੁਰਦੀ ਨਹੀਂ ਬਰਫ਼। ਆ ਹੁਣ ਹਫ਼ਤਾ ਇੱਕ ਹੋ ਗਿਆ ਹੀ, ਅਸੀਂ ਤਾਂ ਕਹਿੰਦੇ ਮਹਾਰਾਜ ਸੁਖੀ ਰੱਖੇ ਸਾਰਿਆਂ ਨੂੰ, ਕੋਈ ਮੌਸਮੀ ਕਰੋਪੀ ਤੋਂ ਬਾਹਰ ਕੱਢੇ, ਪਰ ਐਤਕੀ ਉਹਨਾਂ ਦਾ ਵੀ ਬੁਰਾ ਹਾਲ ਹੈ। ਨਹੀਂ ਇਹ ਤਾਂ ਗੱਲ ਹੈਗੀ ਹੈ, ਪਰ ਚਲੋ ਇਹ ਵੀ ਮੈਨੂੰ ਲੱਗਦਾ ਵੀ ਕੈਨੇਡਾ ਇੰਨਾ ਵੱਡਾ, ਬਾਬੇ ਨੂੰ ਵਾਰੀ ਲਾਉਣਾ ਪੈਂਦਾ ਸਾਰਾ ਕੰਮ। ਤੁਸੀਂ ਵੇਖੋ ਪਿਛਲੇ ਹਫ਼ਤੇ ਇੱਥੇ ਆ ਕੈਲਗਰੀ, ਐਲਬਰਟਾ ਵਾਲੇ ਪਾਸੇ ਕਹਿੰਦੇ -50, -42 ਦੀ ਫੀਲ ਹੈ ਨਾ, -42। ਬੰਦਾ ਸੋਚਦਾ ਆਪਣੇ ਜੂਨ ਜੁਲਾਈ ਹੈ ਨਾ, ਗਰਮੀਆਂ ਨੂੰ 43 ਡਿਗਰੀ ਪਾਰਾ ਪਹੁੰਚਿਆ। ਹੁਣ ਤੁਸੀਂ ਵੇਖੋ ਵੀ ਉਸੇ 43 ਡਿਗਰੀ ਦਾ ਬਿਲਕੁਲ ਉਲਟਾ ਕਰ ਲਓ ਤੇ ਉਨੀ ਠੰਡ। ਤੇ ਇੱਧਰ ਹੁਣ ਕਹਿੰਦੇ ਵੀ ਅੱਜ ਮੌਸਮ ਥੋੜਾ ਠੀਕ ਆ, ਤੇ ਰਾਤ ਦਾ ਉਧਰ ਓਨਟਾਰੀਓ ਔਟ ਵਾਲੇ ਪਾਸੇ ਕਹਿੰਦੇ ਉਧਰ ਝਖੜੀ ਹੋਇਆ ਪਿਆ ਕੰਮ। ਮੈਂ ਤਾਂ ਸੰਧਾਲੀਆ ਸਾਹਿਬ ਇੱਕ ਗੱਲ ਸੋਚਦਾ ਹੁੰਦਾ ਕਿ ਅੱਗੇ ਭਾਰਤ 'ਚ ਰਹਿੰਦੇ ਆ ਥੋੜ੍ਹੇ ਸਮਾਂ, 2-3 ਸਾਲ ਤੋਂ ਹੋਇਆ ਇਹਨੂੰ, ਆਪਾਂ ਖਬਰਾਂ ਲਿਖੀ ਦੀਆਂ ਵੀ ਸੀ, ਪੜ੍ਹੀ ਦੀਆਂ ਵੀ ਸੀ, ਸੁਣੀ ਦੀਆਂ ਵੀ ਸੀ ਕਿ ਤਾਪਮਾਨ 44 ਡਿਗਰੀ ਨੂੰ ਅੱਪੜਿਆ, ਪਸ਼ੂ ਪੰਛੀਆਂ ਦਾ ਬੁਰਾ ਹਾਲ ਹੋਇਆ, ਪਾਣੀ ਨੂੰ ਤਰਸੇ, ਕਈ ਇਲਾਕਿਆਂ ਦੇ ਵਿੱਚ ਪਾਣੀ ਦੀ ਘਾਟ, ਲੋਕ ਘੜਿਆਂ ਦੇ ਵਿੱਚ ਪਾਣੀ ਢੋਂਦੇ ਦੇਖੇ ਗਏ, ਬਜ਼ੁਰਗਾਂ ਦਾ ਬਹੁਤ ਬੁਰਾ ਹਾਲ ਹੈ, ਮਰਨ ਵਾਲਿਆਂ ਦੀ ਗਿਣਤੀ ਲੂ ਦੇ ਕਰਕੇ ਇੰਨੀ ਹੋਈ। ਮੈਂ ਸੋਚਦਾ ਸੀ ਕਿ ਉਨੀ ਗਰਮੀ ਦੇ ਵਿੱਚ, ਹਾਲਾਂਕਿ ਕਿਤੇ ਨਾ ਕਿਤੇ ਬਾਗ ਬਗੀਚੇ, ਛੱਪੜ, ਪਾਣੀ ਕਿਤੇ ਨਾ ਕਿਤੇ ਹੋਊਗਾ, ਪੰਛੀ ਉੱਥੇ ਵੜ ਜਾਂਦੇ ਹੋਣਗੇ। ਹੁਣ ਇੱਥੇ ਜਦੋਂ -40 ਡਿਗਰੀ ਟੈਂਪਰੇਚਰ ਹੋ ਗਿਆ, ਬਰਫੀਲੀਆਂ ਹਵਾਵਾਂ ਵਗਦੀਆਂ, ਪਰ ਗਰਮੀਆਂ ਨੂੰ ਤੁਸੀਂ ਦੇਖੋ ਪੰਛੀ ਫੇਰ ਆ ਜਾਣੇ ਆ। ਵੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਸਾਰਾ ਕੁਛ ਹੀ ਇੱਥੇ ਜੰਮਿਆ ਪਿਆ, ਉਹ ਮੱਛੀਆਂ ਪਾਣੀ ਵਾਲੀਆਂ ਕਿੱਥੇ ਜਾਂਦੀਆਂ ਹੋਣਗੀਆਂ, ਪੰਛੀ ਕਿੱਥੇ ਜਾਂਦੇ ਹੋਣਗੇ। ਆਪਾਂ ਕਹਿੰਦੇ ਆ ਕਿ ਬੰਦੇ ਨੇ ਬਹੁਤ ਕੁਛ ਬਣਾਇਆ, ਰੋਬੋਟ ਬਣਾਤੇ, ਕੋਵਿਡ ਦੀ ਵੈਕਸੀਨੇਸ਼ਨ ਪੈਦਾ ਕਰ ਲਈ, ਬਹੁਤ ਕੁਛ ਹੋਰ ਕਰ ਲਿਆ, ਗੱਡੀਆਂ, ਹਵਾਈ ਜਹਾਜ਼, ਪਰ ਬਾਬੇ ਨੇ ਵੀ ਬੜਾ ਕੁਛ ਪੈਦਾ ਕੀਤਾ, ਇਹਦਾ ਤੋੜ ਹੀ ਕੋਈ ਨਹੀਂ। ਹੈਲੋ, ਉਹਨਾਂ ਨੂੰ ਕੋਈ ਹੀਟ ਨਹੀਂ ਲੱਗੀ ਜੀ। ਕੋਈ ਅਗਲਾ ਇਹ ਨਹੀਂ ਕਹਿੰਦਾ ਵੀ ਮਤਲਬ ਅੱਜ ਨਾ ਗੱਡੀ ਵੀ ਬਾਹਰ ਨਹੀਂ ਨਿਕਲਣੀ, ਅੱਜ ਮਤਲਬ ਮੈਂ ਘਰ ਹੀ ਰਹਿਣਾ ਜੀ, ਹੈ ਨਾ। ਪਰ ਉਹ ਦਾਤੇ ਨੇ ਬਣਾਇਆ ਸਰਕਲ ਇਦਾਂ ਦਾ ਵੀ ਉਹ ਭਾਵੇਂ ਜਿੰਨੀ ਮਰਜ਼ੀ ਠੰਡ ਹੋਏ ਉਹਨਾਂ ਦਾ ਵੀ ਚੱਲੀ ਜਾਂਦਾ। ਇੱਕ ਦਿਨ ਮੈਂ ਦੇਖੀ ਇੱਥੇ ਦੱਸਦਾ, ਆਪਣੀ ਅੱਖੀਂ ਡਿੱਠਾ ਹਾਲ। ਵੈਸੇ ਤਾਂ ਜਿਹੜੇ ਬੰਦੇ ਪੁਰਾਣੇ ਕੈਨੇਡਾ ਰਹਿੰਦੇ ਉਹਨਾਂ ਨੂੰ ਜ਼ਿਆਦਾ ਸਮਝ ਆਉਣੀ ਹੈ। ਇੱਕ ਮੋਟੀ ਸਾਰੀ, ਹੁਣ ਉਹ ਇੱਧਰ ਦੇ ਪੰਛੀ ਵੀ ਇੱਦਾਂ ਦੇ ਨੇ ਵੀ ਉਹਨੂੰ ਇਹ ਵੀ ਨਹੀਂ ਕਹਿ ਵੀ ਉਹ ਕਾਂ ਸੀ, ਚਿੜੀ ਸੀ, ਗਟਾਰ ਸੀ, ਘੁੱਗੀ ਸੀ, ਪੰਛੀ ਸੀ ਇੱਕ। ਉਹ ਕਿਤੇ ਉੱਡ ਕੇ ਜਾਵੇ, ਕੁਛ ਨਾ ਕੁਛ ਹੱਥ 'ਚ ਲੈ ਕੇ ਆਵੇ ਚੁੰਝ 'ਚ, ਉਹ ਆਣ ਕੇ ਇੱਕ ਜਗ੍ਹਾ ਦੇ ਉੱਪਰ, ਪਤਾ ਨਹੀਂ ਉਸ ਰੁੱਖ ਦੇ ਉੱਤੇ ਉਹਦੇ ਆਲਣਾ ਸੀ ਜਾਂ ਕੀ ਸੀ, ਉਹਦੇ ਬਰਫ਼ ਪਈ, ਉਹਦੇ ਵੀ ਕੁਛ ਦੱਬ ਦੇਵੇ ਫਿਰ ਚਲੇ ਜੇ। ਕਿਉਂਕਿ ਮੈਨੂੰ ਥੋੜ੍ਹਾ ਜਿਹਾ ਵਾਚ ਕਰਦਾ ਰਿਹਾ, ਉਹ ਜਿੰਨਾ ਕੁ ਉਹਦੀ ਚੁੰਝ 'ਚ ਆਉਂਦਾ ਸੀ ਸੌਦਾ ਲਿਆਣ ਕੇ ਤੇ ਉਹਨੂੰ ਬਰਫ਼ 'ਚ ਲੁਕੋ ਲੈਂਦਾ। ਪਤਾ ਨਹੀਂ ਹੁਣ ਉਹ ਲੁਕਾਉਂਦਾ ਸੀ ਜਾਂ ਉਹ ਸਾਂਭਦਾ ਸੀ ਵੀ ਉਹ ਕਿਹੜਾ ਖਰਾਬ ਹੋ ਜਾਣਾ ਬਰਫ਼ 'ਚ ਜਾਂ ਕੀ ਹੋਣਾ ਸੀ। ਪਰ ਮੈਂ ਇਹ ਬੜਾ ਹੈਰਾਨ, ਮੈਂ ਕਿਹਾ ਵੀ ਉਹਨੇ ਵੀ ਇਹਦਾ ਮਤਲਬ ਫਰਿੱਜ ਦਾ ਕਨਸੈਪਟ ਤਾਂ ਉਹਨਾਂ ਕੋਲ ਵੀ ਹੈਗਾ ਹੈ ਨਾ, ਕਿੱਥੇ ਚੀਜ਼ ਜਿਹੜੀ ਹੈ ਉਹ ਸਹੀ ਰਹੂਗੀ। ਮੈਂ ਇੱਕ ਗੱਲ ਸੰਧਾਲੀਆ ਸਭ ਹੋਰ ਸੋਚਦਾ ਸੀ ਕਿ ਕਾਰਾਂ ਦੇ ਇੱਥੇ ਟਾਇਰਾਂ ਦੀ ਗੱਲ ਕਰਦੇ ਨਾ, ਗਰਮੀ ਵਾਲੇ ਟਾਇਰ ਆ, ਹੁਣ ਬਰਫ਼ ਵਾਲੇ ਟਾਇਰ ਪਵਾ ਲਓ। ਇਹ ਕਹਿੰਦੇ ਜੀ ਨਹੀਂ ਇਹ ਆਲ ਸੀਜ਼ਨ ਆ। ਹੁਣ ਬਾਬੇ ਨੇ ਜਿਹੜੇ ਪੰਛੀ ਜਨਮ ਉਹ ਆਲ ਸੀਜ਼ਨ ਪੈਰ ਦਿੱਤੇ ਵੀ ਉਹਨਾਂ ਪੈਰਾਂ ਦੇ ਨਾਲ ਹੀ ਬਰਫ਼ ਦਾ ਕੰਮ ਚੱਲਦਾ, ਉਹਨਾਂ ਪੈਰਾਂ ਦੇ ਨਾਲ ਹੀ, ਕਿਉਂਕਿ ਗਰਮੀ ਇੱਥੇ ਕਿਹੜਾ ਥੋੜ੍ਹੀ ਹੁੰਦੀ ਹੈ, ਉਹਨਾਂ ਪੈਰਾਂ ਦੇ ਨਾਲ ਹੀ ਚੱਲੀ ਜਾਂਦਾ। ਉਹਨਾਂ ਦੇ ਖੰਭ ਨੇ ਉਹੀ ਬਰਫ਼ ਤੋਂ ਹਟਾਈ ਜਾਂਦੇ ਆ।
किन्नियां तुसीं क्रीमां लाउने होने, नहीं आज धूप में निकलना है, आज ना फिर वो स्किन खराब हो जाएगी, वो मेरी क्रीम कहाँ पर है, आप पुछदे होने तुसीं। हाँ, वो भेजे मुझे, हाँ वो भेजे मुझे, वो मिलती नहीं है। तो जे उन्होंने कहिए जी आ मिलती है, नहीं नहीं ये तो कंपनी ही अच्छी नहीं है, मेरी स्किन तो पता नहीं क्या हो जाएगी इससे, की कहने होने तुसीं साਰਿਆਂ ਨੂੰ। मैं ਕਿਹੜਾ ਵੀ ਲੁਕੋ ਕੇ ਰੱਖਿਆ ਗਿੱਡੀ ਸਕਿਨ ਨਹੀਂ, ਮਤਲਬ ਕਹਿਣ ਦੋ ਇਹ ਵੀ ਆਪਾਂ ਕਈ ਕੁਛ ਕਰਦੇ ਹਾਂ ਛੰਗਣ ਮੰਗਣ ਜਾਏ ਵੀ ਉਹ ਮਤਲਬ ਇਹ ਹੁਣ ਖੁਸ਼ਕ ਹੋ ਗਿਆ ਜੀ, ਇਹ ਤੇ ਹੁਣ ਪਤਾ ਨਹੀਂ ਕੀ ਲਾ ਲਓ, ਵੈਸਲੀਨ ਲਾ ਲਓ ਜੀ, ਇਹ ਤੇ ਹੁਣ ਮੋਇਸਚਰਾਈਜ਼ਰ ਲਾ ਲਓ ਜੀ, ਸਨ ਸਕਰੀਨ ਲਾ ਲਓ ਜੀ। ਉਹ ਆਂਦੇ ਵੀ ਕੁਛ ਨਹੀਂ ਲਾਉਣ ਦੀ ਲੋੜ, ਇਹ ਵੀਰ ਇਦਾਂ ਹੀ ਚੱਲੋ, ਇਦਾਂ ਹੀ ਚੱਲੋ, ਇਹ ਤਾਂ ਵੀਰ ਆਈ ਚੱਲੂ। ਤੇ ਬਾਕੀ ਅਸੀਂ ਉਹਨਾਂ ਸਾਰੇ ਬੰਦਿਆਂ ਨੂੰ ਜਿਹੜੇ ਇੱਥੇ ਟਰੱਕ ਚਲਾਉਂਦੇ ਨੇ ਭਾਈ, ਉਹਨਾਂ ਨੂੰ ਸਲੂਟ ਕਰਦੇ ਆ, ਕਿਉਂਕਿ ਬਰਫਾਂ ਪਈਆਂ, ਸੜਕਾਂ ਕਿਹੜਾ ਉਸੇ ਵੇਲੇ ਸਾਫ਼ ਹੋ ਜਾਂਦੀਆਂ, ਸਲਿੱਪਰੀ ਹੋਈ ਪਈ ਹੈ, ਬਹੁਤ ਤਲਵਾਰ ਤੇ ਤੁਰਨ ਵਾਲੀ ਗੱਲ ਹੀ ਅੱਜ ਕੱਲ੍ਹ। ਤੁਹਾਨੂੰ ਲੱਗਦਾ ਹੁੰਦਾ ਕਿ ਭਾਈ ਟਰੱਕ ਵਾਲਿਆਂ ਦੇ ਪੈਸੇ ਬੜੇ ਬਣਦੇ ਆ, ਘਰੋਂ ਬਾਹਰ ਵੀ ਉਹੀ ਰਹਿੰਦੇ ਆ, ਹਫ਼ਤੇ ਬਾਅਦ ਮੁੜਦੇ ਆ, ਰਿਸਕ ਕਿੰਨਾ ਵੱਡਾ। ਤੇ ਸਭ ਤੋਂ ਵੱਡੀ ਗੱਲ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਬਰਫ਼ ਪੈਂਦੀ ਹੈ, ਆਪਾਂ ਕਹਿ ਸਕਦੇ ਹਾਂ ਕਿ ਟਰੱਕ ਦੇ ਵਿੱਚ ਤਾਂ ਹੀਟ ਲੱਗੀ ਹੈ, ਪਰ ਉਹਨਾਂ ਨੂੰ ਵੀ ਜਦੋਂ ਟਰੱਕ ਦੇ ਥੱਲੇ ਵੜ ਕੇ ਕਈ ਕੁਛ ਕਰਨਾ ਪੈਂਦਾ, ਉਹ ਤਾਂ ਫਿਰ ਉਹਨਾਂ ਨੂੰ ਹੀ ਪਤਾ ਕਿ ਭਾਈ ਕਿੱਦਾਂ ਦੇ ਹਾਲਾਤ ਹੁੰਦੇ ਆ। ਸੋ ਜਿਹੜੇ ਵੀ ਬੰਦੇ ਆਪਾਂ ਵਿਦੇਸ਼ਾਂ 'ਚ ਬੈਠੇ ਆ ਜਾਂ ਕਿਤੇ ਵੀ ਬੈਠੇ ਆ, ਸਮਾਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਢੋਂਦੇ ਆ, ਜਿਨ੍ਹਾਂ ਦੇ ਕਰਕੇ ਸਾਡੇ ਘਰਾਂ ਦੀ ਰਸੋਈ ਦੇ ਵਿੱਚੋਂ ਧੂੰਆਂ ਨਿਕਲਦਾ, ਤੁੜਕੇ ਲੱਗਦੇ ਆ, ਉਹਨਾਂ ਨੂੰ ਚੇਤੇ ਉੱਤੇ ਕਰ ਲਿਆ ਕਰੀਏ ਤਾਂ ਚੰਗਾ। ਨਹੀਂ ਚਾਹੀਦਾ ਕਰਨਾ। ਦੇਖੋ ਕੁਛ ਤੇ ਕਹਿੰਦੇ ਵੀ ਕੈਨੇਡਾ ਦੀਆਂ ਸੜਕਾਂ ਹੀ ਐਸੀਆਂ ਨੇ ਜਿਹੜੀਆਂ ਚੱਲਦੀਆਂ ਸਿਰਫ ਬਰਫਾਂ 'ਚ ਨੇ, ਕਿਉਂਕਿ ਉਹ ਝੀਲਾਂ ਜੰਮ ਜਾਂਦੀਆਂ, ਉਹਦੇ ਉੱਤੋਂ ਦੀ ਸੜਕ ਬਣ ਜਾਂਦੀ ਹੈ ਤੇ ਉਹਦੇ ਤੇ ਉਹ ਟਰੱਕਾਂ ਵਾਲੇ ਵੀਰ ਜਿਹੜੇ ਆਪਣੇ ਸੌਦਾ ਖੜਦੇ ਆ। ਪਰ ਤੁਸੀਂ ਇਹ ਦੇਖੋ ਨਾ ਵੀ ਉਹ ਵੀ ਜੇ ਤੁਰਿਆ ਜਾਂਦਾ ਟਰੱਕ ਤੇ ਤੁਰਿਆ ਜਾਂਦਾ, ਤੇ ਜਦੋਂ ਕੋਈ ਉਹੋ ਜਿਹੀ ਘਟਨਾ ਵਾਪਰਨੀ ਹੁੰਦੀ ਹੈ ਤੇ ਚੰਦ ਸਕਿੰਟ ਹੀ ਲੱਗਦੇ ਆ, ਹੈ ਨਾ, ਵੀ ਉੱਤੇ ਕੋਈ ਬਹੁਤਾ ਟਾਈਮ ਨਹੀਂ ਲੱਗਦਾ, ਨਾ ਉਹਨੂੰ ਪਤਾ ਲੱਗਦਾ ਤੇ ਨਾ ਅਗਲੇ ਪਿਛਲੇ ਪਾਸੇ ਜਾਣ ਵਾਲੇ ਨੂੰ ਪਤਾ ਲੱਗਦਾ ਵੀ ਹੋਇਆ ਕੀ। ਪਰ ਚਲੋ ਅਸੀਂ ਆਹ ਦੁਆ ਕਰਦੇ ਹਾਂ ਜੀ ਮਹਾਰਾਜ ਵੀ ਰੱਬ ਸਾਰਿਆਂ ਨੂੰ ਸੁੱਖ ਰੱਖੇ, ਕਿਉਂਕਿ ਮੌਸਮ ਤੇ ਇਦਾਂ ਹੀ ਰਹਿਣੇ, ਹੁਣ ਮੌਸਮ ਤੇ ਆਪਾਂ ਬਦਲ ਨੂੰ ਰਹੇ, ਬਸ ਉਹਦੇ 'ਚ ਆਪਾਂ ਪ੍ਰਬੰਧ ਹੀ ਕਰ ਸਕਦੇ ਹਾਂ। ਆਪਣਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਥਾਣੇਦਾਰ ਸਾਹਿਬ ਨੇ। ਕਿਹੜੇ ਜੀ? ਸੂਬਾ ਪੰਜਾਬ, ਦੇਸ਼ ਭਾਰਤ, ਜ਼ਿਲ੍ਹਾ ਕਪੂਰਥਲਾ, ਥਾਣਾ ਢਿਲਵਾਂ। ਮੈਂ ਕਿਹਾ ਵੀ ਐਨ ਧੁਰ ਤੱਕ ਲੈ ਕੇ ਜਾਣੇ ਆਪਾਂ। ਉੱਥੇ ਇੱਕ ਬੰਦੇ ਨੇ ਸ਼ਿਕਾਇਤ ਕੀਤੀ ਥਾਣਾ ਢਿਲਵਾਂ ਦੇ ਜਿਹੜੇ SHO ਸਾਹਿਬ ਨੇ ਉਹਨਾਂ ਦੀ, ਤੇ ਨਾਲ ਇੱਕ ASI ਸਾਹਿਬ ਆ ਉਹਨਾਂ ਦੀ। ਸ਼ਿਕਾਇਤ ਕੀ ਕੀਤੀ? ਕਹਿੰਦੇ ਜੀ ਕਿ ਮੇਰੇ ਕੋਲੋਂ ਰੁਪਈਆ ਮੰਗਦੇ ਆ 50,000 ਗਿਣ ਕੇ, ਤੇ ਸ਼ਿਕਾਇਤ ਕੀਤੀ ਮੁੱਖ ਮੰਤਰੀ ਸਾਹਿਬ ਜਿਹੜਾ ਪੋਰਟਲ ਬਣਿਆ CM ਜਿਹੜਾ ਐਕਸ਼ਨ ਲਾਈਨ ਆ, ਐਂਟੀ ਕਰਪਸ਼ਨ ਐਕਸ਼ਨ ਲਾਈਨ, ਕਿ ਮੇਰੇ ਕੋਲ ਰੁਪਈਏ ਮੰਗਦੇ, ਮੈਂ 6600 ਸੀਗਾ ਉਹ ਦੇਤਾ, ਹੁਣ ਮੇਰੀ ਗੱਡੀ ਵੀ ਰੱਖੀ ਬੈਠੇ, RC ਰੱਖੀ ਬੈਠੇ, ਮੇਰਾ ਆਧਾਰ ਕਾਰਡ, ਮੇਰਾ ATM ਸਾਰਾ ਕੁਛ ਇਹਨਾਂ ਦੇ ਕੋਲ ਹੈ। ਤੇ ਉਹਨਾਂ ਨੇ ਕਿਹਾ ਜੀ ਮੈਨੂੰ ਧਮਕੀਆਂ ਦਿੰਦੇ ਆ ਕਿ ਜੇ ਤਾਂ 50,000 ਪੂਰਾ ਕਰ ਦੇਵੇਂਗਾ ਠੀਕ ਹੈ, ਨਹੀਂ ਤਾਂ ਨਸ਼ਿਆਂ ਦਾ ਕੇਸ NDPS ਐਕਟ ਜਿਹੜਾ ਉਹ ਐਕਟ ਲਾਵਾਂਗੇ, ਨਸ਼ਿਆਂ ਦੇ ਕੇਸ ਵਿੱਚ ਅੰਦਰ ਛੱਡ ਦੇਵਾਂਗੇ, 2-3 ਸਾਲ ਤੇਰੀ ਜ਼ਮਾਨਤ ਤੱਕ ਨਹੀਂ ਹੋਣੀ। ਰੁਪਈਆ 50,000 ਹੈ ਕਿੰਨਾ ਕੁ? ਹੁਣ ਉਹ ਕਹਿੰਦਾ ਜੀ ਜਿੱਦਣ ਮੇਰੇ ਨਾਲ ਪਹਿਲੇ ਦਿਨ ਸੰਪਰਕ 'ਚ ਆਏ ਸੀ, ਗੱਡੀ ਖੜਾ ਲਈ, 10 ਦਿਨ ਹੋ ਗਿਆ ਚਲਾਈ ਜਾਂਦੇ ਆ, ਕਾਗਜ਼ ਪੱਤਰ ਲੈ ਲੈ, ਤੇ 6600 ਰੁਪਈਆ ਮੇਰੇ ਕੋਲ ਸੀ ਉਹ ਵੀ ਲੈ ਲਿਆ। ਮੈਂ ਹੁਣ ਦੱਸੋ ਕੀ ਕਰਾਂ, ਮੇਰੇ ਕੋਲ ਹੈ ਨਹੀਂ 50,000। ਚਲੋ ਉੱਥੇ ਸ਼ਿਕਾਇਤ ਚਲੇਗੀ, ਵਿਜੀਲੈਂਸ ਵਾਲਿਆਂ ਨੂੰ ਮਾਰਕ ਹੋ ਗਈ, ਅਗਲਿਆਂ ਨੇ ਦੋਨੇ ਬੰਦੇ ਫੜ ਲਏ, SHO ਵੀ ASI ਵੀ, ਪਰਚਾ ਸੰਧਾਲੀਆ ਸਭ ਦਰਜ ਹੋ ਗਿਆ। ਹੁਣ ਤੁਸੀਂ ਦੇਖੋ ਤਨਖਾਹਾਂ ਸੁੱਖ ਨਾਲ ਵਾਹਵਾ ਹੋਣੀਆਂ, ਰੁਪਈਆ 60-60 70-70 ਹਜ਼ਾਰ ਨੂੰ ਤਾਂ ਪੁੱਜਦੇ ਹੋਣੇ, ਲੱਖ ਨੂੰ ਵੀ ਹੋ ਸਕਦਾ ਪੁੱਜਦੇ ਹੁਣ। ਇਹਦੇ ਬਾਵਜੂਦ ਵੀ ਤੁਸੀਂ ਦੇਖੋ ਕਿ ਜੇ ਇੱਕ ਤਾਂ ਹੈਗਾ ਨਾ ਕਿ ਮੰਨ ਲਓ ਤੁਸੀਂ 2 ਨੰਬਰ ਦਾ ਕੰਮ ਕਰਦੇ ਆ, ਮੰਨ ਲਓ ਤੁਸੀਂ ਨਸ਼ਾ ਵੇਚਦੇ ਆ, ਤੁਸੀਂ ਕੋਈ ਬਹੁਤ ਗੈਰ ਕਾਨੂੰਨੀ ਕੰਮ ਕਰਦੇ ਆ, ਤੁਸੀਂ ਫੜੇ ਗਏ, ਉਹਦੀ ਧੌਣ ਦੇ ਉੱਤੇ ਗੂਠਾ ਰੱਖਦੇ ਆ, ਗੋਡਾ ਰੱਖਦੇ ਆ ਕਿ ਭਾਈ ਤੂੰ ਰੁਪਈਏ ਦੇ, ਤੈਨੂੰ ਤਾਂ ਛੱਡਣਾ। ਉਹ ਇੱਕ ਵੱਖਰਾ ਕਨਸੈਪਟ ਆ ਕਿ ਬੰਦਾ ਹੱਥ ਆ ਗਿਆ। ਇਹ ਤਾਂ ਉਹਦੇ ਤੋਂ ਵੀ ਕਈ ਗੁਣਾ ਉੱਪਰ ਦੀ ਗੱਲ ਆ ਵੀ ਕਿਸੇ ਦੀ ਵੀ ਧੌਣ ਤੇ ਗੋਡਾ ਰੱਖ ਕੇ ਕਿ ਨਹੀਂ ਤੈਨੂੰ ਕੇਸ 'ਚ ਫਸਾ ਦੇਣਾ, ਤੂੰ ਕੀਤਾ ਕੁਛ ਭਾਵੇਂ ਨਹੀਂ ਕੀਤਾ, ਰੁਪਈਏ ਲਿਆ। ਇਹ ਤਾਂ ਜਾਣੀ ਉਹਦੇ ਤੋਂ ਵੀ ਦੁੱਗਣਾ ਤਿੱਗਣਾ ਚੌਗਣਾ ਕ੍ਰਾਈਮ ਹੈ। ਇਹਦਾ ਮਤਲਬ ਕਿ ਆਮ ਬੰਦਾ ਸੇਫ ਹੀ ਨਹੀਂ। ਚੰਗੀ ਗੱਲ ਹੈ ਕਿ ਜੇ ਕਿਸੇ ਪੋਰਟਲ ਦੇ ਉੱਤੇ ਸ਼ਿਕਾਇਤ ਕੀਤੀ ਹੈ, ਉਹਦੇ ਉੱਤੇ ਕੁਝ ਸਬੂਤ ਦਿੱਤੇ ਆ ਤੇ ਅਗਲਿਆਂ ਨੇ ਪਰਚਾ ਦਰਜ ਕਰਕੇ ਬੰਦਾ ਫੜ ਲਿਆ। ਜੇ ਆਹ ਹਥਿਆਰ ਨਾ ਹੁੰਦੇ, ਆਹ ਸਾਧਨ ਨਾ ਹੁੰਦੇ ਤਾਂ ਸੰਧਾਲੀਆ ਸਾਹਿਬ ਉਹ ਅੱਜ 50,000 ਮੰਗਦਾ, ਕੱਲ੍ਹ ਨੂੰ ਕਿਸੇ ਹੋਰ ਦੀ ਧੌਣ ਤੇ ਗੋਡਾ ਰੱਖ ਕੇ ਉਹਨੂੰ 1.5 ਲੱਖ ਮੰਗਣਾ ਸੀ। ਨਹੀਂ ਪਰ ਤੁਸੀਂ ਦੇਖੋ ਵੀ ਇਹ ਚੱਲ ਕੀ ਰਿਹਾ ਹੈ ਵੀ ਜੇ ਤੇ ਕੋਈ ਬੰਦਾ ਕੰਮ ਕਾਰੋਬਾਰ ਕਰਦਾ, ਉਹਨੂੰ ਟੈਲੀਫੋਨ ਆ ਜਾਂਦਾ ਤੇ ਟੈਲੀਫੋਨ ਵਾਲਾ ਬੰਦਾ ਆਂਦਾ ਵੀ ਇੰਨੇ ਪੈਸੇ ਚਾਹੀਦੇ ਆ, ਨਹੀਂ ਤਾਂ ਸਾਨੂੰ ਪਤਾ ਤੇਰਾ ਜੀ ਏਜੰਟ ਕਿੱਥੇ ਆ ਜੀ। ਆ ਵੀ ਹੁਣ ਵੀ ਤੇ ਪੁਲਿਸ ਮਹਿਕਮੇ ਨੇ ਫੜੇ ਹੀ ਹੈ ਇੱਕ ਬੰਦਾ, ਕਹਿੰਦੇ ਕੋਈ ਸ਼ਾਇਦ ਜੇਲ੍ਹ 'ਚੋਂ ਲੈਂਦਾ ਅੰਮ੍ਰਿਤਸਰ ਵਾਲੇ ਪਾਸਿਓਂ, ਵੀ ਉਹ ਉੱਥੇ ਵਪਾਰੀਆਂ ਨੂੰ ਫੋਨ ਕਾਲਾਂ ਕਰਾ ਕੇ ਲੱਖਾਂ ਰੁਪਏ ਫਰੌਤੀ ਮੰਗਦਾ ਹੈ ਨਾ। ਹੁਣ ਇਹ ਤੇ ਹੋਗਾ ਵੀ ਉਹਨੂੰ ਜਦੋਂ ਬੰਦਾ ਇਹ ਕੰਮ ਕਰਦਾ, ਆਪਾਂ ਕਹਾਂਗੇ ਵੀ ਇੱਕ ਅਪਰਾਧੀ, ਉਹ ਅਪਰਾਧੀ ਅਪਰਾਧ ਕਰ ਰਿਹਾ ਸੀ, ਪੁਲਿਸ ਮਹਿਕਮੇ ਨੇ ਫੜ ਲਿਆ। ਹੁਣ ਜੇ ਮੰਨ ਲਓ ਜਿਹੜੇ ਮਹਿਕਮੇ ਦਾ ਕੰਮ ਆ ਵੀ ਇਹੋ ਜਿਹੇ ਅਪਰਾਧੀਆਂ ਨੂੰ ਫੜਨਾ, ਉਸ ਮਹਿਕਮੇ 'ਚ ਵੀ ਜਦੋਂ ਇਹੋ ਜਿਹੇ ਸੱਜਣ ਲੱਭ ਜਾਣਗੇ ਵੀ ਹਾਂ ਭਾਈ ਸਾਹਿਬ ਬੰਦਾ ਇੱਕ ਕਾਬੂ ਆ ਗਿਆ ਤੇ ਕੋਈ ਲਓ ਹੈ, ਤੇ ਉਹ ਵੀ ਕੰਮ ਫਰੌਤੀ ਵਾਲਾ ਹੀ ਵੀ ਚੀਜ਼ ਤੇਰੀ ਤਾਂ ਮੋੜਾਂਗੇ ਜਦੋਂ ਇੰਨੇ ਪੈਸੇ ਦੇਣਾ, ਤੇ ਫਿਰ ਬੰਦਾ ਜਾਊ ਕਿੱਥੇ? ਇੱਕ ਗੱਲ ਮੈਨੂੰ ਹੋਰ ਨਹੀਂ ਸਮਝ ਆਉਂਦੀ ਹੁੰਦੀ ਵੀ ਜਿਹੜਾ ਪੈਸਾ ਆ
ਇੰਨਾ ਜ਼ਿਆਦਾ ਆਪਾਂ ਮੁੱਖ ਰੱਖ ਲਿਆ ਵੀ ਬਸ ਹਰ ਚੀਜ਼ ਦੇ ਵਿੱਚ ਪੈਸਾ 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 ਹੀ ਹੋ ਜਾਵੇ, ਜਾਂ ਤੇ ਕੋਈ ਇਹ ਹੋਵੇ ਨਾ ਵੀ ਜੇ ਤੁਸੀਂ ਇੰਨੇ ਪੈਸੇ ਜਮ੍ਹਾਂ ਕਰ ਲਓ ਵੀ ਕੋਈ ਰੱਬ ਨੇ ਸਕੀਮ ਚਲਾਈ ਹੈ ਵੀ ਜੇ ਤੇਰੇ ਕੋਲ ਸੱਜਣਾ ਇੰਨੇ ਪੈਸੇ ਆ ਗਏ ਤੇ ਇਹਨੂੰ ਅਮਰ ਕਰ ਦੇਣਾ, ਤੇਰੀ ਮੌਤ ਨਹੀਂ ਹੋਣੀ ਉਸ ਤੋਂ ਬਾਅਦ। ਨਹੀਂ, ਜੇ ਉਹਨਾਂ ਨੂੰ ਲੱਗਦਾ ਕਿ ਭਾਈ ਜਦੋਂ ਯਮਦੂਤ ਜੇ ਆਉਂਦਾ ਵੀ ਉਹਨੂੰ ਰੁਪਈਆ ਲੱਖ ਦੇ ਦੇਣਾ ਹੌਲੀ ਦੇਣੀ, ਉਹਲੇ ਕਰਕੇ ਉਹਨੇ ਮੁੜ ਜਾਣਾ ਵੀ 2 ਸਾਲ ਹੋਰ ਮਿਲ ਜਾਣੇ, ਉਹਨੇ ਗੁਆਂਢੀ ਲੈ ਜਾਣਾ ਹੀ ਕੋਈ। ਆਹੋ ਵੀ ਜੇ ਤੇ ਇਦਾਂ ਕੰਮ ਚੱਲਦਾ ਵੀ ਉਸ ਪੈਸੇ ਨਾਲ ਉਮਰ ਵੱਧਦੀ ਆ, ਬਿਮਾਰੀ ਮੰਨ ਲਓ ਕੋਈ ਨਾਮਰਾਦ ਲੱਗ ਗਈ ਆ ਤੇ ਅਗਲਾ ਡਾਕਟਰ ਆਖੇ ਵੀ ਹੁਣੇ ਆਪਾਂ ਚੈੱਕ ਕਰਨਾ, ਥੋੜਾ ਜਿਹਾ ਬਲੱਡ ਲੈ ਕੇ ਤੇ ਮਸ਼ੀਨ 'ਚ ਪਾਉਣਾ, ਮਸ਼ੀਨ ਨੇ ਦੱਸ ਦੇਣਾ ਵੀ ਇਸ ਬੰਦੇ ਕੋਲ ਇੰਨਾ ਪੈਸਾ, ਬਿਮਾਰੀ ਨੇ ਆਪਣੇ ਆਪ ਬਾਹਰ ਭੱਜਣਾ ਵੀ ਉਹ ਨਹੀਂ ਦੇਦਾ ਅਮੀਰ ਹੈ ਵੀ ਬੰਦਾ। ਫਿਰ ਤਾਂ ਸਮਝ ਆਉਂਦੀ ਵੀ ਬੰਦਾ ਪੈਸਾ ਇਕੱਠਾ ਕਰੇ। ਜਦੋਂ ਕਹਿੰਦੇ ਹੁੰਦੇ ਆ ਵੀ ਬੰਦਾ ਤੁਰ ਹੀ ਗਿਆ, ਮਿੱਟੀ ਦੀ ਢੇਰੀ ਬਣ ਗਿਆ ਤੇ ਦੁਨੀਆ ਦਾ ਭਾਵੇਂ ਤੁਸੀਂ ਸਾਰੇ ਦਾ ਸਾਰਾ ਪੈਸਾ ਉਹਨੂੰ ਦੇ ਦਿਓ ਤੇ ਆਖੋ ਵੀ 5 ਮਿੰਟ ਲਈ ਇਹਦੇ 'ਚ ਸਾਹ ਪਾ ਦੇ, ਉਹ ਨਹੀਂ ਪੈ ਸਕਦੇ। ਫਿਰ ਵੀ ਬੰਦੇ ਪਤਾ ਨਹੀਂ ਕਿਉਂ ਪੈਸਾ ਕਰੀ ਜਾਂਦੇ ਨਹੀਂ। ਸੰਧਾਲੀਆ ਸਾਹਿਬ ਤੁਸੀਂ ਦੇਖੋ ਨਾ, ਰਿਸ਼ਵਤ ਕਿੰਨੇ ਤਰ੍ਹਾਂ ਦੀ ਆ, ਆਮ ਬੰਦਾ ਤਾਂ ਸੋਚ ਵੀ ਨਹੀਂ ਸਕਦਾ ਕਿ ਭਾਈ ਇੱਦਾਂ ਵੀ ਪੈਸੇ ਬਣ ਜਾਂਦੇ ਆ। ਬੀਬੀ ਚੰਦਾ ਕੋਚਰ ਦਾ ਆਪਾਂ ਕੱਲ੍ਹ ਹੀ ਜ਼ਿਕਰ ਕੀਤਾ ਸੀ, ICICI ਬੈਂਕ ਦੀ ਜਿਹੜੀ ਮੁਖੀਆ ਸੀ, ਤੇ ਪਹਿਲਾਂ ਤਾਂ ਸੀਗਾ 1050 ਕਰੋੜ ਰੁਪਏ ਦਾ ਰੌਲਾ ਗੌਲਾ, ਹੁਣ ਤਾਂ ਕਹਿੰਦੇ 3000 ਕਰੋੜ ਦੇ ਲੋਨ ਉਹਨੇ ਗੈਰ ਕਾਨੂੰਨੀ ਢੰਗ ਦੇ ਨਾਲ ਨਿਯਮਾਂ ਦੇ ਉਲਟ ਜਾ ਕੇ ਆਪਣੀਆਂ ਚਹੇਤੀਆਂ ਕੰਪਨੀਆਂ ਨੂੰ ਦੇ ਦਿੱਤੇ, ਵਿੱਚੋਂ ਕੁਛ ਨਾ ਕੁਛ 200-400 ਕਰੋੜ ਬਚਿਆ ਹੋਊਗਾ। ਇੱਦਾਂ ਵੀ ਘੁਟਾਲਾ, ਆ ਜਿੱਦਾਂ SHO ਟੰਗਿਆ ਗਿਆ ਇੱਦਾਂ ਵੀ ਘੁਟਾਲਾ। ਇੱਕ ਬੀਬੀ ਤੇ ਇੱਕ ਬੀਬਾ ਜੀ, ਮੇਰਾ ਖਿਆਲ ਆ ਕਿ ਉਹ ਭਾਰਤ ਭੂਸ਼ਣ ਆਸ਼ੂ ਵਾਲੇ ਕੇਸ ਦੇ ਵਿੱਚ ਉਹ ਵੀ ਅੰਦਰ ਆ, ਜ਼ਿਲ੍ਹਾ ਪੱਧਰ ਦੇ ਅਫਸਰ ਸੀ FCI ਦੇ, ਉਹ ਵੀ ਕਹਿੰਦੇ ਸੀ ਕਿ ਭਾਈ ਉੱਦਾਂ ਹੀ ਚਲੋਈ ਜਾਂਦੇ ਕੰਮ। ਆ ਕਈਆਂ ਨੂੰ ਗਡਾਉਣ ਦਾ ਠੇਕਾ ਦਿੱਤਾ ਹੁੰਦਾ ਕਿ ਤੁਸੀਂ ਸਾਂਭਣਾ, ਉਹ ਵਿੱਚੋਂ ਕਣਕ ਝੋਨਾ ਹੀ ਗਾਇਬ ਹੋ ਜਾਂਦਾ। ਜੇ ਕਿਤੇ ਵਿੱਚ ਵਿਚਾਲੇ ਸਾਰੇ ਪਟਵਾਰੀ ਨਹੀਂ, ਵਿੱਚ ਵਿਚਾਲੇ ਕੋਈ ਪਟਵਾਰੀ ਕਹਿੰਦਾ 5-4 ਹਜ਼ਾਰ ਦੇ, ਤੇਰਾ ਕੰਮ ਫਿਰ ਹੋਣਾ। ਯਾਨੀ ਇੱਕ ਤੋਂ ਬਾਅਦ ਇੱਕ ਜਿਹੜਾ ਵੀ ਖੇਤਰ ਲੈ ਲਈਏ ਉਹਦੇ ਵਿੱਚ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਵਾਲਾ ਕੰਮ ਤੁਰਿਆ ਫਿਰਦਾ, ਤੇ ਆਮ ਲੋਕਾਂ ਦੀ ਤਾਂ ਸਮਝ ਤੋਂ ਬਾਹਰ ਹੈ ਕਿ ਭਾਈ ਕਹਾਣੀ ਕਿੱਧਰਲੇ ਪਾਸੇ ਚਲੇ ਜੂ। ਹੁਣ ਤੁਸੀਂ ਦੇਖੋ, ਪਿੱਛੇ ਹੀ ਪੰਜਾਬ ਸਰਕਾਰ ਨੇ ਕਿਹਾ ਸੀ, ਮੁੜ ਕੇ ਤਾਂ ਹੁਣ 5-7 ਦਿਨ ਹੋਏ ਖਬਰ ਕੋਈ ਨਹੀਂ ਆਈ ਕਿ ਜਿਹੜੇ ਜਾਲੀ ਅਸਲਾ ਲਾਇਸੈਂਸ ਨੇ, ਜਾਂ ਜਿਹੜੇ 2 ਨੰਬਰ ਦੇ ਵਿੱਚ ਰਹਿਸ਼ੀ ਪਤਾ ਦੇ ਕੇ ਬਣਾਇਓ ਆ, ਰਹਿਸ਼ੀ ਪਤਾ 2 ਨੰਬਰ 'ਚ ਦੇਤਾ, ਇਨਕੁਆਰੀ ਕਰਨ ਵਾਲੇ ਨੂੰ ਨਹੀਂ ਪਤਾ, 4 ਰੁਪਈਏ ਤਾਂ ਉਹਨੇ ਵੀ ਮੁੱਛ ਹੀ ਲੈ ਹੋਣੇ ਆ ਕਿ ਭਾਈ ਕੋਈ ਗੱਲ ਨਹੀਂ ਤੂੰ ਬਣਾ ਲੈ, ਇੱਥੋਂ ਬਣਾਉਣਾ, ਮੈਨੂੰ ਇੰਨੇ ਰੁਪਈਏ ਚਾਹੀਦੇ ਆ, ਕੱਲ੍ਹ ਨੂੰ ਲਾਇਸੈਂਸ ਤੇਰਾ ਕੈਂਸਲ ਹੋ ਗਿਆ ਤਾਂ ਮੈਨੂੰ ਨਾ ਕਹੀਂ ਮੇਰੇ ਵੱਲੋਂ ਕੰਮ ਘੁੱਗੀ ਆ, ਮੈਂ ਹਰੇ ਪੈਨ ਮਾਰੂੰਗਾ। ਹੁਣ ਇੰਨੇ ਤਰ੍ਹਾਂ ਦੀ ਰਿਸ਼ਵਤ ਹੈ, ਜਿੰਨਾ ਦਿਮਾਗ ਸਾਡਾ ਉਧਰਲੇ ਪਾਸੇ ਨੂੰ ਚੱਲਦਾ, ਜੇ ਡਿਵੈਲਪਮੈਂਟ ਵਾਲੇ ਪਾਸੇ ਨੂੰ ਚੱਲੇ ਤਾਂ ਸੰਧਾਲੀਆ ਸਾਹਿਬ ਪੌਂ-ਬਾਰਾਂ ਨਾ ਹੋ ਜਾਣ। ਨਹੀਂ ਹੋ ਜਾਣਾ, ਪਰ ਕਾਰਨ ਹੈ ਨਾ ਵੀ ਉਹ ਵੀ ਤੇ ਡਿਵੈਲਪਮੈਂਟ ਹੀ ਹੈ ਨਾ। ਉਹ ਕਹਿੰਦੇ ਵੀ ਹਾਂ ਸਰਕਾਰ ਜਿਹੜੀ ਦਿੰਦੀ ਪੈਸੇ ਉਹ ਤੇ ਮਹੀਨੇ ਬਾਅਦ ਆਉਂਦੇ ਆ, ਇੱਥੇ ਰੋਜ਼ ਸ਼ਾਮ ਨੂੰ ਵੱਟ ਲਈਦੇ ਆ। ਉਹ ਕਹਿੰਦੇ ਯਾਰ ਇੱਦਾਂ ਦਾ ਕੰਮ ਤੇ ਹੋਰ ਚਾਹੀਦਾ। ਹੁਣ ਚੱਕਰ ਇਹ ਆ ਵੀ ਇਹ ਜਿੱਧਰ ਨੂੰ ਕੰਮ ਰਿੜ ਪਿਆ ਨਾ, ਆਪਾਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਵੀ ਹੁਣ ਜਿਹੜਾ ਬੰਦਾ ਨੌਕਰੀ 'ਚ ਹੀ ਆਇਆ ਤੇ ਨੌਕਰੀ 'ਚ ਆਉਣ ਤੋਂ ਬਾਅਦ ਉਹਨੇ ਆਪਣੇ ਸੀਨੀਅਰ ਦੇਖੇ ਹੋਣਗੇ ਜਾਂ ਆਸੇ-ਪਾਸੇ ਵਾਲੇ ਸੱਜਣ ਵੇਖੇ ਹੋਣਗੇ, ਫਿਰ ਉਹਨੂੰ ਲੱਗਾ ਵੀ ਯਾਰ ਇਹ ਤਾਂ ਇੱਦਾਂ ਹੀ ਚੱਲਦਾ ਜੀ। ਹੁਣ ਉਹਨੂੰ ਕਈ ਸਾਲ ਹੋ ਗਏ ਇਹ ਕੰਮ ਕਰਦਿਆਂ, ਅਚਾਨਕ ਇੱਕ ਸਰਕਾਰ ਆਵੇ ਤੇ ਉਹ ਆਖੇ ਵੀ ਨਾ ਇਹ ਕੰਮ ਕਰਨਾ ਨਹੀਂ, ਉਹਨੂੰ ਏਡੀ ਛੇਤੀ ਸਮਝ ਤੇ ਆਉਣਾ ਨਹੀਂ ਜੀ। ਇਹ ਤੇ ਹੁਣ ਚਲੋ ਰੋਜ਼ ਕੋਈ ਨਾ ਕੋਈ ਖਬਰ ਆ ਜਾਂਦੀ, ਇੱਥੇ ਫੜਿਆ ਗਿਆ ਉੱਥੇ ਫੜਿਆ ਗਿਆ। ਆਪਾਂ ਅੱਗੇ ਵੀ ਬੇਨਤੀ ਕੀਤੀ ਵੀ ਜਿਹੜੇ ਫੜੇ ਜਾਂਦੇ ਆ ਉਹਨਾਂ ਦੇ ਨਾਲ ਬਾਅਦ 'ਚ ਕੀ ਹੁੰਦਾ, ਘੱਟੋ ਘੱਟ ਉਹਦੀ ਰਿਪੋਰਟਿੰਗ ਵੀ ਹੋਣੀ ਚਾਹੀਦੀ, ਤਾਂ ਜੋ ਉਹ ਸੁਨੇਹਾ ਜਾਵੇ ਵੀ ਯਾਰ ਉਹ ਬੰਦਾ ਫੜਿਆ ਗਿਆ ਸੀ। ਉਹ ਕਹਿੰਦੇ ਫੜੇ ਗਏ ਵਾਲੀ ਦੀ ਯਾਰ ਪਹਿਲਾਂ ਵੀ ਖਬਰ ਆਉਂਦੀ ਹੁੰਦੀ, ਏਡੀ ਨਹੀਂ ਗੱਲ ਕੋਈ ਹੁੰਦੀ, ਫੇਰ ਛੁੱਟ ਜਾਂਦਾ ਬੰਦਾ ਜੀ। ਉਹਨੂੰ ਇਹ ਲੱਗੇ ਵੀ ਛੁੱਟਦਾ ਨਹੀਂਗਾ ਵੀਰ, ਉਹ ਵੱਜ ਜਾਂਦਾ ਜੀ। ਉਹ ਜਦ ਤੱਕ ਮੈਸੇਜ ਨਹੀਂ ਜਾਂਦਾ ਉਨੀ ਦੇਰ ਤੱਕ ਇਹ ਰੁਕਣ ਵਾਲਾ ਹੈ ਨਹੀਂ ਕੰਮ। ਨਹੀਂ ਮੁਸ਼ਕਿਲ ਹੋ ਜਾਣਾ। ਬਾਕੀ ਸੰਧਾਲੀਆ ਸਾਹਿਬ ਇੱਦਾਂ ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਧਿਰਾਂ ਤੁਹਾਡੀਆਂ ਤੇ ਤੁਹਾਡੀਆਂ ਸਿਆਸੀ ਧਿਰਾਂ ਜਿਹੜੀਆਂ ਸਾਡੀਆਂ ਸਿਆਸੀ ਧਿਰਾਂ ਜਿਹੜੀਆਂ ਨੇ, ਉਹ ਹਰ ਇੱਕ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਕੰਮ ਬੜਾ ਵਧੀਆ ਕਰਦੇ ਹਾਂ, ਸਰਕਾਰ ਸਾਡੀ ਬੱਲੇ ਬੱਲੇ ਹੋ ਗਈ, ਅਸੀਂ ਲੋਕ ਪੱਖੀ ਕੰਮ ਕੀਤੇ, ਠੀਕ ਹੈ, ਇਹਦੇ ਆਧਾਰ ਦੇ ਉੱਤੇ ਲੋਕਾਂ ਨੂੰ ਕਹਿੰਦੇ ਸਾਡੇ ਨਾਲ ਜੁੜੋ। ਸ਼੍ਰੋਮਣੀ ਅਕਾਲੀ ਦਲ ਦਾ ਸਾਰਾ ਧਿਆਨ ਧਾਰਮਿਕ ਮੁੱਦਿਆਂ, ਪੰਥਕ ਵੋਟ ਬੈਂਕ ਵਾਲੇ ਪਾਸੇ ਹੈ, ਉਧਰਲੇ ਪਾਸੇ ਨੂੰ ਤੁਰੇ ਹੋਆ ਕੇਂਦਰ ਸਰਕਾਰ ਤੇ BJP ਤੇ RSS ਤੇ ਦੋਸ਼ ਲਾਉਂਦੇ ਆ। ਕਾਂਗਰਸ ਪਾਰਟੀ ਬਾਰੇ ਰਾਜਾ ਵੜਿੰਗ ਸਾਹਿਬ ਨੂੰ ਐਂ ਲੱਗਦਾ ਕਿ ਮੈਂ ਜ਼ਿਲ੍ਹਾ ਪ੍ਰਧਾਨ ਸਾਰੇ ਬਣਾ ਦੇਣੇ ਆ, ਭਾਰਤ ਜੋੜੋ ਯਾਤਰਾ ਲੈ ਕੇ ਰਾਹੁਲ ਗਾਂਧੀ ਨੇ ਪੰਜਾਬ 'ਚ ਆ ਜਾਣਾ, ਹਿਮਾਚਲ 'ਚ ਸਾਡੀ ਸਰਕਾਰ ਬਣ ਗਈ ਹੈ, ਸਾਡੀ ਬੱਲੇ ਬੱਲੇ ਆ। ਤੇਰੇ ਕਰਾ ਕਿ ਜਿਹਨੂੰ ਕਹਿੰਦੇ ਆ ਭਾਰਤੀ ਜਨਤਾ ਪਾਰਟੀ। ਹੁਣ ਭਾਰਤੀ ਜਨਤਾ ਪਾਰਟੀ ਕੁਛ ਨਾ ਕੁਛ ਲੈ ਕੇ ਅੱਗੇ ਜਾਊ, ਸ਼ਹਿਰਾਂ ਦੇ ਵਿੱਚ ਉਹਦਾ ਆਧਾਰ ਹੈ, ਸ਼ਹਿਰਾਂ ਦੇ ਵਿੱਚ ਨਿਗਮਾਂ ਦੀਆਂ ਵੋਟਾਂ ਆਉਣ ਵਾਲੀਆਂ, ਮਹੀਨਾ ਡੇਢ ਰਹਿ ਗਿਆ। ਉਹਨਾਂ ਨੇ ਫਿਰ ਆਮ ਆਦਮੀ ਪਾਰਟੀ ਦਾ ਸਾਰਾ ਮੈਨੀਫੈਸਟੋ ਕੱਲਾ ਕੱਲਾ ਵਰਕਾ ਉਲਟਿਆ ਪਲਟਿਆ ਉਲਦਿਆ, ਉਹਦੇ ਵਿੱਚ ਉਹਨਾਂ ਨੂੰ ਇੱਕ ਫਰਮਾਦ ਲਾਪੀ, ਕਹਿੰਦੇ ਇੱਥੇ ਹੁਣ ਕਹਿੰਦੇ ਨੇ ਇੱਥੇ 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 ਕਬੂਲੀ ਜੀ ਹੁੰਦੀ ਬੀਬੀਆਂ ਪਾਉਂਦੀਆਂ ਨਾ, ਤਾਂ ਉਸ ਮਸਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਥੋਂ ਕੰਮ ਸੈੱਟ ਆ ਜਾਣਾ, ਰੁਪਈਆ 1-1 ਹਜ਼ਾਰ ਉਹ ਕਹਿੰਦੇ ਜੀ ਬੀਬੀਆਂ ਨੂੰ ਦੇਣਾ ਸੀ ਆਮ ਆਦਮੀ ਪਾਰਟੀ ਨੇ। ਹੁਣ BJP ਵਾਲੇ ਲੁਧਿਆਣੇ 'ਚ, ਅੰਮ੍ਰਿਤਸਰ, ਜਲੰਧਰ, ਪਟਿਆਲੇ, ਬਠਿੰਡੇ ਪ੍ਰਚਾਰ ਪਤਾ ਕੀ ਕਰਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀਆਂ ਬੀਬੀਆਂ ਦਾ 8-8 ਹਜ਼ਾਰ ਰੁਪਈਆ ਖਾ ਗਈ। ਹੁਣ ਲੋਕਾਂ ਲੱਗੇ 8 ਹਜ਼ਾਰ ਰੁਪਈਆ ਕਿੱਥੋਂ ਖਾ ਗਈ? ਉਹ ਕਹਿੰਦੇ ਜੀ 1000 ਰੁਪਈਆ ਮਹੀਨੇ ਦਾ ਦੇਣਾ ਸੀ ਨਾ, ਜਿਹੜੀ ਬੀਬੀ 18 ਸਾਲ ਤੋਂ ਉੱਪਰ ਹੈ, ਕਿ ਭਾਈ ਬੀਬੀ ਉਹ ਤੁਹਾਨੂੰ 1-1 ਹਜ਼ਾਰ ਰੁਪਈਆ ਦੇਵਾਂ। ਕਹਿੰਦੇ ਮਹੀਨੇ 8 ਗੁਜ਼ਰ ਚੁੱਕੇ ਆ, 9 ਵੀ ਹੋ ਜਾਣੇ ਆ।
ਅਜੇ ਤੱਕ ਇਹਨਾਂ ਨੇ 1-1000 ਰੁਪਈਆ ਪ੍ਰਤੀ ਮਹੀਨਾ ਤੱਕ ਹੀ 1 ਰੁਪਈਆ ਵੀ ਕਿਸੇ ਬੀਬੀ ਦੇ ਹੱਥ ਦੇ ਉੱਤੇ ਨਹੀਂ ਰੱਖਿਆ। ਤੇ ਜਦੋਂ ਉਹ ਕਹਿੰਦੇ ਪੈਸੇ ਦਿੱਤੇ ਨਹੀਂ, ਇਹਦਾ ਮਤਲਬ ਪੰਜਾਬ ਦੇ ਲੋਕਾਂ ਨਾਲ ਧੋਖਾ। ਤੇ ਉਹਨਾਂ ਨੇ ਇੱਕ ਸਲੋਗਨ ਵੀ ਦੇ ਦਿੱਤਾ, ਪੰਜਾਬ ਕੀ ਮਹਿਲਾएं करें पुकार, कहाँ है रुपया 1000। ਹੈ ਨਾ, ਕੀ ਬਾਤ। ਵੈਸੇ ਇੱਕ ਗੱਲ ਹੈ, ਦੇਖੋ ਬੀਜੇਪੀ ਹੁਣ ਅੱਗੇ ਨਾਲੋਂ ਸਰਗਰਮੀ ਵਧਾ ਰਹੀ ਹੈ, ਤੇ ਸਰਗਰਮੀ ਦੇ ਵਿੱਚ ਆਪਾਂ ਇਹ ਵੀ ਨੋਟ ਕਰ ਰਹੇ ਹਾਂ ਵੀ ਜਿਹੜੇ ਸੱਜਣ ਕਾਂਗਰਸ ਚੋਂ ਬੀਜੇਪੀ 'ਚ ਗਏ ਸੀ ਉਹ ਜ਼ਿਆਦਾ ਸਰਗਰਮ ਨੇ। ਹੋ ਸਕਦਾ ਨੂੰ ਆਰਡਰ ਹੋ ਜਾ ਹੋਵੇ ਵੀ ਵੀਰ ਮੇਰਾ ਇੱਦਾਂ ਨਹੀਂ, ਥੋੜੀ ਪਰਫਾਰਮੈਂਸ ਦਿਖਾਓ, ਤਾਂ ਜੋ ਬਾਕੀਆਂ ਨੂੰ ਇਹ ਕਹਿਣ ਵਾਲੇ ਬਣੀਏ ਵੀ ਅਸੀਂ ਐਵੇਂ ਨਹੀਂ ਲੀਡਰ ਲਿਆਂਦਾ, ਇਹ 4 ਬਿਆਨ ਦੇ ਰਿਹਾ। ਪਰ ਮੈਨੂੰ ਲੱਗਦਾ ਵੀ ਇਹ ਜਿਹੜੀ ਸਲਾਹ ਆ ਨਾ, ਇਹ ਜਿਹੜੇ ਵੀ ਬੰਦੇ ਨੇ ਦਿੱਤੀ ਹੋ ਉਹਨਾਂ ਨੂੰ ਵੀ ਯਾਰ ਆਪਾਂ ਮੁੱਦਾ ਫੜੀਏ ਤੇ ਮੁੱਦਾ ਬਣਾ ਕੇ ਕਿਹੜਾ ਉਭਾਰੀਏ, ਉਹ ਥੋੜਾ ਜਿਹਾ ਥਿੜਕ ਗਿਆ, ਪਤਾ ਨਹੀਂ ਕਿਉਂ। ਮਤਲਬ ਮੈਨੂੰ ਲੱਗਦਾ ਕਿਉਂਕਿ ਕਿਸੇ ਵੇਲੇ ਹੁੰਦਾ ਵੀ ਤੁਸੀਂ ਕਿਸੇ ਐਸੇ ਟਾਂ ਨੂੰ ਹੱਥ ਪਾ ਲੈਂਦੇ ਹੋ, ਉਹ ਉਦੋਂ ਨਹੀਂ ਪਤਾ ਲੱਗਦਾ, ਪਰ ਬਾਅਦ 'ਚ ਪਤਾ ਲੱਗਦਾ ਵੀ ਉਹ ਤੇਰਾ ਭਲਾ ਜੇ ਇਹਦੇ ਪੱਤਿਆਂ ਦੇ ਪਿੱਛੇ ਦੇ ਭੂੰਡਾਂ ਦੀ ਖੱਖਰ ਸੀ। ਉਹ ਭੂੰਡਾਂ ਵਾਲੀ ਖੱਖਰ ਹੁਣ ਦੀ ਤੇ ਨਹੀਂ, ਪਰ 2014 ਵਾਲੀ ਮੈਨੂੰ ਲੱਗਦਾ ਛਿੜ ਜਾਣੀ ਆ। ਉਹ ਕਿਵੇਂ? ਕਿਉਂਕਿ ਉਦੋਂ ਵੀ ਜਦੋਂ ਸਰਕਾਰ ਬਣਾਉਣ ਦੀ ਗੱਲ ਚੱਲੀ ਸੀ ਤੇ 15-15 ਲੱਖ ਰੁਪਈਆ ਦੇਣਾ ਸੀ। ਉਹ ਉੱਪਰਲੀਆਂ ਗੱਲਾਂ ਸੀ। ਨਹੀਂ, ਮੈਂ ਗੱਲ ਕਰਦਾ ਵੀ ਉਹ ਜੁਮਲਾ ਥਾ, ਇਹੋ ਹੀ ਤੇ ਰੌਲਾ, ਇਹੋ ਤੇ ਉਹਨਾਂ ਨੇ ਗਾਂ ਗਣਾਉਣਾ। ਆਪਾਂ ਨੂੰ ਮਤਲਬ ਜੇ ਸਿਆਸਤ ਦੇ ਹਿਸਾਬ ਨਾਲ ਵੇਖਿਆ ਜਾਵੇ ਤੇ ਮੁੱਦਾ ਉਹ ਫੜਨਾ ਚਾਹੀਦਾ ਜਿਹਦੇ ਤੇ ਕਾਊਂਟਰ ਅਟੈਕ ਉਹੋ ਜਿਹਾ ਨਾ ਹੋਵੇ। ਮੰਨ ਲਓ ਕੋਈ ABC ਮੁੱਦਾ ਹੋਵੇ, ਅਗਲਾ ਆਖੇ ਜੀ ਆਹ ਕੀਤਾ ਕੋਈ ਗੱਲ ਨਹੀਂ ਅਸੀਂ ਕਰ ਲਵਾਂਗੇ ਸੈੱਟ, ਪਰ ਜੇ ਅਗਲਾ ਆਖੇ ਤੁਸੀਂ ਆਹ ਕੀਤਾ, ਉਹ 8000 ਨੂੰ ਰੋਣ ਡਿਆ, ਉਧਰ 15 ਲੱਖ ਮਰੇ ਨੂੰ ਕਿੰਨੇ ਸਾਲ ਹੋ ਗਏ ਦੱਸੋ। ਸੰਧਾਲੀਆ ਸਾਹਿਬ ਤੁਹਾਡਾ ਇੱਕ ਖੋਟਾ ਰੁਪਈਆ ਨਹੀਂ ਵਟਿਆ ਜਾਣਾ। ਨਹੀਂ, ਮੈਂ ਤਾਂ ਕਹਿੰਦਾ ਨਹੀਂ ਵਟਿਆ ਜਾਵੇ। ਨਹੀਂ, ਉਹਦਾ ਕਾਰਨ ਪਤਾ ਕੀ ਹੈ? 2019-14 ਚ ਪ੍ਰਧਾਨ ਮੰਤਰੀ ਬਣੇ ਮੋਦੀ ਸਾਹਿਬ, 19 ਦੇ ਵਿੱਚ ਰਾਹੁਲ ਗਾਂਧੀ ਹੋਰਾਂ ਨੂੰ ਆਹੀ ਗੱਲ ਲੱਗਦੀ ਜਿਹੜੀ ਤੁਹਾਨੂੰ ਲੱਗਦੀ ਹੈ। ਉਹਨਾਂ ਨੇ ਸਾਰੇ ਦੇਸ਼ ਦੇ ਵਿੱਚ, ਤੁਸੀਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਰਾਹੁਲ गांधी ਦੀਆਂ ਸਪੀਚਾਂ ਕੱਢ ਕੇ ਦੇਖ ਲਓ, इन्होंने 15-15 लाख रुपया देने का वायदा किया था, कहाँ है वो रुपए? वो जुमला निकला। ਲੋਕਾਂ ਨੇ ਪਹਿਲਾਂ ਨਾਲੋਂ ਵੀ ਵੱਧ ਸੀਟਾਂ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਕੇ ਤੇ ਲੋਕ ਸਭਾ ਦੇ ਵਿੱਚ ਉਹਨਾਂ ਦੀ ਸਰਕਾਰ ਬਣਾਈ। ਨਹੀਂ ਤੇ ਫਿਰ ਇਹ ਵੀ ਤਾਂ ਬੀਜੇਪੀ ਦੇ ਨੁਕਸਾਨ ਵਾਲੀ ਗੱਲ ਆ। ਕਿਵੇਂ? ਹੁਣ ਜੇ ਮੰਨ ਲਓ ਵੀ ਇਹ ਸਾਰਾ ਕੁਝ ਇਸ ਤਰ੍ਹਾਂ ਚੱਲਦਾ ਰਿਹਾ, 1000 ਰੁਪਏ ਦਾ ਰੌਲਾ ਪੈ ਗਿਆ, 92 ਅਗਲੇ ਜਿੱਤੀ ਖੜੇ ਨੇ, 117 ਫੇਰ ਨਾ ਜਿਤਾ ਦੇਣ ਪੰਜਾਬ ਵਾਲੇ। ਮੈਂ ਉਹੀ ਤਾਂ ਕਹਿ ਰਿਹਾ ਵੀ ਕੰਮ ਤਾਂ ਉਹ ਹੋਣਾ ਚਾਹੀਦਾ। ਮੈਂ ਤੁਹਾਨੂੰ ਜਿੱਦਾਂ ਕਿਹਾ ਸੀ ਕਿ ਤੁਹਾਡੇ ਲੀਡਰ ਤਾਂ ਤੁਹਾਡੇ ਲੀਡਰ ਨਹੀਂ, ਪਰ ਇੱਕ ਗੱਲ ਤੇ ਹੈਗੀ ਆ ਵੀ ਜੇ ਇਹ ਸਿਆਸਤ ਆਪਣੀ ਥਾਂ ਤੇ ਰਹਿ ਗਈ, ਪਰ ਜੇ ਉਹ ਵਾਅਦਾ ਕੀਤਾ ਤੇ ਮੇਰੇ ਖਿਆਲ ਨਾਲ ਉਹਦੇ ਬਾਰੇ ਸੋਚਣਾ ਜ਼ਰੂਰ ਚਾਹੀਦਾ, ਕਿਉਂਕਿ ਹੋ ਸਕਦਾ ਵੀ ਅਜੇ ਬੀਜੇਪੀ ਨੇ ਮੁੱਦਾ ਚੁੱਕਿਆ, ਕੱਲ੍ਹ ਨੂੰ ਕਾਂਗਰਸ ਪਾਰਟੀ ਚੁੱਕੇ, ਪਰਸੋਂ ਅਕਾਲੀ ਦਲ ਚੁੱਕ ਲਵੇ, ਹੌਲੀ ਹੌਲੀ ਉਹ ਗੱਲ ਲੋਕਾਂ 'ਚ ਜਾਊਗੀ, ਲੋਕ ਕਹਿਣਗੇ ਵੀ ਗੱਲ ਤਾਂ ਠੀਕ ਹੈ ਵੀਰ, ਵੀ ਜੇ ਕਿਹਾ ਸੀ ਫਿਰ ਦਿਓ ਵੀ ਪੈਸੇ। ਨਹੀਂ, ਦੇਖੋ ਉਹਨਾਂ ਨੇ ਨਾ ਸਾਰੇ ਸ਼ਹਿਰਾਂ ਦੇ ਵਿੱਚ, ਜਿਹੜੇ ਵੱਡੇ ਸ਼ਹਿਰ ਜਿੱਥੇ ਇਲੈਕਸ਼ਨ ਹੈ, ਮੈਂ ਫਿਰ ਕਹਿੰਦਾ ਪੰਜਾਬ 'ਚ 150 ਸ਼ਹਿਰ ਹੈ, ਥੋੜ੍ਹੇ ਜਿਹੇ ਚੰਦ ਸ਼ਹਿਰਾਂ ਦੇ ਵਿੱਚ ਚੋਣ ਹੈ, ਬਾਕੀ ਸ਼ਹਿਰਾਂ ਦੇ ਵਿੱਚ ਨਹੀਂ ਅਜੇ ਸਰਗਰਮੀ ਸ਼ੁਰੂ ਕੀਤੀ। ਵੋਟਰਾਂ ਨੂੰ ਉੱਥੇ ਜਿੱਥੇ ਵੋਟਾਂ ਪੈਣੀਆਂ ਕਿ ਬੀਬੀ ਮਿਲਿਆ 1000 ਰੁਪਈਆ, ਨਹੀਂ ਮਿਲਿਆ ਅਸੀਂ ਦੇਵਾਂਗੇ, ਐਤਕੀ ਵੋਟ ਬੀਬੀ ਸਾਨੂੰ ਪਾ ਦੇਂ, ਇਹੀ ਕਹਿਣਾ ਉਹਨਾਂ ਨੇ। ਨਹੀਂ, ਪਰ ਉਹ ਕਿੱਥੋਂ ਦੇਣਗੇ ਗੱਲ ਤੇ ਵੀ? ਨਹੀਂ, ਉੱਦੇ ਜਿੱਦਾਂ 15 ਲੱਖ ਦਿੱਤਾ ਉੱਦਾਂ ਉਹਨਾਂ ਨੇ ਦੇ ਦੇਣਾ। ਨਹੀਂ, ਜਾਂ ਤੇ ਇਹ ਕਹਿਣਾ ਵੀ ਮਤਲਬ 1000 ਇੱਧਰੋਂ ਜਿਹੜਾ ਜੀ ਇਹਦਾ ਤਾਂ ਕੁਝ ਪਤਾ ਨਹੀਂ ਹੈ, ਪਰ ਉਹ 15 ਲੱਖ ਦਾ ਅਸੀਂ ਵਿਆਜ ਦੇਣਾ ਸ਼ੁਰੂ ਕਰ ਦੇਣਾ, 15 ਲੱਖ ਬਾਅਦ ਦੇ ਦੇਣਗੇ ਵੀ ਤੁਹਾਡੇ ਪੈਸੇ ਖਰੇ ਆ, ਵਿਆਜ ਲਈ ਜਾਓ, FD ਕਰਾ ਦੇਣੀ ਹੈ। ਬਾਕੀ ਸੰਧਾਲੀਆ ਸਾਹਿਬ, ਚਲੋ ਇੱਕ ਗੱਲ ਤਾਂ ਹੈਗੀ ਨਾ ਕਿ ਭਾਰਤੀ ਜਨਤਾ ਪਾਰਟੀ ਦੇ ਕੋਲੇ ਇੱਕ ਮੁੱਦਾ ਆ ਗਿਆ ਕਿ ਲੋਕਾਂ ਕੋਲ ਜਾਣਾ ਹੀ। ਉਹ ਇਲੈਕਸ਼ਨ ਮੈਨੀਫੈਸਟੋ ਦਾ ਕਾਗਜ਼ ਆਮ ਆਦਮੀ ਪਾਰਟੀ ਦਾ ਕੱਢਣਗੇ ਤੇ ਲੋਕਾਂ ਨੂੰ ਕਹਿਣਗੇ ਆ ਕੀਤਾ। ਹੋ ਸਕਦਾ ਉਹ 20 ਸਵਾਲ ਮੁਹੱਈਆ ਕਰਨ ਕਿ ਜਦੋਂ ਤੁਹਾਡੀ ਮੇਅਰਸ਼ਿਪ ਸੀ, ਜਦੋਂ ਤੁਹਾਡੀ ਨਿਗਮ ਸੀ, ਉਦੋਂ ਤੁਸੀਂ ਕੀ ਕੀਤਾ ਸੀ। ਪਰ ਫਿਰ ਵੀ ਉਹਨਾਂ ਨੇ ਸਾਰੇ ਸ਼ਹਿਰਾਂ ਦੇ ਵਿੱਚ ਨੁੱਕੜ ਮੀਟਿੰਗਾਂ ਕਰਨੀਆਂ ਸ਼ੁਰੂ ਕਰਤੀਆਂ, 2 ਤਰ੍ਹਾਂ ਦੀਆਂ ਤਖਤੀਆਂ ਫੜੀਆਂ, ਇੱਕ ਦੇ ਉੱਤੇ ਬੀਜੇਪੀ ਦੇ ਝੰਡੇ, ਦੂਜੇ ਦੇ ਉੱਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਿਰੋਧੀ ਨਾਅਰੇ ਨੇ। ਹੁਣ ਇਹਦੇ ਵਿੱਚੋਂ ਕਿੰਨੀਆਂ ਕੁ ਵੋਟਾਂ ਬੀਜੇਪੀ ਆਪਣੇ ਨਾਲ ਜੋੜਨ 'ਚ ਕਾਮਯਾਬ ਹੁੰਦੀ ਹੈ, ਕਿਉਂਕਿ ਜ਼ੋਰ ਪਤਾ ਕੀ ਲੱਗਾ, ਕਾਂਗਰਸ ਕਹਿੰਦੀ ਹੈ ਜੀ ਅਸੀਂ ਵਿਰੋਧੀ ਧਿਰ ਹਾਂ। ਸੁਖਬੀਰ ਸਿੰਘ ਬਾਦਲ ਸਾਹਿਬ ਕਿੰਨੀਆਂ ਪ੍ਰੈਸ ਕਾਨਫਰੰਸਾਂ ਕਰਦੇ ਆ, ਉਹ ਇਹ ਦਰਸਾਉਣਾ ਚਾਹੁੰਦੇ ਆ ਕਿ ਵਿਰੋਧੀ ਧਿਰ ਭਾਵੇਂ ਕਾਂਗਰਸ ਹੈ, ਪਰ ਅਸਲ ਦੇ ਵਿੱਚ ਅਸਲ ਵਿਰੋਧੀ ਧਿਰ ਅਸੀਂ ਆ। ਤੇ ਫਿਰ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਜੇ ਜਾਖੜ ਸਾਹਿਬ ਬਿਆਨ ਦਿੰਦੇ ਆ, ਕੈਪਟਨ ਸਾਹਿਬ ਬਿਆਨ ਦਿੰਦੇ ਆ, ਅਸ਼ਵਨੀ ਸ਼ਰਮਾ ਸਾਹਿਬ ਬਿਆਨ ਦਿੰਦੇ ਆ, ਰੇਰਾ ਰੀਅਲ ਸਟੇਟ ਰੈਗੂਲੇਟਰੀ ਅਥਾਰਟੀ, ਉਸ ਮੁੱਦੇ ਦੇ ਉੱਤੇ ਅਸ਼ਵਨੀ ਸ਼ਰਮਾ ਸਾਹਿਬ ਦਾ ਬੜਾ ਤੱਤਾ ਬਿਆਨ ਆਇਆ। ਉਹ ਕਹਿੰਦੇ ਕੇਜਰੀਵਾਲ ਸਾਹਿਬ ਨੂੰ, ਭਗਵੰਤ ਮਾਨ ਸਾਹਿਬ ਨੂੰ ਪੰਜਾਬ ਦੇ ਅਫਸਰਾਂ ਤੇ ਯਕੀਨ ਹੀ ਨਹੀਂ, ਸਾਰੇ ਦਿੱਲੀ ਵਾਲੇ ਲਾਈ ਜਾਣੇ ਆ, ਪੰਜਾਬ ਦੇ ਲੋਕਾਂ ਨੇ ਤੁਹਾਨੂੰ ਲੱਗਦਾ ਕਾਬਲੀਅਤ ਨਹੀਂ, ਤੁਸੀਂ ਉਧਰਲੇ ਪਾਸੇ ਵਾਲੇ ਲਾਈ ਜਾਂਦੇ। ਜਾਣੀ ਤਿੰਨੇ ਹੀ ਧਿਰਾਂ ਪੰਜਾਬ ਦੇ ਲੋਕਾਂ ਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੀਆਂ ਕਿ ਅਸਲ ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਹੈ ਅਸੀਂ ਨਿਭਾ ਰਹੇ ਹਾਂ। ਲੋਕ ਮਾਨਤਾ ਕਿਹਨੂੰ ਦਿੰਦੇ ਆ, ਉਹ ਨਿਗਮ ਚੋਣਾਂ ਦੇ ਰਿਜ਼ਲਟ ਤੋਂ ਬਾਅਦ ਪਤਾ ਲੱਗਣਾ ਹੈ। ਤੇ ਬਾਕੀ ਸੰਧਾਲੀਆ ਸਾਹਿਬ, ਰਾਹੁਲ ਗਾਂਧੀ ਸਾਹਿਬ ਭਾਰਤ ਜੋੜੋ ਯਾਤਰਾ ਲੈ ਕੇ ਦਿੱਲੀ ਆ ਗਏ। ਦੇਖੋ ਕਿੱਥੋਂ ਸ਼ੁਰੂ ਹੋਈ, ਕਹਿੰਦੇ 3000 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰ ਲਿਆ ਉਹਨਾਂ ਨੇ ਤੁਰ ਕੇ। ਜੀ ਤੁਰ ਕੇ ਤਾਂ ਮੇਰੇ ਖਿਆਲ ਕਿਤੇ ਕਿੰਨਾ ਕੀਤਾ ਹੋਣਾ, ਕੈਂਟਰ 'ਚ ਹੀ ਚੱਲੇ ਇਹਨਾਂ ਦੇ।
ਤੁਸੀਂ ਦੱਸਣਾ ਜੀ, ਤੁਹਾਡੀ ਗੱਲ ਤਾਂ ਤੁਹਾਡੀ ਆ। ਨਹੀਂ, ਮੈਂ ਉਹੀ ਸੋਚਦਾ ਵੀ 3000 ਕਿਲੋਮੀਟਰ 'ਚ ਹੋ ਸਕਦਾ ਵੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਪਹੁੰਚ ਕੇ ਉੱਥੇ ਕੋਈ 2 4 5 ਕਿਲੋਮੀਟਰ ਤੁਰ ਲੈਂਦੇ ਹੁਣ ਜੇ ਤੁਸੀਂ ਆਖੋ ਵੀ 3000 ਕਿਲੋਮੀਟਰ ਬੰਦਾ ਤੁਰਿਆ ਹੋਊ ਵੀ ਇੰਨੇ ਚਿਰ 'ਚ, ਇਹ ਪੋਸੀਬਲ ਤੇ ਲੱਗਦਾ ਨਹੀਂ। ਚਲੋ ਮੰਨ ਲੈਂਦੇ, ਮੈਨੂੰ ਤੁਹਾਡੀ ਗੱਲ ਦੇ ਵਿੱਚ ਅੱਜ ਮੈਨੂੰ ਪਹਿਲੀ ਵਾਰੀ ਤਰਕ ਲੱਗਿਆ, ਲੌਜਿਕ ਨਹੀਂ ਲੱਗਾ, ਤਰਕ ਲੱਗਾ। ਨਹੀਂ, ਜੋ ਤੁਸੀਂ ਦੇਖਦੇ ਕਿ ਮੈਂ ਉਧਰ ਨੂੰ ਦੇਖਦਾ ਰਿਹਾ, ਧਿਆਨ ਮੈਂ ਲੁੱਕਾਂ ਮਾਰੀਆਂ ਉਧਰਲੇ ਪਾਸੇ, ਲੁੱਕਾਂ ਮਾਰੀਆਂ ਵਿੰਡੋ 'ਚ ਬਹਿ ਕੇ ਨਾ, ਸਨੋ ਵੱਲ ਨੂੰ ਲੁੱਕਾਂ ਮਾਰੀਆਂ, ਵਿੰਡੋ 'ਚ ਬਹਿ ਕੇ ਲੁੱਕਾਂ ਆਈਸ ਪਈ ਜਾਂਦੀ ਸੀ। ਤੇ ਸੰਧਾਲੀਆ ਸਾਹਿਬ, ਤੁਹਾਨੂੰ ਯਾਦ ਆ ਇੱਕ ਵਾਰੀ ਉਹ ਰਾਲੇਗਣ ਸਿੱਧੀ ਵਾਲੇ ਬੰਦੇ ਨੇ, ਅੰਨਾ ਹਜ਼ਾਰੇ ਸਾਹਿਬ, ਉਹਨਾਂ ਨੇ ਇੱਕ ਵਾਰੀ ਕਿਹਾ ਸੀ ਮੈਂ 2000 ਕਿਲੋਮੀਟਰ ਲੰਬੀ ਯਾਤਰਾ ਕਰਨੀ ਆ, ਮੈਂ ਕਿਸਾਨਾਂ ਦੇ ਲਈ ਯਾਤਰਾ ਕਰਨੀ ਆ, ਦਿੱਲੀ ਜਾਊਂਗਾ ਰਾਲੇਗਣ ਸਿੱਧੀ ਤੋਂ। ਉਹ ਆਏ ਨਹੀਂ ਸੀ, ਮੁੜ ਕੇ ਰਾਹੁਲ ਗਾਂਧੀ ਆ ਗਏ। ਮੈਂ ਨਹੀਂ ਕਹਿੰਦਾ ਕਿ ਰਾਹੁਲ ਗਾਂਧੀ ਨੂੰ ਉਹਦਾ ਕੋਈ ਫਾਇਦਾ ਹੋਣਾ, ਨੁਕਸਾਨ ਹੋਣਾ, ਪਰ ਜਿਹੜੀਆਂ ਗੱਲਾਂ ਤੁਸੀਂ ਦੇਖੋ ਕਿ ਦਿੱਲੀ ਲਾਲ ਕਿਲੇ ਤੋਂ ਬੋਲੇ ਉਹ, ਜਾਣੀ ਭਾਰਤ ਜੋੜੋ ਯਾਤਰਾ ਹਰਿਆਣੇ 'ਚ ਥੋੜ੍ਹੇ ਦਿਨ ਚੱਲੀ, ਫਿਰ ਦਿੱਲੀ, ਹੁਣ ਫਿਰ ਹਰਿਆਣੇ ਜਾਣੀ ਆ, ਉਹਦੇ ਵਿੱਚ ਉਹਨਾਂ ਨੇ 3-4 ਚੀਜ਼ਾਂ ਕਹੀਆਂ, ਪਰ ਕਈਆਂ ਬਹੁਤ ਠੋਕੇ। ਉਹ ਕਹਿੰਦੇ ਜੀ ਹਜ਼ਾਰਾਂ ਹੀ ਕਰੋੜ ਰੁਪਈਆ ਭਾਰਤੀ ਜਨਤਾ ਪਾਰਟੀ ਨੇ ਇਸ ਗੱਲ ਤੇ ਖਰਚਤਾ ਕਿ ਰਾਹੁਲ ਗਾਂਧੀ ਦਾ ਅਕਸ ਜਿਹੜਾ ਹੈ ਉਹਨੂੰ ਧੁੰਦਲਾ ਕਰ ਦਿਓ, ਇਹਨੂੰ ਬੰਦੇ ਨੂੰ ਬਦਨਾਮ ਹੀ ਕਰ ਦਿਓ, ਸਾਡੇ ਵਿਰੋਧ ਦੇ ਵਿੱਚ ਕੁਝ ਹੋਵੇ ਹੀ ਨਾ। ਪਰ ਉਹ ਕਹਿੰਦੇ ਮੈਨੂੰ 30 ਦਿਨ ਲੱਗੇ, ਮੈਂ ਬੋਲਿਆ ਕੁਝ ਨਹੀਂ। ਇਹ ਕਹਿੰਦੇ ਨੇ ਸੋਸ਼ਲ ਮੀਡੀਆ ਤੇ, ਵਟਸਐਪ ਤੇ, ਫੇਸਬੁੱਕ ਤੇ, ਨਾਰਮਲ ਮੀਡੀਆ ਸਾਰਾ ਹੀ ਕਹਿੰਦੇ ਮੇਰੇ ਖਿਲਾਫ ਕਰਤਾ ਇਹਨਾਂ ਨੇ, ਕਿਉਂਕਿ ਇਹ ਚਲਾਉਂਦੇ ਸੀ। ਮੈਂ ਨਹੀਂ ਕਹਿੰਦੇ ਕੁਝ ਬੋਲਿਆ, ਮੈਂ ਚੁੱਪ ਕਰਕੇ ਯਾਤਰਾ ਕੀਤੀ ਤੇ 1 ਮਹੀਨੇ ਦੇ ਵਿੱਚ ਵਿੱਚ ਹੀ ਲੋਕਾਂ ਨੂੰ ਪਤਾ ਲੱਗ ਗਿਆ ਭਾਰਤ ਦੇ ਨੂੰ ਕਿ ਕੌਣ ਚੰਗਾ ਤੇ ਕੌਣ ਮਾੜਾ। ਹੁਣ ਕਹਿੰਦੇ ਜੀ ਸਾਰਾ ਕੁਝ ਸਾਫ਼ ਆ, ਭਾਵੇਂ ਜਿੰਨਾ ਮਰਜ਼ੀ ਮੀਡੀਆ ਵਰਤ ਲੈਣ। ਨਹੀਂ, ਇਹ ਤਾਂ ਗੱਲ ਹੈਗੀ ਆ। ਉਹਨਾਂ ਨੇ ਕਹਿ ਦਿੱਤਾ ਵੀ ਐਵੇਂ ਮੇਰੀ ਯਾਤਰਾ ਨੂੰ ਰੋਕਣ ਦੇ ਲਈ ਹੁਣ ਬਹਾਨੇ ਬਣਾਏ ਜਾ ਰਹੇ ਨੇ। ਪਹਿਲਾ ਪੜਾਅ ਮੁੱਕ ਗਿਆ ਤੇ ਜਨਵਰੀ ਦੇ ਪਹਿਲੇ ਹਫ਼ਤੇ ਖਣੀ ਦੂਜਾ ਪੜਾਅ ਸ਼ੁਰੂ ਕਰ ਦੇਣਾ। ਨਾਲ ਜਿਹੜੀ ਗੱਲ ਉਹਨਾਂ ਨੇ ਇਹ ਕਹੀ ਨਾ ਕਿ ਵੀ ਜਿਹੜੀ ਨਫ਼ਰਤ ਆ ਉਹਨੂੰ ਮੁੱਦਾ ਬਣਾ ਕੇ ਪੇਸ਼ ਕੀਤਾ ਜਾਂਦਾ, ਲੋਕਾਂ ਦਾ ਧਿਆਨ ਸਾਰੇ ਦਾ ਸਾਰਾ ਉਸ ਨਫ਼ਰਤ ਤੇ ਕੇਂਦਰਿਤ ਕਰਾਤਾ ਜਾਂਦਾ। ਫਿਰ ਲੋਕਾਂ ਨੂੰ ਚੇਤਾ ਭੁੱਲ ਜਾਂਦਾ ਵੀ ਹਾਂ ਸਾਡੇ ਨਾਲ ਵਾਅਦੇ ਕੀ ਹੋਏ ਸੀ, ਸਾਨੂੰ ਚਾਹੀਦਾ ਕੀ ਕੀ ਆ, ਸਹੂਲਤਾਂ ਕੀ ਚਾਹੀਦੀਆਂ ਨੇ, ਜਾਂ ਫਿਰ ਕਿਹੜੀ ਗੱਲ ਹੈ ਜਿੱਥੇ ਵਾਕਈ ਸਾਡੀਆਂ ਲੋੜਾਂ ਨੇ ਤੇ ਉਸ ਪਾਸੇ ਸਰਕਾਰ ਧਿਆਨ ਨਹੀਂ ਦੇ ਰਹੀ। ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਜਾਂ ਤੇ ਉਸ ਨਫ਼ਰਤ ਦਾ ਬੀਜ ਇੱਦਾਂ ਪਲ ਜਾਂਦਾ ਵੀ ਹਾਂ ਜੇ ਉਹਨਾਂ ਦੀ ਧਿਰ ਵੱਡੀ ਹੈ ਤੇ ਉਹ ਕਹਿੰਦੇ ਵੀ ਹਾਂ ਵੇਖੀ ਠੋਕਾਂਗੇ ਹੀ, ਕਹਿ ਦਿੱਤਾ ਆਪਣੇ ਵਾਲੇ ਬੰਦਿਆਂ ਨੇ ਆਪਾਂ ਹੁਣ ਠੋਕਾਂਗੇ ਹੀ। ਜਿਹੜਾ ਦੂਸਰੀ ਧਿਰ ਵਾਲਾ ਬੰਦਾ ਹੁੰਦਾ ਉਹਨੂੰ ਹੁੰਦਾ ਵੀ ਯਾਰ ਅੱਛਾ ਪਤਾ ਨਹੀਂ ਕੱਲ੍ਹ ਨੂੰ ਕੀ ਹੋਣਾ, ਨਿਆਣਿਆਂ ਦਾ ਕੀ ਬਣੂਗਾ। ਜਦੋਂ ਇੱਥੇ ਕਿਤੇ ਜਾ ਕੇ ਉਹਦਾ ਦਿਮਾਗ ਘੁੰਮਣ ਲੱਗ ਪੈਂਦਾ ਤੇ ਫਿਰ ਗੱਲ ਤੇ ਕਿਤੇ ਨਾ ਕਿਤੇ ਲੌਜੀਕਲੀ ਜਾਪਦੀ ਹੈ ਵੀ ਹੋਰ ਤੀਸਰੀ ਗੱਲ ਤੇ ਦਿਮਾਗ 'ਚ ਆਉਣੀ ਨਹੀਂ। ਹੁਣ ਜੇ ਇਹੋ ਜਿਹੇ ਮੌਕੇ, ਇਹ ਰਾਹੁਲ ਗਾਂਧੀ ਸਾਹਿਬ ਦਾ ਤਰਕ ਆ ਵੀ ਇੱਦਾਂ ਬਣਾਇਆ ਜਾਂਦਾ। ਹੁਣ ਜੇ ਇੱਦਾਂ ਬਣਾਇਆ ਜਾਂਦਾ ਤੇ ਇਸ ਗੱਲ ਨੂੰ ਉਹ ਜਚਾਉਣ 'ਚ ਕਾਮਯਾਬ ਹੋ ਗਏ ਨੇ 3000 ਕਿਲੋਮੀਟਰ ਦੀ ਯਾਤਰਾ 'ਚ, ਗਾਂ ਅਗਲੇ ਪੜਾਅ ਵਾਲੀ ਯਾਤਰਾ 'ਚ ਹੋਰ, ਤੇ ਫਿਰ ਉਹਦਾ ਨਤੀਜਾ 2024 'ਚ ਆ ਜਾਊਗਾ। ਜੇ ਲੋਕਾਂ ਨੂੰ ਇੱਦਾਂ ਲੱਗਦਾ ਹੋਊਗਾ ਤੇ ਕਾਂਗਰਸ ਨੂੰ ਜਿਤਾ ਦੇਣਗੇ ਲੋਕ। ਦੇਖੋ, 2 ਚੀਜ਼ਾਂ ਤਾਂ ਬੜੀਆਂ ਸਪਸ਼ਟ ਨੇ ਸੰਧਾਲੀਆ ਸਾਹਿਬ ਕਿ ਜੇ ਕਿਸੇ ਨੇ ਉਹਦੀ ਫੋਟੋ ਦੇਖੀ ਹੋਵੇ, ਬੀਬੀ ਸੋਨੀਆ ਗਾਂਧੀ ਨੇ ਮਾਸਕ ਪਾਇਆ ਤੇ ਰਾਹੁਲ ਗਾਂਧੀ ਦੀ ਮਾਤਾ ਆ ਉਹ, ਜਦੋਂ ਰਾਹੁਲ ਗਾਂਧੀ ਦਿੱਲੀ ਪੁੱਜੇ ਤਾਂ ਘੁੱਟ ਕੇ ਜੱਫੀ ਪਾਈ ਬੀਬੀ ਸੋਨੀਆ ਗਾਂਧੀ ਨੇ, ਬੜੀ ਖੁਸ਼ ਬੀਬੀ, ਅੱਖਾਂ ਨਜ਼ਰ ਆਉਂਦੀਆਂ ਬੀਬੀ ਸੋਨੀਆ ਗਾਂਧੀ ਦੀਆਂ ਗੱਲਾਂ, ਬਾਕੀ ਮਾਸਕ ਹੈ। ਪਰ ਉਹਦੇ ਵਿੱਚ ਜਿਹੜੀ ਐ ਭਾਵ ਇੱਦਾਂ ਦੀ, ਚੱਲ ਠੀਕ ਹੈ ਪੁੱਤ, ਆਖਿਰਕਾਰ ਤੂੰ ਵੀ ਕੋਈ ਸਿਆਸੀ ਤੌਰ ਕੀਤਾ ਹੀ ਕੁਛ ਨਾ, ਵੀ ਤੁਰ ਕੇ ਆਇਆ ਹੀ, ਚੱਲ ਤੇਰੀ ਖੋਰ ਨਹੀਂ ਕੁਛ ਤਾਂ ਰੋਜ਼ ਖਬਰ ਤਾਂ ਲੱਗਦੀ ਆ, ਚਾਹੇ ਖੂੰਜੇ ਲੱਗਦੀ ਆ, ਵਿਚਾਲੇ ਲੱਗਦੀ ਆ, ਉੱਪਰ ਲੱਗਦੀ ਆ, ਥੱਲੇ ਲੱਗਦੀ ਆ। ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਲੱਗਦਾ ਕਿ ਕੋਈ ਸਾਡਾ ਭਾਈ ਲੀਡਰ ਹੈਗਾ, ਪੁੱਤ ਤੂੰ ਲੀਡਰ ਦੇ ਤੌਰ ਦੇ ਉੱਤੇ ਸਥਾਪਿਤ ਹੋ ਚੱਲਿਆ, ਤੇਰੇ ਕੋਲ ਅਹੁਦਾ ਬਹੁਤਾ ਵੱਡਾ ਕੋਈ ਨਹੀਂ, ਪਰ ਤੂੰ ਯਾਤਰਾ ਕਰਨ ਲਈ ਵਧੀਆ ਹੋ ਗਿਆ। ਹੋ ਸਕਦਾ ਨਾਲ ਬੀਬੀ ਇਸ ਗੱਲੋਂ ਖੁਸ਼ ਹੈ, ਚੰਗਾ ਹੋਇਆ ਪੁੱਤ ਐਤਕੀ ਤੂੰ ਗਿਆ ਨਹੀਂ ਪ੍ਰਚਾਰ ਕਰਨ, ਸਰਕਾਰ ਇੱਕ ਬਣ ਗਈ ਘੱਟੋ ਘੱਟ। ਹੁਣ ਦੂਸਰੀ ਗੱਲ ਜਿਹੜੀ ਤੁਹਾਡੇ ਤੇ ਆ, ਮੈਂ ਤਾਂ ਤੁਹਾਡੇ ਨਾਲ ਹੀ ਆ। ਨਹੀਂ, ਤੁਸੀਂ ਰੱਖਣਾ ਪੈਣਾ ਨਾਲ, ਕੀ ਕਰੀਏ। ਰਾਹੁਲ ਗਾਂਧੀ ਹੋਰੀ ਕਹਿੰਦੇ ਕਿ ਜਿਹੜਾ ਮੀਡੀਆ, ਉਹਨਾਂ ਨੇ ਸਿੱਧਾ ਦੋਸ਼ ਲਾਇਆ, ਉਹ ਕਹਿੰਦੇ ਮੀਡੀਆ ਧਰਮ ਦੇ ਆਧਾਰ ਤੇ ਲੜਾਉਂਦਾ। ਮੈਂ ਕਹਿੰਦੇ ਯਾਤਰਾ ਕੀਤੀ, ਆਮ ਲੋਕਾਂ 'ਚ ਗਿਆ, ਇਦਾਂ ਦੀ ਕੋਈ ਗੱਲ ਨਹੀਂ, ਭਾਰਤੀ ਲੋਕ ਬੜੇ ਭਾਈਚਾਰਕ ਸਾਂਝ ਨਾਲ ਰਹਿੰਦੇ ਆ। ਹੁਣ ਸੰਧਾਲੀਆ ਸਾਹਿਬ ਰਾਹੁਲ ਗਾਂਧੀ ਆ, ਇਸ ਕਰਕੇ ਆਪਾਂ ਉਹਨਾਂ ਦੀ ਗੱਲ ਹਲਕੇ ਲੈ ਕੇ ਪਰੇ ਥੋੜੀ ਕਰ ਸਕਦੇ ਹਾਂ। ਇਹ ਸਾਨੂੰ ਵਿਚਾਰ ਕਰਨੀ ਪਊਗੀ। ਅਸੀਂ ਭਾਵੇਂ ਕਹਿੰਦੇ ਕਿ ਅਸੀਂ ਨਹੀਂ ਜੀ ਕਰਦੇ, ਇੱਦਾਂ ਕੋਈ ਹੋਰ ਕਰਦਾ, ਪਰ ਮੀਡੀਆ ਤਾਂ ਮੀਡੀਆ, ਸਾਰੇ ਹੀ ਉਹਦੇ ਪਰਿਵਾਰ ਦਾ ਹਿੱਸਾ, ਵੱਖ-ਵੱਖ ਚੈਨਲ, ਵੱਖ-ਵੱਖ ਅਖਬਾਰਾਂ, ਵੱਖ-ਵੱਖ ਰੇਡੀਓ ਸਟੇਸ਼ਨ। ਇਸ ਮੁੱਦੇ ਦੇ ਉੱਤੇ ਕਿਤੇ ਨਾ ਕਿਤੇ ਐਂ ਲੱਗਦਾ ਜਿੱਦਾਂ ਦੇ ਟਾਈਟਲ ਹੁੰਦੇ ਆ, ਥੰਬਨੇਲ ਹੁੰਦੇ ਆ, ਜਿੱਦਾਂ ਦੇ ਵਿਸ਼ੇ ਲੈ ਕੇ ਡਿਬੇਟ ਕਰਾਈ ਜਾਂਦੀ ਹੈ, ਆਮ ਲੋਕਾਂ ਦੇ ਭਾਵੇਂ ਚਿੱਤ ਚੇਤਾ ਵੀ ਨਹੀਂ ਹੋਵੇ, ਭਾਵੇਂ 2 ਬੰਦੇ ਖੋਖੇ ਦੇ ਬਾਹਰ ਬੈਠ ਕੇ ਇਕੱਠੇ ਚਾਹ ਪੀਂਦੇ ਹੋਣ, ਉੱਥੇ ਬਾਹਰਲੇ ਪਾਸੇ ਟੀਵੀ ਜਾਂ ਰੇਡੀਓ ਲੱਗਾ ਹੋਵੇ, ਉੱਥੇ ਡਿਬੇਟ ਚੱਲਦੀ ਹੋਵੇ ਕਿਸੇ ਟੀਵੀ ਤੇ, ਤਾਂ ਹੋ ਸਕਦਾ ਕਿ ਦੋਨੋਂ ਜਣੇ ਚਾਹ ਪੀਂਦੇ ਜਿਹੜੇ ਵੱਖ-ਵੱਖ ਧਰਮਾਂ ਦੇ ਹੁਣ ਬੜੇ ਆਰਾਮ ਨਾਲ ਬੈਠੇ ਸੀ, ਉਹਦੇ ਵੀ ਗਿੱਟੇ ਲਿਬੜੇ ਤੇ ਉਹਦੇ ਵੀ ਲਿਬੜੇ 4-4 ਫੁੱਟ ਪਰਾਂ ਹੋ ਜਾਂਦੇ ਹੁਣ ਕਿ ਭਾਈ ਅੱਛਾ ਇਹ ਆ। ਨਹੀਂ, ਪਰ ਮੈਨੂੰ ਲੱਗਦਾ ਵੀ ਇਹਦਾ ਅਸਰ ਉਹਨਾਂ ਹੁੰਦਾ ਨਹੀਂ। ਇਹ ਗੱਲ ਠੀਕ ਆ ਵੀ ਉਧਰੋਂ ਜੋ ਮਰਜ਼ੀ ਤੁਸੀਂ ਪਰੋਸੀ ਆ, ਸੋਸ਼ਲ ਮੀਡੀਆ ਅੱਜ ਦੀ ਡੇਟ ਦੇ ਵਿੱਚ ਕਿਤੇ ਘੱਟ ਅੱਗ ਚੱਲਦੀ ਉੱਤੇ, ਕੁਛ ਪਤਾ ਨਹੀਂ, ਮਤਲਬ ਆਈਡੀ ਤੁਸੀਂ ਜਿਹੜੀ ਮਰਜ਼ੀ ਬਣਾ ਲਓ, ਜੋ ਮਰਜ਼ੀ ਲਿਖੀ ਜਾਓ, ਉਦੋਂ ਬਾਅਦ ਤੁਸੀਂ ਜਿਹੋ ਜਿਹਾ ਕੰਮ ਉਹ 'ਚ ਪੇਸ਼ ਕਰਨਾ ਕਰ ਦਿਓ। ਇੱਕ IT ਸੈੱਲ ਨਾਂ ਦੀਆਂ ਚੀਜ਼ਾਂ ਆਪਾਂ ਵੇਖ ਲਈਆਂ
ਵੀ ਉਹ ਇੱਕੋ ਜਿਹੀਆਂ ਆਈਡੀਜ਼ ਦੇ ਉੱਪਰ ਬੰਦੇ ਲੱਗੇ ਨੇ, ਉਹਨਾਂ ਨੇ ਧੜਾ ਇੱਕੋ ਚੀਜ਼ ਸੁੱਟੀ ਜਾਣੀ ਹੈ ਜੀ। ਹੁਣ ਤੁਸੀਂ ਇਹ ਦੇਖੋ ਵੀ ਆਮ ਬੰਦਾ ਜਿਹਨੂੰ ਵਿਚਾਰ ਨੂੰ ਜਿਹਨੇ ਆਪਣਾ ਕੰਮ ਕਰਨਾ, ਨਿਆਣੇ ਪਾਲਣੇ, ਉਹ ਕਿਤੇ 2 ਮਿੰਟ ਨਹੀਂ 5 ਮਿੰਟ ਕੋ ਟਾਈਮ ਲਾ ਲੂ, ਜਦੋਂ ਬਹੁਤ ਚੰਗੀ ਚੀਜ਼ ਲੱਗੀ ਤੈਨੂੰ ਲਾਈਕ ਕਰ ਦੂਗਾ, ਨਹੀਂ ਤੇ ਇੱਕ ਅੱਧੀ ਟਿੱਪਣੀ ਕਰ ਦੂ। ਜਿਹੜੇ ਬੰਦਿਆਂ ਦੀ 8-10 ਘੰਟੇ ਡਿਊਟੀ ਇਹ ਆ ਵੀ ਤੁਸੀਂ ਬਸ ਧੜਾ ਇਹੋ ਕੁਛ ਹੀ ਖਿਲਾਰਨਾ, ਉਹਨਾਂ ਨੇ ਤੇ ਆਪਣੇ ਆਪ ਹੀ ਖਿਲਾਰਾ ਪਾਉਣਾ। ਪਰ ਮੈਨੂੰ ਲੱਗਦਾ ਵੀ ਹੁਣ ਲੋਕ, ਪਹਿਲਾਂ ਹੋ ਸਕਦਾ ਲੋਕਾਂ ਤੇ ਅਸਰ ਹੁੰਦਾ ਹੋਵੇ, ਹੁਣ ਲੋਕ ਇੰਨੇ ਕੁ ਸਮਝਦਾਰ ਤੇ ਹੋ ਗਏ, ਉਹ ਕਹਿੰਦਾ ਯਾਰ ਇਹ ਚੱਲਦਾ ਹੀ ਹੁੰਦਾ, ਇਹ ਨਹੀਂ ਕੋਈ ਗੱਲ, ਏਡੇ ਨਹੀਂ ਫਰਕ ਪੈਂਦਾ ਵੀ ਇਹ ਪਤਾ ਨਹੀਂ ਓਰੀਜਨਲ ਹੈ ਕਿ ਕੀ ਆ ਕੀ ਨਹੀਂ ਆ। ਮੈਨੂੰ ਲੱਗਦਾ ਵੀ ਸ਼ੁਰੂ 'ਚ ਇਹਦਾ ਅਸਰ ਬਹੁਤ ਜ਼ਿਆਦਾ ਸੀਗਾ। ਹੁਣ ਲੋਕਾਂ ਨੂੰ ਸਮਝ ਆ ਗਈ ਵੀ ਵੀਰ ਪ੍ਰੈਕਟੀਕਲ ਦੁਨੀਆ ਕਿਤੇ ਹੋਰ ਵੱਸਦੀ ਹੈ, ਸੋਸ਼ਲ ਮੀਡੀਆ ਦੀ ਨਫ਼ਰਤੀ ਦੁਨੀਆ ਕਿਤੇ ਹੋਰ ਵੱਸਦੀ। ਹਾਂ ਨਹੀਂ ਠੀਕ ਹੈ, ਜੇ ਇੱਦਾਂ ਸੰਧਾਲੀਆ ਸਾਹਿਬ ਹੋਵੇ ਤਾਂ ਬਹੁਤ ਵਧੀਆ। ਬਾਕੀ ਮੀਡੀਆ ਅਦਾਰਿਆਂ ਨੂੰ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ। ਜੇ ਦੇਸ਼ ਦੇ ਉੱਪਰਲੇ ਜਿਹੜੇ ਵੀਕ ਲੀਡਰ ਨੇ ਉਹਨਾਂ ਦੇ ਵਿੱਚੋਂ ਇੱਕ ਲੀਡਰ ਸਿੱਧੇ ਤੌਰ ਦੇ ਉੱਤੇ ਮੀਡੀਆ ਤੇ ਉਂਗਲੀ ਚੁੱਕਦਾ ਤੇ ਨਾਲ ਇਹ ਵੀ ਕਹਿੰਦਾ ਕਿ ਮੀਡੀਆ ਕਰਮੀ ਨਹੀਂ ਮਾੜੇ, ਪੱਤਰਕਾਰ ਨਹੀਂ ਮਾੜੇ, ਆ ਜਿਹੜੇ ਚੈਨਲਾਂ ਨੂੰ ਚਲਾਉਣ ਵਾਲੇ ਨੇ ਪਿੱਛੇ ਬੈਠ ਕੇ, ਜਦੋਂ ਉਹ ਕਹਿੰਦੇ ਆ ਕਿ ਤੁਸੀਂ ਕਰਨਾ ਹੀ ਆਹ ਆ, ਤੇ ਕਹਿੰਦੇ ਕਸੂਰ ਤਾਂ ਸਾਰਾ ਉਹਨਾਂ ਦਾ। ਸਰਕਾਰ ਕਹਿੰਦੇ ਕਿਤੇ ਮੋਦੀ ਸਾਹਿਬ ਚਲਾ ਰਿਹਾ, ਅਬਾਨੀ ਅਡਾਨੀ ਚਲਾ ਰਿਹਾ, ਤੁਸੀਂ ਹਿਸਾਬ ਲਾ ਲਓ। ਕਹਿੰਦੇ ਉਧਰਲੇ ਪਾਸਿਓਂ ਪ੍ਰੈਸ਼ਰ ਪੈਣਾ। ਬਾਕੀ ਦੇਖਦੇ ਆ ਰਾਹੁਲ ਗਾਂਧੀ ਹੋਰੀ ਹੁਣ ਜਦੋਂ ਕਸ਼ਮੀਰ ਜਾਂਦੇ ਆ, ਪੰਜਾਬ ਆਉਂਦੇ ਆ, ਅੱਧਾ ਹਰਿਆਣਾ ਅੱਜ ਰਹਿੰਦਾ, ਹੋ ਸਕਦਾ ਹਿਮਾਚਲ ਵੀ 2 ਮਿੰਟ ਲਾ ਆਉਣ, ਰਿਸਪੌਂਸ ਕਿੱਦਾਂ ਦਾ ਮਿਲਦਾ। ਰਾਜਸਥਾਨ ਦੇ ਵਿੱਚ ਵੋਟਾਂ ਨੇ, ਹਰਿਆਣੇ ਦੇ ਵਿੱਚ ਚੋਣਾਂ ਨੇ, ਸਾਰਾ ਧਿਆਨ ਹੁਣ ਲੋਕਾਂ ਦਾ ਉਧਰਲੇ ਪਾਸੇ ਹੋਊਗਾ। ਪਰ ਇੱਕ ਗੱਲ ਮੰਨਣੀ ਪਊ, ਸ਼ੁਰੂ ਦੇ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਕਿਸੇ ਨੇ ਵੀ ਗੰਭੀਰਤਾ ਦੇ ਨਾਲ ਨਹੀਂ ਸੀ ਲਿਆ। ਪਰ ਜੇ ਹੁਣ ਮੀਡੀਆ 'ਚ, ਸੋਸ਼ਲ ਮੀਡੀਆ 'ਚ ਇਹ ਆਉਂਦਾ ਕਿ ਰਾਹੁਲ ਗਾਂਧੀ ਦੇ ਬੂਟਾਂ ਦੇ ਤਸਮੇ ਕਿੰਨੇ ਬੰਨੇ, ਰਾਹੁਲ ਗਾਂਧੀ ਨੇ ਕਿਸੇ ਦਾ ਮੋਬਾਈਲ ਫੋਨ ਸੈਲਫੀ ਲੈਂਦੇ ਦਾ ਫੜ ਕੇ ਇਦਾਂ ਕਰ ਦਿੱਤਾ, ਜਾਂ ਰਾਹੁਲ ਗਾਂਧੀ ਦੀ ਦਾੜੀ ਦੇ ਕਿੰਨੇ ਵਾਲ ਚਿੱਟੇ ਹੋ ਗਏ ਤੇ ਕਿੰਨੇ ਕਾਲੇ ਹੋ ਗਏ, ਜਾਂ ਰਾਹੁਲ ਗਾਂਧੀ ਦੇ ਪੈਰਾਂ ਦੇ ਉੱਤੇ ਪੱਟੀ ਵੱਜੀ ਹੈ, ਜਾਂ ਰਾਹੁਲ ਗਾਂਧੀ ਕਿਹੜੇ ਸੂਬੇ ਦੇ ਵਿੱਚ ਜਾ ਕੇ ਕੀ ਬਿਆਨ ਦਿੰਦੇ ਆ, ਇਹਦਾ ਮਤਲਬ ਨੋਟਿਸ ਤਾਂ ਲਿਆ ਜਾ ਰਿਹਾ ਨਾ। ਇਹ ਦੇਖੋ ਨੋਟਿਸ ਤੇ ਅਗਲੇ ਕਰਨਗੇ। ਜੇ ਅਗਲਾ ਬੰਦਾ ਕਹਿੰਦਾ ਮੈਨੂੰ ਡੀਫੇਮ ਕਰਨ ਲਈ ਇੰਨਾ ਕੁਝ ਕੀਤਾ ਗਿਆ ਤੇ ਹੁਣ ਦੁਬਾਰਾ ਉਹ ਆਖੇ ਵੀ ਮੈਂ ਫੇਮ 'ਚ ਆ ਜਾਣਾ, ਇਦਾਂ ਕਿੱਦਾਂ? ਨਹੀਂ ਠੀਕ ਆ ਮਹਾਰਾਜ, ਨਹੀਂ ਮਤਲਬ ਇੱਕ ਪੰਜਾਬੀ ਤੇ ਕਹਿੰਦਾ ਇਦਾਂ ਫਿਰ ਕਿੱਦਾਂ, ਮਤਲਬ ਜ਼ੀਰੇ ਵਾਲੇ ਪਾਸੇ ਚੱਲੀਏ ਤਾਂ ਜ਼ੀਰੇ ਵਾਲੇ ਪਾਸੇ ਕਿਉਂਕਿ ਸੰਘਰਸ਼ ਜਿਹੜਾ ਉਸੇ ਤਰ੍ਹਾਂ ਚੱਲ ਰਿਹਾ, ਤੇ ਸੰਘਰਸ਼ ਹੁਣ ਇਹ ਆ ਕਿ ਵੀ ਜਿਹੜੀ ਲੋਕਾਂ ਦੀ ਗੱਲ ਸੀਗੀ ਉਹ ਹੁਣ ਕਿਤੇ ਨਾ ਕਿਤੇ ਅਦਾਲਤ ਦੇ ਵਿੱਚ ਵੀ ਕਹਿੰਦੇ ਵੀ ਜਾ ਕੇ ਸਾਬਤ ਹੋਣ ਲੱਗ ਪਈ ਹੈ, ਲੋਕਾਂ ਦੀ ਗੱਲ ਸੁਣੀ ਤੇ ਜਾ ਰਹੀ। ਇਹ ਆਪਾਂ ਉਦੋਂ ਵੀ ਗੱਲ ਕਰਦੇ ਸੀ ਵੀ ਯਾਰ ਜੇ ਇੰਨਾ ਕੁਝ ਉੱਥੇ ਪ੍ਰੈਕਟੀਕਲੀ ਹੋ ਰਿਹਾ ਤੇ ਇਹ ਗੱਲ ਹੈ ਨਹੀਂ ਕਿ ਕਾਨੂੰਨ ਉਹਨੂੰ ਅੱਖੋਂ ਪਰੋਖੇ ਕਰ ਦੇਵੇ, ਜਾਂ ਜੱਜ ਸਾਹਿਬ ਦੇ ਸਾਹਮਣੇ ਉਹ ਗੱਲਾਂ ਆਉਣ ਤੇ ਜੱਜ ਸਾਹਿਬ ਆਖਣ ਵੀ ਨਹੀਂ ਯਾਰ ਇਦਾਂ ਹੈ ਨਹੀਂ, ਵੀ ਕਾਗਜ਼ੀ ਬੋਲਦੇ ਨੇ, ਸਾਰਾ ਕੁਝ ਕਾਗਜ਼ ਨਹੀਂ ਬੋਲਦਾ ਹੁੰਦਾ, ਕੁਝ ਚੀਜ਼ਾਂ ਪ੍ਰੈਕਟੀਕਲੀ ਵੀ ਬੋਲਦੀਆਂ ਜੀ। ਪਰ ਹੁਣ ਜਿੱਦਾਂ ਉਹ ਕੰਮ ਤੁਰ ਪਿਆ ਤੇ ਨਾਲ ਕਹਿੰਦੇ ਜਿਹੜੀਆਂ ਕਮੇਟੀਆਂ ਬਣਾਈਆਂ ਸੀ ਉਹਨਾਂ ਕਮੇਟੀਆਂ ਨੇ ਵੀ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ ਆ। ਇਹਦਾ ਮਤਲਬ ਫਿਰ ਹੁਣ ਹੌਲੀ ਹੌਲੀ ਆਸ ਉਮੀਦ ਕਰੀਏ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ। ਸੰਧਾਲੀਆ ਸਾਹਿਬ 6 ਹਫ਼ਤੇ ਬਾਅਦ ਅਦਾਲਤ ਦੇ ਵਿੱਚ ਸੁਣਵਾਈ ਹੈ, ਉਦੋਂ ਤੱਕ ਸਰਕਾਰ ਦੀਆਂ ਕਮੇਟੀਆਂ ਨੇ ਰਿਪੋਰਟ ਦੇਣੀ ਹੈ, ਪੰਜਾਬ ਸਰਕਾਰ ਨੇ ਕੁਝ ਕਦਮ ਚੱਕਣੇ ਆ। ਜਿਹੜਾ ਸਾਂਝਾ ਮੋਰਚਾ ਬਣਿਆ ਹੋਇਆ ਉਸ ਫੈਕਟਰੀ ਦੇ ਖਿਲਾਫ, ਜ਼ੀਰੇ ਵਾਲੀ ਦੇ ਖਿਲਾਫ, ਉਹਨੇ ਵੀ ਆਪਣੀਆਂ ਗਤੀਵਿਧੀਆਂ ਕਰਨੀਆਂ। ਪਰ 3 ਕੁ ਡਿਵੈਲਪਮੈਂਟਸ ਹੈਗੀਆਂ ਪਿਛਲੇ ਦਿਨਾਂ ਦੇ ਵਿੱਚ, ਜਾਣੀ ਕਿ ਘੰਟਿਆਂ 'ਚ। ਇੱਕ ਤਾਂ ਜਦੋਂ ਸਰਕਾਰ ਨੇ ਕਮੇਟੀਆਂ ਬਣਾਤੀਆਂ ਸੀ ਨਾ, ਉਹਦੇ ਉੱਤੇ ਸਾਂਝੇ ਮੋਰਚੇ ਨੇ ਇਤਰਾਜ਼ ਕੀਤਾ ਸੀ। ਉਹ ਕਹਿੰਦੇ ਜੀ ਦੇਖੋ ਕਮੇਟੀਆਂ ਤਾਂ ਬਣਾਤੀਆਂ, ਪਰ ਜਿੰਨੇ ਮੈਂਬਰ ਅਸੀਂ ਕਿਹਾ ਸੀ ਕਿ ਸਰਕਾਰ ਕਮੇਟੀਆਂ 'ਚ ਲਵੇ, ਸਾਡੇ ਉਹਨੇ ਨਹੀਂ ਲੈ, ਥੋੜੇ ਲਏ ਆ। ਦੂਸਰਾ ਉਹਨੇ ਕਿਹਾ ਸੀ ਕਿ ਜਿਹੜੇ ਬੰਦੇ ਸਾਡੇ ਲਏ ਆ ਉਹ ਤੁਸੀਂ ਪਰਚੇ ਕਰਕੇ ਚੱਕ ਕੇ ਅੰਦਰ ਦੇਤੇ ਆ, ਸਾਡੇ ਵੱਲੋਂ ਕਮੇਟੀਆਂ 'ਚ ਸ਼ਾਮਲ ਕੌਣ ਹੋਊਗਾ? ਚਲੋ ਗੱਲ ਤਾਂ ਜਾਇਜ਼ ਸੀ। ਫਿਰ ਉਹ ਕਮੇਟੀਆਂ ਵਾਲੇ ਸਾਂਝੇ ਮੋਰਚੇ ਵਾਲਿਆਂ ਦੇ ਕੋਲੇ ਆਏ ਸੰਘਰਸ਼ ਦੇ ਵਿੱਚ ਕਿ ਅਸੀਂ ਆਏ ਹਾਂ ਜੀ, ਅਸੀਂ ਪਾਣੀ ਵਾਲੀ ਕਮੇਟੀ ਵਾਲੇ, ਅਸੀਂ ਪੱਠਿਆਂ ਵਾਲੀ ਕਮੇਟੀ ਵਾਲੇ, ਅਸੀਂ ਹਵਾ ਵਾਲੀ ਕਮੇਟੀ ਵਾਲੇ, ਅਸੀਂ ਇਹਦੇ ਵਾਲੀ ਕਮੇਟੀ ਵਾਲੇ, ਵੀ ਤੁਸੀਂ ਸਾਡੇ ਨਾਲ ਚਲੋ, ਆਪਾਂ ਨਮੂਨੇ ਲੈਣੇ ਆ। ਉਹ ਕਹਿੰਦੇ ਅਸੀਂ ਨਹੀਂ ਜਾ ਸਕਦੇ, ਪਹਿਲਾਂ ਸਾਡੇ ਬੰਦੇ ਛੱਡੋ। ਉਹਨਾਂ ਨੇ ਜਾ ਕੇ ਚਲੋ 2 4 5 ਥਾਵਾਂ ਤੋਂ ਆਪ ਨਮੂਨੇ ਲਏ, ਸੈਂਪਲ ਲਏ, ਲੈਬੋਰਟਰੀ 'ਚ ਭੇਜਣਗੇ, ਉੱਥੋਂ ਕੋਈ ਰਿਪੋਰਟਾਂ ਆਉਣਗੀਆਂ। ਪਰ ਇਹਦੇ ਵਿੱਚ ਹੀ ਸਰਕਾਰ ਥੋੜ੍ਹੀ ਨਰਮ ਹੋਈ ਹੈ ਸੰਧਾਲੀਆ ਸਾਹਿਬ। ਦਰਜਨਾਂ ਲੋਕਾਂ ਦੇ ਪਰਚੇ ਕਰਕੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਤਾਂ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਕੇਸ ਪਾਏ ਗਏ ਸੀ। ਹੁਣ ਜਦੋਂ ਸਰਕਾਰ ਨੇ ਦੇਖਿਆ ਕਿ ਭਾਈ ਕਮੇਟੀਆਂ ਤਾਂ ਆਪਾਂ ਹੀ ਸੈਂਪਲ ਲੈਂਦੀਆਂ, ਗੱਲ ਬਣਦੀ ਨਹੀਂ, ਉਹਨਾਂ ਨੇ ਫਿਰ ਰਾਤ ਨੂੰ ਫੈਸਲਾ ਕਰਤਾ ਸੀ ਕਿ ਭਾਈ ਇਹ ਸਾਰੇ ਬੰਦੇ ਬਿਨਾਂ ਸ਼ਰਤਾਂ ਰਿਹਾ ਕਰ ਦੇਣੇ। ਇਹ ਸਾਂਝੇ ਮੋਰਚੇ ਦੀ ਵੱਡੀ ਅਚੀਵਮੈਂਟ ਹੈ, ਕਿਉਂਕਿ ਟਰਾਲੀਆਂ ਲੱਗਣ ਲੱਗ ਪਈਆਂ ਸੀ ਜਿੱਦਾਂ ਦਿੱਲੀ ਲੱਗਦੀਆਂ ਸੀ। ਉਹ ਪਰ ਰਾਤ ਨੂੰ ਛੱਡੇ ਨਹੀਂ ਜਾ ਸਕੇ। ਹੁਣ ਤੜਕੇ ਪਤਾ ਲੱਗਾ ਕਿ ਜਿੰਨੇ ਵੀ ਬੰਦੇ ਨੇ ਉਹ ਸਾਰੇ ਦੇ ਸਾਰੇ ਰਿਹਾ ਕਰ ਦਿੱਤੇ ਗਏ। ਜੇ ਕੋਈ ਰਹਿ ਗਿਆ ਹੋਊਗਾ ਤਾਂ ਪਤਾ ਨਹੀਂ, ਪਰ ਸਰਕਾਰ ਨੇ ਬਿਨਾਂ ਸ਼ਰਤ ਜਿਹੜੇ ਬੰਦੇ ਪਿਛਲੇ ਦਿਨੀ ਹਿਰਾਸਤ 'ਚ ਲੈ ਕੇ ਜੇਲ੍ਹ ਭੇਜੇ ਸੀ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰ ਦਿੱਤਾ। ਤੇ ਹੁਣ ਉਮੀਦ ਹੈ ਕਿ ਭਾਈ ਉਹ ਜਿਹੜੀਆਂ ਕਮੇਟੀਆਂ ਨੇ ਪੰਜਾਬ ਸਰਕਾਰ ਦੁਆਰਾ, ਮੁੱਖ ਮੰਤਰੀ ਸਾਹਿਬ ਦੁਆਰਾ ਬਣਾਈਆਂ, ਉਹ ਸਾਂਝਾ ਮੋਰਚਾ ਦਾ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਦਾ ਸਮੂਹ ਹੈ, ਗਰੁੱਪ ਹੈ, ਉਹ ਹੋ ਸਕਦਾ ਆਪਣੇ ਨੁਮਾਇੰਦੇ ਹੁਣ ਉਹਨੂੰ ਦੇ ਦੇਣ ਕਿ ਭਾਈ ਜਾਓ, ਜਾ ਕੇ ਨਮੂਨੇ ਲਾਓ ਤੇ ਜਾ ਕੇ ਆਪਾਂ ਫਿਰ ਟੈਸਟ ਕਰਾ ਕੇ ਰਿਪੋਰਟਾਂ ਅਦਾਲਤ 'ਚ ਦੇਈਏ। ਵੈਸੇ ਨਾ ਇੱਕ ਬੇਨਤੀ ਆਪਾਂ ਹੁਣ ਦੋਵਾਂ ਧਿਰਾਂ ਨੂੰ ਕਰਦੇ ਹਾਂ ਜੀ। ਇੱਕ ਤੇ ਸਾਂਝੇ ਮੋਰਚੇ ਵਾਲੇ ਬੰਦੇ ਜਿਹੜੇ ਨੇ ਉਹ ਵੀ ਜ਼ਰੂਰ ਨਾਲ ਜਾਣ ਜੀ। ਵੀ ਜੇ ਕਮੇਟੀ ਵਾਲੇ ਆਂਦੇ ਵੀ ਅਸੀਂ ਜੀ ਸੈਂਪਲ ਲੈਣਾ ਤਾਂ ਉਹਨਾਂ ਵੀ ਆ ਵੀਰ ਅਸੀਂ ਚੱਲੇ ਤੇਰੇ ਨਾਲ, ਅਸੀਂ ਤੈਨੂੰ ਵਿਖਾਉਣੇ ਵੀ ਆ ਫਲਾਣੇ ਥਾਂ ਤੋਂ ਸੈਂਪਲ ਲਓ, ਇਸ ਨਲਕੇ ਦਾ ਸੈਂਪਲ ਲਓ, ਇਸ ਬੋਰ ਦਾ ਸੈਂਪਲ ਲਓ,
ਆ ਇੱਥੇ ਜੀ ਡੰਗਰ ਵਛਾ ਇਹਨਾਂ ਦਾ ਢਿੱਲਾ ਮੱਠਾ, ਇਹਨਾਂ ਬਾਰੇ ਪਤਾ ਕਰੋ, ਇੱਥੇ ਫਲਾਣੇ ਥਾਂ ਤੋਂ ਸਾਨੂੰ ਇਸ ਚੀਜ਼ ਦਾ ਸ਼ੱਕ ਆ ਵੀ ਇਹਦਾ ਸੈਂਪਲ ਮਿੱਟੀ ਦਾ ਜ਼ਰੂਰ ਹੋਣਾ ਚਾਹੀਦਾ। ਦੂਸਰੇ ਪਾਸੇ ਜਿਹੜੇ ਕਮੇਟੀਆਂ ਵਾਲੇ ਬੰਦੇ ਨੇ ਉਹ ਕਾਹਲੀ ਨਾ ਕਰਨ ਵੀ ਨਹੀਂ ਹੋਰ ਨਹੀਂ ਸੈਂਪਲ ਲੈਣਾ, ਅਸੀਂ ਬਸ ਆ 2 ਸ਼ੀਸ਼ੀਆਂ ਭਰ ਲੈਣ, ਤੀਜੀ 'ਚ ਪਾਉਣੀ ਨਹੀਂ ਮਿੱਟੀ ਜੀ। ਉਹ ਆਖਣ ਵੀਰ ਜੇ ਚੌਥੀ ਸ਼ੀਸ਼ੀਆਂ ਨੇ ਤੇ ਉਹ ਵੀ ਭਰ ਲੈਂਦੇ। ਬਿਲਕੁਲ ਠੀਕ ਹੈ, ਕਿਉਂਕਿ ਆਲਰੇਡੀ ਟਾਈਮ ਲੰਘ ਗਿਆ ਨਾ। ਹੁਣ ਮੰਨ ਲਓ ਜੇ ਸਾਰਾ ਕੁਝ ਕਰਦਿਆਂ ਕਤਰਦਿਆਂ 15-20 ਦਿਨ ਮਹੀਨਾ ਖੰਡ ਹੋਰ ਨਿਕਲ ਜਾਂਦਾ ਐਂਡ 1.5-2 ਮਹੀਨੇ ਬਾਅਦ ਆਣ ਕੇ ਫਿਰ ਕੋਈ ਨਾ ਕੋਈ ਗੱਲ ਇਹੋ ਜਿਹੀ ਨਿਕਲ ਆਏ, ਉਹ ਅਸੀਂ ਜਿਹੜੇ ਨਲਕੇ ਤੋਂ ਆਖਿਆ ਜੀ ਉੱਥੋਂ ਇਹਨਾਂ ਬੋਤਲ ਨਹੀਂ ਭਰੀ ਜੀ, ਐਵੇਂ ਮੁੱਦਾ ਹੀ ਬਣਨਾ ਹੁੰਦਾ। ਬਿਲਕੁਲ ਠੀਕ ਹੈ। ਅਗਲੇ ਕਹਿਣ ਨਹੀਂ ਜੀ ਉਹਦੀ ਲੋੜ ਨਹੀਂ ਸੀ ਹੈਗੀ, ਅਸੀਂ ਲਾ ਕੇ ਟਿਊਬਵੈੱਲ ਤੋਂ ਪਾਣੀ ਭਰ ਲਿਆ ਸੀ। ਉਹ ਕਹਿੰਦੇ ਨਹੀਂ, ਇਹ ਟਿਊਬਵੈੱਲ ਨਹੀਂ ਨਲਕੇ 'ਚ ਨੁਕਸ ਹੈ। ਉਹ ਜਿੰਨੀ ਵਧੀਆ ਤਸੱਲੀ ਦੇ ਨਾਲ ਹੁਣ ਸੈਂਪਲ ਲੈ ਲਏ ਜਾਣਗੇ, ਉਨੇ ਹੀ ਵਧੀਆ ਤਸੱਲੀ ਵਾਲੇ ਨਤੀਜੇ ਆ ਜਾਣਗੇ ਤੇ ਉੱਥੇ ਗੱਲ ਕਲੀਅਰ ਹੋ ਜੂਗੀ ਵੀ ਕਿੱਥੇ ਕਿਹੜੀ ਚੀਜ਼ 'ਚ ਕਿੰਨਾ ਨੁਕਸ ਹੈ ਤੇ ਸਰਕਾਰ ਨੂੰ ਫੈਸਲਾ ਲੈਣਾ ਸੌਖਾ ਹੋ ਜੂ। ਸੰਧਾਲੀਆ ਸਾਹਿਬ ਬਹੁਤ ਜ਼ਰੂਰੀ ਹੈ। ਮੈਂ ਤਾਂ ਇਹ ਵੀ ਕਹਿੰਦਾ ਕਿ ਨਮੂਨੇ ਲਾਓ ਤੇ ਮਿੱਟੀ ਥੋੜ੍ਹੀ ਜ਼ਿਆਦਾ ਭਰ ਲਿਓ, ਪਾਣੀ ਦੀਆਂ ਬੋਤਲਾਂ 2-2 ਭਰ ਲਿਓ। ਜੇ ਸਰਕਾਰ ਕਹਿੰਦੀ ਹੈ ਕਿ ਅਸੀਂ ਇੱਕ ਜਗ੍ਹਾ ਤੋਂ ਟੈਸਟ ਕਰਾਉਣੇ ਆ, ਸਾਂਝਾ ਮੋਰਚਾ ਕਹਿੰਦਾ 2 ਤੋਂ ਕਰਾਉਣੇ ਆ, ਤਾਂ ਭਗਵੰਤ ਮਾਨ ਸਾਹਿਬ 3 ਜਗ੍ਹਾ ਤੋਂ ਕਰਾ ਦਿਓ ਟੈਸਟ। ਬਾਹਰਲੇ ਸੂਬੇ ਦੀ ਲੈਬੋਰਟਰੀ ਤੋਂ ਵੀ ਕਰਾ ਦਿਓ ਟੈਸਟ, ਇੱਕ ਵਾਰੀ ਤਸੱਲੀ ਕਰਾ ਦਿਓ। ਜੇ ਫੈਕਟਰੀ ਦਾ 2% ਵੀ ਉਸ ਪ੍ਰਦੂਸ਼ਣ ਦੇ ਵਿੱਚ ਹਿੱਸਾ ਆਉਂਦਾ, ਬੰਦ ਕਰ ਦਿਓ, ਸ਼ਟਰ ਸਟਾਰਟ ਦਿਓ। ਸਾਂਝੇ ਮੋਰਚੇ ਵਾਲੇ ਲੀਡਰਾਂ ਦੇ ਗਲਾਂ 'ਚ ਹਾਰ ਪਾਓ ਕਿ ਭਾਈ ਤੁਸੀਂ ਸੰਘਰਸ਼ ਕੀਤਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੁਹਾਡੇ ਸਦਕੇ ਹੋਇਆ। ਹਾਂ, ਜੇ 3-3 4-4 ਜਗ੍ਹਾ ਦੇ ਉੱਤੋਂ ਜਿੱਥੋਂ ਕਿਸਾਨ ਮੋਰਚੇ ਵਾਲੇ ਜਾਂ ਸਾਂਝੇ ਮੋਰਚੇ ਵਾਲੇ ਕਹਿੰਦੇ ਕਿ ਭਾਈ ਟੈਸਟ ਕਰਾਉਣੇ ਆ, ਜਿੱਥੋਂ ਕਹਿੰਦੇ ਨਮੂਨੇ ਲਾਓ, ਜਿੱਥੋਂ ਕਹਿੰਦੇ ਉਹਦਾ ਟੈਸਟ ਦਾ ਰਿਪੋਰਟ ਲਿਆਓ, ਤੇ ਜੇ ਫੇਰ ਵੀ ਕੋਈ ਗੱਲ ਵਿੱਚੋਂ ਨਹੀਂ ਆਉਂਦੀ ਫਿਰ ਉਹ ਮੋਰਚੇ ਵਾਲਿਆਂ ਨੂੰ ਵੀ ਸੋਚਣਾ ਪਊਗਾ ਕਹਾਣੀ ਕੀ ਹੈ। ਹਾਂ, ਵੈਸੇ ਇੱਕ ਗੱਲ ਹੈਗੀ ਹੈ, ਹੋ ਸਕਦਾ ਕਿ ਮੋਰਚਾ ਕੱਲ੍ਹ ਨੂੰ ਉੱਠ ਜਾਏ, 10 ਦਿਨਾਂ ਨੂੰ ਉੱਠ ਜਾਏ, ਜਿੱਤ ਕੇ ਉੱਠ ਜਾਏ। ਮਾਨ ਸਾਹਿਬ ਦੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਘਟਦੀ, ਵਿਰੋਧੀ ਧਿਰਾਂ ਦੀ ਵੀ ਜ਼ਿੰਮੇਵਾਰੀ ਨਹੀਂ ਘਟਦੀ ਜਿਹੜੀਆਂ ਪਿਛਲੇ ਸਮੇਂ 'ਚ ਸਰਕਾਰਾਂ ਚਲਾਉਂਦੀਆਂ ਰਹੀਆਂ। ਜੇ ਇਦਾਂ ਦਾ ਕੰਮ ਨਹੀਂ ਵੀ ਨਿਕਲਦਾ ਕਿ ਨਹੀਂ ਜੀ ਫੈਕਟਰੀ ਕਰਕੇ ਨਹੀਂ ਹੋਇਆ ਪ੍ਰਦੂਸ਼ਣ, ਪਰ ਪਾਣੀ ਖਰਾਬ ਹੈ, ਇਹ ਸੱਚ ਹੈ। ਹਵਾ ਖਰਾਬ ਹੈ, ਉਹਦਾ ਮਿਆਰ ਘਟਿਆ, ਇਹ ਸੱਚ ਹੈ। ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ, ਇਹ ਸੱਚ ਹੈ। ਕਿਹਦੇ ਕਰਕੇ ਲੱਗ ਰਹੀਆਂ, ਕਾਰਨ ਕੀ ਆ, ਉਹ ਵੀ ਸਰਕਾਰ ਨੇ ਲੱਭਣਾ, ਲੋਕਾਂ ਨੇ ਥੋੜ੍ਹੀ ਲੱਭਣਾ। ਸਰਕਾਰ ਦੀ ਡਿਊਟੀ ਤਾਂ ਜਦੋਂ ਇਹ ਮੋਰਚਾ ਉੱਠ ਵੀ ਗਿਆ ਉਦੋਂ ਸ਼ੁਰੂ ਹੋਣੀ ਹੈ। ਨਹੀਂ ਹੋਣੀ ਬਿਲਕੁਲ। ਇੱਕ ਤੇ ਆਪਾਂ ਇਹ ਵੀ ਬੇਨਤੀ ਕਰ ਦਿੰਦੇ ਹਾਂ ਵੀ ਇਹਨੂੰ ਥੋੜ੍ਹਾ ਜਿਹਾ ਜ਼ਿਆਦਾ ਗੰਭੀਰਤਾ ਨਾਲ ਲੈਣ ਦੀ ਲੋੜ ਆ। ਪਤਾ ਕਿਉਂ? ਇਹਦੇ ਤੋਂ ਇੱਕ ਉਦਾਹਰਨ ਸੈੱਟ ਹੋਣੀ ਆ। ਉਦਾਹਰਨ ਇਹ ਸੈੱਟ ਹੋਣੇ ਆ ਵੀ ਜੋ ਵੀ ਨਤੀਜਾ, ਜੋ ਫੈਸਲਾ ਅਦਾਲਤ ਨੇ ਦੇਤਾ ਜਾਂ ਕੱਲ੍ਹ ਨੂੰ ਸਰਕਾਰ ਨੇ ਕਰ ਲਿਆ ਫੈਸਲਾ, ਜਾਂ ਲੋਕਾਂ ਦੇ ਸੰਘਰਸ਼ ਦੀ ਇੱਕ ਉਦਾਹਰਨ ਸੈੱਟ ਹੋਊਗੀ ਜਿੱਦਾਂ ਕਿਸਾਨ ਸੰਘਰਸ਼ ਵੇਲੇ ਹੋਈ ਸੀ। ਕੱਲ੍ਹ ਨੂੰ ਪੰਜਾਬ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਲੋਕਾਂ ਨੂੰ ਲੱਗਦਾ ਵੀ ਯਾਰ ਇੱਥੇ ਵੀ ਉੱਦਾਂ ਦੀ ਮੁਸ਼ਕਿਲ ਹੈ ਜੀ, ਉਸੇ ਵੇਲੇ ਉਹ ਸਾਰਾ ਕੁਛ ਚੱਕ ਚਕਾ ਕੇ ਤੇ ਅਗਲੇ ਕਹਿਣ ਵਾਲੇ ਬਣਨਗੇ ਵੀ ਵੀਰ ਮੇਰੇ ਉਹ ਮਸਲਾ ਅਸੀਂ ਇੱਦਾਂ ਹੱਲ ਕੀਤਾ ਸੀ, ਇਹਦਾ ਵੀ ਸੇਮ ਹੀ ਆਪਰੇਸ਼ਨ ਕਰਕੇ ਵੇਖ ਲਓ ਤਾਂ ਜੋ ਆਪਾਂ ਨੂੰ ਪਤਾ ਲੱਗ ਜਾਏ ਵੀ ਨੁਕਸ ਕਿੱਥੇ ਹੈ ਜੀ। ਉਹ ਜਿੰਨੀ ਛੇਤੀ ਹੋ ਜਾਊਗਾ ਉਨਾ ਹੀ ਚੰਗਾ। ਪਰ ਇੱਕ ਮੈਨੂੰ ਪਤਾ ਨਹੀਂ ਕਿਤੇ ਨਾ ਕਿਤੇ ਮੇਰੇ ਮਨ 'ਚ ਤੌਖਲਾ ਵੀ ਉਹ ਫੈਕਟਰੀ ਕਿਹੜਾ ਵੀ ਅੱਜ ਲੱਗੀ ਜਾਂ ਚੰਦ ਮਹੀਨੇ ਪਹਿਲਾਂ ਲੱਗੀ, ਉਹ ਜਦੋਂ ਦੀ ਲੱਗੀ ਆ ਤੇ ਜਦੋਂ ਦਾ ਕੰਮ ਚੱਲਦਾ ਤੇ ਉਹਦੇ ਪਿੱਛੇ ਕਿਹੜੇ ਕਾਰਨ ਰਹੇ ਹੋਣਗੇ ਵੀ ਇੱਕ ਜਗ੍ਹਾ ਦੇ ਉੱਪਰ ਪ੍ਰਦੂਸ਼ਣ ਹੈਗਾ, ਕੁਛ ਕਿਲੋਮੀਟਰ ਦੇ ਉੱਪਰ ਜਾ ਕੇ ਪਾਣੀ ਖਰਾਬ ਆ, ਕੁਛ ਜਗ੍ਹਾ ਦੇ ਉੱਪਰ ਪਾਣੀ ਠੀਕ ਆ। ਉਹ ਜਿਹੜਾ ਪੈਚਿਸ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ, ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਉਹ ਆਖਣ ਵੀ ਕੁਛ ਤਾਂ ਦੇਖੋ ਜੀ ਆਹ ਫਲਾਣੇ ਥਾਂ ਤੋਂ ਲਏ ਸੈਂਪਲ ਠੀਕ ਨੇ, ਆਹ ਜਿਹੜੇ ਸੈਂਪਲ ਗਲਤ ਨੇ, ਇਹਦੇ 'ਚ ਇਹਦਾ ਕਸੂਰ ਹੈ ਨਹੀਂਗਾ, ਇਹਦੇ 'ਚ ਇਹਦਾ ਕਸੂਰ ਬਣਦਾ ਆ। ਤੇ ਕੱਲ੍ਹ ਨੂੰ ਕੋਈ ਨਵਾਂ ਰੇੜਕਾ ਪੈ ਜੇ ਵੀ ਅੱਛਾ ਫਿਰ ਯਾਰ ਬਾਕੀ ਦਾ ਠੀਕ ਆ, ਆਹ ਜਿਹੜਾ ਲਾਲ ਕੁਕੜੀ ਦਾ ਆਂਡਾ ਸੀ ਫਿਰ ਕਿੰਨੇ ਭੰਨਿਆ। ਹਾਂ, ਇਹ ਪਿੱਛੇ ਦੱਸੋ ਜਿਹੜਾ ਮੇਰੇ ਪੈਰ ਥੱਲੇ ਆ ਗਿਆ ਨਾ। ਆ ਵੀ ਮਤਲਬ ਇਹਦਾ ਹੱਲ ਸਾਇੰਟੀਫਿਕ ਹੋਣਾ ਚਾਹੀਦਾ, ਕਿਉਂਕਿ ਹੋ ਸਕਦਾ ਵੀ ਇੱਥੋਂ ਇੱਕ ਟਰਨਿੰਗ ਪੁਆਇੰਟ ਵੀ ਹੋ ਜਾਵੇ। ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਆਪਾਂ ਕਈ ਤਰ੍ਹਾਂ ਨਾਲ ਦੇਖਦੇ ਆਉਂਦੇ ਹਾਂ ਵੀ ਉਹ ਜੀ ਬੁੱਢੇ ਨਾਲੇ ਦਾ ਪ੍ਰਦੂਸ਼ਣ ਆ ਜੀ। ਇਸ ਤੋਂ ਇਲਾਵਾ ਆਪਾਂ ਜਿਹੜਾ ਨੀਮ ਪਹਾੜੀ ਖੇਤਰ ਹੈ ਉਹਨਾਂ ਥਾਵਾਂ ਦੇ ਉੱਪਰ ਕਈ ਵਾਰਾਂ ਫੈਕਟਰੀਆਂ ਲੱਗੀਆਂ ਦਾ ਰੌਲਾ ਰੱਪਾ ਸੁਣਿਆ। ਫਿਰ 1-2 ਵਾਰ ਆਪਾਂ ਬਾਰਡਰ ਏਰੀਏ ਦੇ ਵਿੱਚ ਸੁਣਿਆ ਜੀ ਉਹ ਫਾਜ਼ਿਲਕਾ ਵਾਲੇ ਪਾਸੇ ਮਹਾਰਾਜ ਇੱਧਰ ਕਾਹਦਾ ਪ੍ਰਦੂਸ਼ਣ ਤੁਰਿਆ ਜਾਂਦਾ। ਫਿਰ ਉਹ ਕਹਿੰਦੇ ਕਿਉਂਕਿ ਦਰਿਆ ਘੁੰਮਦੇ ਘੁਮਾਉਂਦੇ ਹੁਣ ਉੱਧਰ ਨੂੰ ਜਾ ਕੇ ਨਿਬੜਦੇ ਨੇ, ਸ਼ਾਇਦ ਸਾਰਾ ਪ੍ਰਦੂਸ਼ਣ ਉੱਥੇ ਇਕੱਠਾ ਹੋ ਜਾਂਦਾ। ਇਹ ਇੱਕ ਵਾਰਾਂ ਕਿਤੇ ਨਾ ਕਿਤੇ ਕੋਈ ਗੱਲ ਕਲੀਅਰ ਹੋ ਜੂਗੀ ਤੇ ਉਹਦੇ ਹਿਸਾਬ ਨਾਲ ਕੋਈ ਫੈਸਲਾ ਕਰਕੇ ਡਿਸੀਜਨ ਲੈ ਕੇ ਪੂਰੇ ਪੰਜਾਬ ਦਾ ਮਸਲਾ ਹੱਲ ਹੋ ਜੂਗਾ, ਜਿਹੜੇ ਲੋਕਾਂ ਦੀਆਂ ਬਿਮਾਰੀਆਂ ਤੇ ਕੱਟੀਆਂ ਜਾਣ। ਨਹੀਂ ਬਹੁਤ ਜ਼ਰੂਰੀ ਹੈ। ਉਧਰ ਨਾਲ ਲੱਗਦੇ ਹਰਿਆਣੇ ਸੂਬੇ ਦੇ ਵਿੱਚ ਜਗਦੀਸ਼ ਸਿੰਘ ਝੀਂਡਾ ਸਾਹਿਬ ਸਟੈਂਡ ਲੈ ਗਏ। ਪਹਿਲਾ ਸਟੈਂਡ ਉਹਨਾਂ ਨੇ 22 ਸਾਲ ਪਹਿਲਾਂ ਲਿਆ ਸੀ ਕਿ ਹਰਿਆਣੇ ਦੇ ਗੁਰੂ ਘਰਾਂ ਦੇ ਲਈ ਵੱਖਰੀ ਕਮੇਟੀ ਚਾਹੀਦੀ ਹੈ। ਸੰਘਰਸ਼ ਹੋਇਆ ਲਗਾਤਾਰ, ਫਿਰ ਹੁੱਡਾ ਸਾਹਿਬ ਦਾ ਸਮਾਂ ਸੀ, ਉਹਨਾਂ ਨੇ ਵੱਖਰੀ ਕਮੇਟੀ ਬਣਾਤੀ। ਅਦਾਲਤ ਚਲੇਗਾ ਮਾਮਲਾ, ਅੱਧੇ ਗੁਰਦੁਆਰੇ SCPC ਕੋ, ਅੱਧੇ ਗੁਰੂ ਘਰ ਹਰਿਆਣੇ ਦੇ ਵੱਖਰੀ ਕਮੇਟੀ ਕੋ। ਹੁਣ ਆ ਕੇ ਫੈਸਲਾ ਹੋ ਗਿਆ ਕਿ ਵੱਖਰੀ ਕਮੇਟੀ ਬਣਾ ਦਿਓ। ਹੁੱਡਾ ਸਾਹਿਬ ਦੀ ਸਰਕਾਰ ਤਾਂ ਜਲ ਗਈ ਸੀ, ਖੱਟਰ ਸਾਹਿਬ ਦੀ ਸਰਕਾਰ ਆ ਗਈ, ਉਹਨਾਂ ਨੇ 38 ਮੈਂਬਰੀ ਕਮੇਟੀ ਬਣਾਤੀ। ਝੀਂਡਾ ਸਾਹਿਬ ਨੇ ਦੇਖਿਆ ਕਿ ਦਾਦੂਵਾਲ ਸਾਹਿਬ ਦੇ ਬਹੁਤੇ ਬੰਦੇ ਪਾ ਲਏ, ਸਾਡੇ ਤਾਂ ਬੰਦੇ ਘਾਟਾ ਬਾਈਕਾਟ ਕਰਤਾ। ਹੁਣ ਝੀਂਡਾ ਸਾਹਿਬ ਕਹਿੰਦੇ ਕਿ ਗੱਲ ਇੱਦਾਂ ਕਿ ਮੈਨੂੰ ਤਾਂ ਮਨਜ਼ੂਰ ਹੈ ਇਹ ਜਿਹੜੀ ਹਰਿਆਣੇ ਦੀ ਵੱਖਰੀ ਕਮੇਟੀ ਹੈ, ਕਿ ਅਸੀਂ ਮੰਗ ਕਰਦੇ ਸੀ ਹੋਣੀ ਚਾਹੀਦੀ ਹੈ, ਪਰ ਹਰਿਆਣੇ ਦੀ ਸੰਗਤ ਨੂੰ ਮਨਜ਼ੂਰ ਨਹੀਂ। ਜਾਣੀ ਹੁਣ ਮੈਂ ਫਿਰ ਇੱਕ ਵਾਰੀ ਦੁਬਾਰਾ ਬੋਲਦਾ, ਰਿਪੀਟ ਕਰਦਾ, ਝੀਂਡਾ ਸਾਹਿਬ ਕਹਿੰਦੇ ਕਿ ਅਸੀਂ ਤਾਂ ਮੰਗ ਕੀਤੀ ਸੀ ਵੱਖਰੀ ਕਮੇਟੀ ਦੀ, ਮੈਨੂੰ ਮਨਜ਼ੂਰ ਹੈ, ਵੱਖਰੀ ਕਮੇਟੀ ਚਾਹੀਦੀ ਸੀ, ਮਿਲ ਗਈ।
ਪਰ ਸੰਗਤ ਨੂੰ ਉਹ ਕਮੇਟੀ ਮਨਜ਼ੂਰ ਨਹੀਂ, ਕਿਉਂਕਿ ਹਰਿਆਣੇ ਦੇ ਵਿੱਚ ਤਾਂ ਉਹ ਕਹਿੰਦੇ ਲੱਖਾਂ ਸਿੱਖ ਵਸਦੇ ਆ ਤੇ 100-150 ਬੰਦੇ ਦੇ ਨਾਲ ਸਲਾਹ ਕਰਕੇ 38 ਮੈਂਬਰੀ ਤੁਸੀਂ ਕਮੇਟੀ ਬਣਾਤੀ ਹੈ। ਤੇ ਉਹਨਾਂ ਨਾਲ ਕਿਹਾ, ਕਹਿੰਦੇ ਜੀ ਮੈਨੂੰ ਖੱਟਰ ਸਾਹਿਬ ਨੇ ਸੱਦਿਆ, ਮੈਨੂੰ ਕਹਿੰਦੇ ਨਾਂ ਦਿਓ, ਜਿਹੜੇ ਵੀ ਨਾਂ ਤੁਸੀਂ ਚਾਹੁੰਦੇ ਹੋ ਆਪਾਂ ਕਮੇਟੀ 'ਚ ਪਾ ਦਿੰਦੇ ਆ। ਉਹ ਕਹਿੰਦੇ, ਮੈਂ ਕਿਹਾ ਨਾ, ਮੇਰਾ ਤਾਂ ਅੱਜ ਤੱਕ ਲੱਖਾਂ ਲੋਕਾਂ ਨੇ ਸਾਥ ਦਿੱਤਾ ਜਦੋਂ ਦਾ ਵੱਖਰੀ ਕਮੇਟੀ ਲਈ ਸੰਘਰਸ਼ ਚੱਲਦਾ। ਮੈਂ ਤੁਹਾਨੂੰ 10, 12, 20, 25, 30 ਜਾਂ 2 ਜਾਂ 4 ਨਾਂ ਕਿੱਦਾਂ ਦੇ ਸਕਦਾ? ਮੈਂ ਤਾਂ ਸੰਗਤ ਨਾਲ ਸਲਾਹ ਕਰੂੰਗਾ, ਪਹਿਲਾਂ ਮੈਂ ਸੰਗਤ ਤੋਂ ਸਲਾਹ ਲਊਂਗਾ, ਮੈਂ ਇਕੱਲਾ ਕਿਸੇ ਕੰਮ ਦਾ ਨਹੀਂ। ਉਹ ਕਹਿੰਦੇ ਜੀ ਆ ਦੇਖ ਲਓ, ਉਹਦੇ ਤੋਂ ਬਾਅਦ ਨਾ ਸਾਡੇ ਤੋਂ ਨਾ ਮੰਗੇ, ਨਾ ਕਿਸੇ ਨੇ ਸਲਾਹ ਕੀਤੀ, ਆਪਣੇ ਹਿਸਾਬ ਨਾਲ ਖੱਟਰ ਸਾਹਿਬ ਨੇ ਕਮੇਟੀ ਬਣਾਤੀ। ਹੁਣ ਉਹਨਾਂ ਨੇ ਅਲਟੀਮੇਟਮ ਦੇ ਦਿੱਤਾ। ਉਹ ਕਹਿੰਦੇ ਜੀ ਖੱਟਰ ਸਾਹਿਬ ਦੀ ਸਰਕਾਰ 31 ਦਸੰਬਰ ਤੱਕ ਹਰਿਆਣੇ ਦੇ ਸਿੱਖਾਂ ਨਾਲ ਗੱਲ ਕਰਕੇ ਕਮੇਟੀ ਦੁਬਾਰਾ ਬਣਾਵੇ ਤਾਂ ਜੇ 31 ਦਸੰਬਰ ਦਾ ਹਫ਼ਤਾ ਰਹਿ ਗਿਆ, ਤੇ ਜੇ 31 ਦਸੰਬਰ ਤੱਕ ਇਹ ਕੰਮ ਨਾ ਕੀਤਾ ਤਾਂ 1 ਜਨਵਰੀ ਨੂੰ ਹਰਿਆਣੇ ਦੀ ਸਿੱਖ ਸੰਗਤ ਧਮਾਕਾ ਕਰੂ। ਫਿਰ ਹੁਣ ਧਮਾਕਾ ਕਿਹਦਾ ਹੋਣਾ ਹੈ, ਕਿੰਨਾ ਕੁ ਉਹਦਾ ਧੂੰਆਂ ਨਿਕਲਣਾ ਹੈ, ਖੱਟਰ ਸਾਹਿਬ ਦੀ ਸਰਕਾਰ ਤੇ ਕਿੰਨਾ ਕੁ ਅਸਰ ਪੈਣਾ, ਇਹ ਤਾਂ ਪਤਾ ਨਹੀਂ। ਪਰ ਪਤਾ ਲੱਗਾ ਝਿੰਡਾ ਸਾਹਿਬ ਕੱਲੇ ਜ਼ਿਲ੍ਹੇ ਜਾ ਕੇ ਹਰਿਆਣੇ ਦੇ ਸਿੱਖਾਂ ਨੂੰ ਮਿਲ ਰਿਹਾ। ਇਹ ਪਰ ਮੈਨੂੰ ਲੱਗਦਾ ਵੀ ਸ਼ਾਇਦ ਜਿਹੜੀ ਅਜੇ 15-20 ਦਿਨ ਪਹਿਲਾਂ ਤੱਕ ਤਕਰਾਰ ਸੀ ਦਾਦੂਵਾਲ ਸਾਹਿਬ ਨਾਲ, ਸ਼ਾਇਦ ਇਸ ਮਸਲੇ ਦੇ ਕਿਤੇ ਇਕੱਠੇ ਨਾ ਹੋ ਜਾਣ ਬੰਦੇ ਵੀ ਉਹ ਆਖਣ ਨਹੀਂ ਜੀ ਨਹੀਂ, ਸਾਨੂੰ ਵੀ ਸਿੱਖ ਸੰਗਤਾਂ ਨੇ ਕਿਹਾ ਵੀ ਸਾਨੂੰ ਵੀ ਮਨਜ਼ੂਰ ਨਹੀਂ ਹੈਗੀ। ਝਿੰਡਾ ਸਾਹਿਬ ਕੱਲਾ ਤੁਹਾਨੂੰ ਨਹੀਂ ਕਿਹਾ, ਦਾਦੂਵਾਲ ਸਾਹਿਬ ਆਖਣ ਵੀ ਸਾਨੂੰ ਵੀ ਉਹਨਾਂ ਨੇ ਕਿਹਾ ਵੀ ਨਹੀਂ, ਸਾਨੂੰ ਵੀ ਮਨਜ਼ੂਰ ਨਹੀਂ ਹੈਗੀ। ਹੁਣ ਨਲਵੀ ਸਾਹਿਬ ਵੀ ਆਖਣਗੇ ਵੀ ਸਾਨੂੰ ਮਨਜ਼ੂਰ ਨਹੀਂ ਹੈਗੀ, ਦਾਦੂਵਾਲ ਸਾਹਿਬ ਵੀ ਆਖਣਗੇ ਮਨਜ਼ੂਰ ਨਹੀਂ ਹੈਗੀ। ਸਿੱਖ ਸੰਗਤ ਦਾ ਨਾਂ ਹੀ ਲੈਂਦੇ ਨੇ ਉਹ। ਪਰ ਇਹ ਨਾ ਹੋਵੇ ਵੀ ਕੱਲ੍ਹ ਨੂੰ ਸਿੱਖ ਸੰਗਤ ਉੱਠ ਕੇ ਆਖੇ ਵੀ ਮਹਾਰਾਜ ਤੁਸੀਂ 5-7 ਦਿਨਾਂ ਦੇ ਵਿੱਚ ਕਿੱਦਾਂ ਲੱਖਾਂ ਲੋਕਾਂ ਤੱਕ ਪਹੁੰਚ ਕਰ ਲਈ ਤੇ ਲੱਖਾਂ ਲੋਕਾਂ ਨੇ ਤੁਹਾਨੂੰ ਆਣ ਕੇ ਕਹਿ ਦਿੱਤਾ ਵੀ ਹਾਂਜੀ ਇਹ ਕਮੇਟੀ ਮਨਜ਼ੂਰ ਨਹੀਂ ਹੈਗੀ ਜੀ। ਮਤਲਬ ਕੁੱਲ ਮਿਲਾ ਕੇ ਜਿੰਨੀ ਛੇਤੀ ਦਾ ਟਾਈਮ ਝਿੰਡਾ ਸਾਹਿਬ ਨੇ ਦਿੱਤਾ, ਮੈਨੂੰ ਇੰਨੀ ਛੇਤੀ ਆਸ ਨਹੀਂ ਲੱਗਦੀ ਵੀ ਇਹਦਾ ਕੋਈ ਮਸਲਾ ਹੱਲ ਹੋ ਜਾਵੇ। ਪਰ ਹਾਂ ਇੱਕ ਗੱਲ ਤੇ ਹੈਗੀ ਆ ਵੀ ਜੇ ਉਹਨਾਂ ਨੂੰ ਜਾਪਦਾ ਸੀ ਵੀ ਪਹਿਲਾਂ ਤੋਂ ਕਿਤੇ ਨਾ ਕਿਤੇ ਕੁਛ ਇਹੋ ਜਿਹੀ ਤਿੜਫੜ ਹੋ ਸਕਦੀ ਆ ਤੇ ਉਦੋਂ ਇਕੱਠੇ ਰਹਿੰਦੇ। ਉਦੋਂ ਟਾਈਮ ਨਹੀਂ ਸੀ ਹੈਗਾ ਵੀ ਝਿੰਡਾ ਸਾਹਿਬ ਵੱਖ ਹੁੰਦੇ, ਦਾਦੂਵਾਲ ਸਾਹਿਬ ਵੱਖ ਹੁੰਦੇ, ਨਲਵੀ ਸਾਹਿਬ ਵੱਖ ਹੁੰਦੇ, ਜਾਂ ਜਿਹੜੇ ਹੋਰ ਬੰਦੇ ਸੀ ਉਹ ਧੜੇਬੰਦੀ ਕਰਦੇ, ਕਦੀ ਇਹਨੇ ਅਸਤੀਫਾ ਦੇ ਲਿਆ, ਕਦੀ ਫਲਾਨਾ ਰੁੱਸ ਕੇ ਬਹਿ ਗਿਆ, ਫਲਾਨੇ ਨੂੰ ਕੁਰਸੀ ਤੇ ਬਿਠਾ ਲਿਆ, ਫਲਾਨੇ ਨੂੰ ਕੁਰਸੀ ਤੇ ਕਿਉਂ ਬਿਠਾ ਲਿਆ। ਉਦੋਂ ਇਕੱਠੇ ਰਹਿੰਦੇ ਤੇ ਘੱਟੋ ਘੱਟ ਸਰਕਾਰ ਨੂੰ ਵੀ ਮੈਸੇਜ ਆਉਂਦਾ ਵੀ ਨਹੀਂ ਯਾਰ ਬੰਦੇ ਇਕੱਠੇ ਨੇ, ਇਹਨਾਂ ਦੀ ਸਲਾਹ ਨਾਲ ਚੱਲਣਾ ਪੈਣਾ। ਜਦੋਂ ਆਪਾਂ ਉਦੋਂ ਪਾਟੋ ਧਾੜ ਹੋ ਗਏ, ਉਸ ਦਾ ਅਗਲੇ ਨੇ ਕੰਨ 'ਚ ਫੂਕ ਮਾਰ ਦੇ, ਲੈ ਤੂੰ ਕੀ ਲੈਣਾ, ਆਪਾਂ ਕਰ ਲੈਨੇ ਇੱਦਾਂ ਕੰਮ। ਮੁੜ ਕੇ ਅਗਲੇ ਨੇ ਸਾਰੇ ਹੀ ਲਾਂਭੇ ਕਰ ਦਿੱਤੇ ਤੇ ਹੁਣ ਉਹ ਕਹਿੰਦੇ ਵੀ ਨਹੀਂ ਸਿੱਖ ਸੰਗਤਾਂ ਨੂੰ ਮਨਜ਼ੂਰ ਨਹੀਂ ਹੈਗੀ। ਦੇਖੋ ਸੰਧਾਲੀਆ ਸਾਹਿਬ, ਇਹ ਉਦੋਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਕੀ ਕੁਛ ਹੁੰਦਾ ਰਿਹਾ, ਕਦੇ ਕੋਈ ਪ੍ਰਧਾਨ ਕਦੇ ਕੋਈ ਪ੍ਰਧਾਨ। ਜੇ ਪ੍ਰਧਾਨਗੀ ਮਿਲ ਜਾਂਦੀ ਸ਼ਾਇਦ ਸਾਰੇ ਚੁੱਪ ਕਰ ਜਾਂਦੇ। ਹੁਣ ਪ੍ਰਧਾਨਗੀਆਂ ਹੈ ਨਹੀਂ ਤਾਂ ਕਿਸੇ ਹੋਰ ਤਰੀਕੇ ਚੁੱਪ ਕਰਨਾ। ਉਧਰਲੇ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ SGPC ਦੇ ਪ੍ਰਧਾਨ ਨੇ, ਸ਼ਹਾਦਤਾਂ ਦੇ ਦਿਨ ਚੱਲ ਰਿਹਾ ਇੱਕ ਸਮਾਗਮ 'ਚ ਬੋਲ ਰਹੇ ਸੀ। ਉਹ ਕਹਿੰਦੇ ਜੀ ਦੇਖੋ ਸੁਪਰੀਮ ਕੋਰਟ ਬਹੁਤ ਵੱਡੀ ਅਦਾਲਤ ਹੈ, ਪਰ ਸੁਪਰੀਮ ਕੋਰਟ ਤੋਂ ਵੀ ਸੁਪਰੀਮ ਸ਼੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ, ਤੇ ਜੇ ਕੋਈ ਅਦਾਲਤ ਕਹੇ ਕਿ ਸਾਡਾ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉੱਪਰ ਦਾ, ਤਾਂ ਕਹਿੰਦੇ ਗਲਤ ਹੈ। ਸਭ ਤੋਂ ਵੱਡਾ ਫੈਸਲਾ ਉਹ ਕਹਿੰਦੇ ਜੀ ਸ਼੍ਰੀ ਅਕਾਲ ਤਖਤ ਸਾਹਿਬ ਦਾ। ਉਹਨਾਂ ਨੇ ਕਿਹਾ ਕਿਉਂਕਿ ਬਾਰ-ਬਾਰ ਪਿਛਲੇ ਦਿਨਾਂ 'ਚ ਉਹਨਾਂ ਦੇ ਬਿਆਨ ਆ ਰਹੇ ਆ ਕਿ ਭਾਈ ਅਦਾਲਤਾਂ ਦੇ ਰਾਹੀਂ ਸਰਕਾਰਾਂ ਕਿਸੇ ਹੋਰ ਤਰੀਕੇ ਕੰਮ ਕਰਕੇ ਸਿੱਖ ਧਰਮ ਦੇ ਵਿੱਚ ਵੰਡੀਆਂ ਪਾ ਰਹੇ ਆ, ਸਿੱਖ ਧਰਮ ਦੇ ਵਿੱਚ ਪਾੜ ਪਾਇਆ ਜਾ ਰਿਹਾ। ਹੁਣ ਉਹ ਸਾਰੀ ਜਿਹੜੀ ਪ੍ਰਕਿਰਿਆ ਹੈ ਉਹ ਸੰਧਾਲੀਆ ਸਾਹਿਬ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ, ਕਿਉਂਕਿ ਉਹ ਖੁਦ ਐਡਵੋਕੇਟ ਨੇ, ਉਹਨਾਂ ਨੇ ਲਾ ਕੀਤਾ, ਉਹਨਾਂ ਨੂੰ ਸੰਵਿਧਾਨ ਦਾ, ਕਨਸਟੀਟਿਊਸ਼ਨ ਦਾ ਪਤਾ ਕਿ ਸੈਸ਼ਨ ਕੋਰਟ ਕਿਹੜੀ ਹੈ, ਹਾਈ ਕੋਰਟ ਕਿਹੜੀ ਹੈ, ਸੁਪਰੀਮ ਕੋਰਟ ਕਿਹੜੀ ਹੈ, ਸਿੰਗਲ ਬੈਂਚ ਕਿਹੜਾ ਹੈ, ਡਬਲ ਬੈਂਚ ਕਿਹੜਾ, ਅਪੀਲ ਕਿੱਥੇ ਤੇ ਕੀਤੀ ਜਾ ਸਕਦੀ, ਕਿਹੜਾ ਕੇਸ ਰਾਸ਼ਟਰਪਤੀ ਸਾਹਿਬ ਕੋਲ ਜਾ ਸਕਦਾ, ਰਾਸ਼ਟਰਪਤੀ ਸਾਹਿਬ ਕੋਲ ਸ਼ਕਤੀ ਕਿਹੜੀ ਹੈ, ਸਾਰਾ ਕੁਝ ਕਰ ਸਕਦੇ ਆ। ਛੁੱਟੀਆਂ ਵੇਲੇ ਵੀ ਐਮਰਜੈਂਸੀ ਦੇ ਵਿੱਚ ਅਦਾਲਤਾਂ ਕਿਹੜੀਆਂ ਲੱਗਦੀਆਂ। ਜੇ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਕਹਿੰਦੇ ਆ ਕਿ ਮਾਣਯੋਗ ਸੁਪਰੀਮ ਕੋਰਟ ਤੋਂ ਵੀ ਵੱਡੀ ਉੱਪਰਲੀ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਹੈ ਤੇ ਉਹਦਾ ਫੈਸਲਾ ਸਭ ਤੋਂ ਵੱਡਾ ਹੋਏਗਾ ਸਿੱਖ ਕੌਮ ਦੇ ਲਈ, ਆਉਣ ਵਾਲੇ ਸਮੇਂ ਨੂੰ ਕਿਤੇ ਨਾ ਕਿਤੇ ਉਹ ਦੇਖਦੇ ਹੋਣੇ ਕਿ ਕੁਛ ਨਾ ਕੁਛ ਐਸੀ ਪਚੀਦਾ ਸਥਿਤੀ ਆ ਸਕਦੀ ਹੈ। ਫੇਰ ਹੀ ਬਿਆਨ ਦਿੱਤਾ ਹੋਣਾ। ਹਾਂ ਇਹ ਤਾਂ ਗੱਲ ਹੈਗੀ, ਪਚੀਦਾ ਸਥਿਤੀ ਤੇ ਬੜੀ ਚਿਰ ਤੋਂ ਚੱਲਦੀ ਆਉਂਦੀ ਹੈ। ਕੁਛ ਨਾ ਕੁਛ ਕਦੀ ਜਦੋਂ ਵਾਪਰਦਾ, ਉਹ ਚਾਹੇ ਕੇਂਦਰ ਵਾਲੇ ਪਾਸਿਓਂ ਵਾਪਰੇ, ਚਾਹੇ ਪੰਜਾਬ ਵਾਲੇ ਪਾਸਿਓਂ ਵਾਪਰੇ, ਚਾਹੇ ਕੋਈ ਵਿਦੇਸ਼ ਕੋਈ ਘਟਨਾ ਵਾਪਰਦੀ ਹੈ, ਉਹਦੇ ਤੇ ਹਰੇਕ ਬੰਦੇ ਦਾ ਧਿਆਨ ਹੁੰਦਾ ਵੀ ਹਾਂਜੀ ਹੁਣ ਅਕਾਲ ਤਖਤ ਸਾਹਿਬ ਵਾਲੇ ਪਾਸਿਓਂ ਕੀ ਹੁਕਮ ਆਉਂਦਾ। ਫਿਰ ਪਿਛਲੇ ਦਿਨੀ ਆਪਾਂ ਪਟਨਾ ਸਾਹਿਬ ਦੀ ਕਮੇਟੀ ਦੇ ਮਾਮਲੇ 'ਚ ਦੇਖ ਹੀ ਲਿਆ ਸੀਗਾ ਵੀ ਉਹਨਾਂ ਨੂੰ ਸੱਦਿਆ ਗਿਆ, ਉਸ ਤੋਂ ਬਾਅਦ ਉੱਥੇ ਉਹਨਾਂ ਨੂੰ ਦੋਸ਼ੀ ਵੀ ਠਹਿਰਾਇਆ ਗਿਆ, ਉਹਨਾਂ ਨੂੰ ਤਨਖਾਹ ਵੀ ਲਾਈ ਗਈ। ਉਹ ਬੰਦੇ ਵਾਪਸ ਜਾ ਕੇ ਕਹਿੰਦੇ ਅਸੀਂ ਤਾਂ ਮੰਨਦੇ ਹੀ ਨਹੀਂ, ਤੇ ਜੋ ਕੁਝ ਉੱਥੇ ਹੋਇਆ ਸੀਗਾ ਉਹ ਨੌਬਤ ਨਹੀਂ ਆਉਣੀ ਚਾਹੀਦੀ। ਪਰ ਇੱਕ ਗੱਲ ਆ, ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਪਿਛਲੇ ਸਮੇਂ 'ਚ ਜੋ ਮੰਗਾਂ ਕੀਤੀਆਂ ਗਈਆਂ, ਚਾਹੇ ਉਹ ਅਕਾਲੀ ਦਲ ਵੱਲੋਂ ਹੋਣ, ਚਾਹੇ ਉਹ SGPC ਵਾਲੇ ਪਾਸਿਓਂ ਹੋਣ, ਉਹ ਜੇ ਆਪਾਂ ਇਹ ਸਮਝੀਏ ਜਾਂ ਵੇਖੀਏ ਵੀ ਕੇਂਦਰ ਸਰਕਾਰ 'ਤੇ ਉਹਦਾ ਕੋਈ ਅਸਰ ਹੋ ਰਿਹਾ, ਮੈਨੂੰ ਘੱਟ ਲੱਗਦਾ। ਕਿਉਂਕਿ ਹੁਣ ਇੱਕ ਮੇਰਾ ਖਿਆਲ ਇੱਧਰੋਂ ਵੀ ਪਹਿਲਾਂ ਚਿੱਠੀਆਂ ਗਈਆਂ ਸੀ ਤੇ ਆ ਜਿਹੜਾ ਲੰਘਿਆ ਸੈਸ਼ਨ, ਉਦੋਂ ਤਾਂ ਹਰਸਿਮਰਤ ਬਾਦਲ ਹੋਰਾਂ ਨੇ ਸੰਸਦ 'ਚ ਵੀ ਬੋਲਿਆ ਸੀ ਜੀ ਕਿ ਜਿਹੜਾ ਤੁਸੀਂ ਉਹ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਦਿਨ ਦਾ ਨਾਮ ਰੱਖਿਆ ਵੀਰ ਬਾਲ ਦਿਵਸ, ਉਹਨੂੰ ਬਦਲ ਦਿਓ ਜੀ, ਉਹ ਮਨਜ਼ੂਰ ਨਹੀਂ ਹੈਗਾ। ਪਰ ਉਹ ਬਦਲਣ ਦੀ ਬਜਾਏ ਉਹ ਤਾਂ ਸਮਾਗਮ ਜਿਉਂਦਾ ਤਿਉਂ ਆ ਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਉਹਦੇ 'ਚ ਸ਼ਿਰਕਤ ਕਰਨੀ ਆ। ਤੇ ਮੇਰਾ ਖਿਆਲ ਉਸ ਦਿਨ ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਆ
ਉਹਨਾਂ ਦੀ ਸ਼ਮੂਲੀਅਤ ਹੋਣੀ ਉਸ ਪ੍ਰੋਗਰਾਮ 'ਚ? ਨਹੀਂ, ਪੂਰੀ ਜੀ ਉਹਨਾਂ ਵੱਲੋਂ ਤਿਆਰੀ ਪੂਰੀ ਹੈ, ਹੋਮਵਰਕ ਪੂਰਾ ਤਕੜਾ। ਉਸ ਦਿਨ ਪੂਰੇ ਦਾ ਪੂਰਾ ਜਾਣੀ ਇੱਕ ਜਲਾਉ ਦਿਖਾ ਲਿਆ ਜਾਊਗਾ। ਨਾ ਬਦਲਦੇ ਆ ਕਿ ਨਹੀਂ ਬਦਲਦੇ, ਪਰ ਬੀਜੇਪੀ ਹੁਣ ਐਨ ਚੰਗੇ ਤਰੀਕੇ ਇੱਧਰਲੇ ਪਾਸੇ ਨੂੰ ਲੱਗੀ ਉਹ ਆ ਕਿ ਅਸੀਂ ਇਹ ਕੰਮ ਜਿਹੜਾ ਉਹ ਖਿੱਚ ਕੇ ਰੱਖਣਾ। ਤੁਸੀਂ ਆਪ ਦੇਖੋ ਨਾ ਵੀ ਉਸ ਦਿਨ ਪੰਜਾਬ ਦੇ ਵਿੱਚ ਤਾਂ ਹੈ ਹੀ ਜੀ, ਬਾਕੀ ਜਿੱਥੇ ਜਿੱਥੇ ਸਿੱਖ ਵਸਦੇ ਨੇ ਉਹਨਾਂ ਦੇ ਮਨਾਂ ਅੰਦਰ ਤੇ ਉਹ ਕਿਉਂਕਿ ਸ਼ਹੀਦੀ ਹਫ਼ਤੇ ਦਾ ਕਰਕੇ ਉਹ ਦਰਦ ਹੈ ਹੀ ਹੈ ਜੀ। ਪਰ ਸੇਮ ਟਾਈਮ ਦੇ ਉੱਪਰ ਜਦੋਂ ਇੱਕ ਬਹੁਤ ਵੱਡਾ ਸਮਾਗਮ ਦੇਸ਼ ਲੈਵਲ ਤੇ ਹੋਊਗਾ, ਉੱਥੇ ਪ੍ਰਧਾਨ ਮੰਤਰੀ ਸਾਹਿਬ ਸ਼ਿਰਕਤ ਕਰਨਗੇ ਜੀ, ਉਹਨੂੰ ਫਿਰ ਵੱਖ-ਵੱਖ ਮਾਧਿਅਮਾਂ ਰਾਹੀਂ ਦਿਖਾਇਆ ਪੇਸ਼ ਕੀਤਾ ਜਾਊਗਾ। ਉਹਨੂੰ ਹੁਣ ਇੱਕ ਤਾਂ ਹੋ ਗਿਆ ਸਿੰਪਲ ਨਜ਼ਰ ਜੀ, ਇੱਕ ਹੁੰਦੀ ਰਾਜਨੀਤੀ ਵਾਲੀ ਤਕੜੀ, ਉਹਦੇ ਚ ਬਾਗ ਤੇ ਦੇਖਣਗੇ ਕਈ ਬੰਦੇ। ਨਹੀਂ ਦੇਖੋ ਸੰਧਾਲੀਆ ਸਾਹਿਬ, ਬੀਜੇਪੀ ਦੇ ਲਈ ਨਾ ਆਉਣ ਵਾਲਾ ਸਮਾਂ ਉਹ ਬਹੁਤ ਧਿਆਨ ਨਾਲ ਕੈਲਕੂਲੇਟ ਕਰਕੇ ਚੱਲਦੇ ਆ। ਲੋਕ ਸਭਾ ਦੀਆਂ ਚੋਣਾਂ ਆਉਣੀਆਂ ਤਾਂ ਪੰਜਾਬ ਦੀਆਂ 13 ਸੀਟਾਂ, 14ਵੀਂ ਸੀਟ ਚੰਡੀਗੜ੍ਹ ਦੀ ਸਿੱਖ ਭਾਈਚਾਰੇ ਦਾ ਅਸਰ ਹੈਗਾ। ਹਰਿਆਣੇ ਦੇ ਵਿੱਚ ਵੋਟਾਂ ਪੈਣੀਆਂ ਤੇ ਸਿੱਖ ਭਾਈਚਾਰੇ ਦਾ ਕਿੱਡਾ ਵੱਡਾ ਅਸਰ ਹੈਗਾ। ਅਕਾਲੀ ਦਲ MP MLA ਜਿਤਾਉਂਦਾ ਰਿਹਾ। ਰਾਜਸਥਾਨ ਦੇ ਵਿੱਚ ਪੰਜਾਬ ਦੇ ਨਾਲ ਲੱਗਦਾ ਜਿਹੜਾ ਇਲਾਕਾ, ਉੱਥੇ ਵੀ ਤਾਂ ਅਸਰ ਹੈਗਾ। ਤੇ ਅਸਰ ਇੱਧਰਲੇ ਪਾਸੇ ਹਿਮਾਚਲ 'ਚੋਂ ਦੇਖ ਹਟਿਆ। ਉੱਪਰਲੇ ਪਾਸੇ ਜੰਮੂ ਕਸ਼ਮੀਰ, ਭਾਵੇਂ ਹੁਣ ਜੰਮੂ ਕਸ਼ਮੀਰ ਨਹੀਂ ਰਿਹਾ, 2 ਹਿੱਸਿਆਂ 'ਚ ਵੰਡਿਆ ਗਿਆ। ਪੰਜਾਬ ਦੇ ਨਾਲ ਲੱਗਦੇ ਜੰਮੂ ਕਸ਼ਮੀਰ ਦੇ ਇਲਾਕਿਆਂ ਦੇ ਵਿੱਚ ਵੀ ਤਾਂ ਸਿੱਖ ਭਾਈਚਾਰਾ ਵਸਦਾ। ਇਸ ਕਰਕੇ ਉਹ ਸਾਰੇ ਭਾਰਤ ਦੇ ਨਕਸ਼ੇ 'ਚ ਉੱਪਰਲਾ ਜਿਹੜਾ ਹਿੱਸਾ ਹੈ ਉਹਨੂੰ ਆਪਣੇ ਹਿਸਾਬ ਦੇ ਨਾਲ ਦੇਖ ਕੇ ਕਿ ਭਾਈ ਆਪਾਂ ਵੱਧ ਤੋਂ ਵੱਧ ਉੱਧਰਲੇ ਪਾਸੇ ਯਤਨਸ਼ੀਲ ਕਿੱਦਾਂ ਹੋਣਾ, ਸਰਗਰਮ ਕਿੱਦਾਂ ਹੋਣਾ, ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਆਪਣਾ ਅਕਸ ਜਿਹੜਾ ਵਧੀਆ ਕਿੱਦਾਂ ਕਰਨਾ ਲੱਗੇ ਉਹ ਅਗਲੇ। ਔਰ ਨਹੀਂ ਦੇਖੋ, ਮੇਰਾ ਖਿਆਲ ਹੈ ਜਦੋਂ ਸਮਾਗਮ ਹੋਊਗਾ, ਉਸ ਸਮਾਗਮ ਤੋਂ ਬਾਅਦ ਲੋਕਾਂ ਦੇ ਵਿੱਚ ਉਹਦਾ ਕੀ ਮੈਸੇਜ ਜਾਂਦਾ, ਪ੍ਰਭਾਵ ਜਾਂਦਾ, ਉਹਦੇ ਤੋਂ ਬਾਅਦ ਕੈਲਕੂਲੇਟ ਕੀਤਾ ਜਾ ਸਕਦਾ ਵੀ ਉਹਦਾ ਕੀ ਅਸਰ ਹੋਇਆ, ਪੋਜ਼ਿਟਿਵ ਨੈਗੇਟਿਵ। ਕਰਨਾਲ ਚੱਲਦੇ ਆ, ਕਰਨਾਲ ਚੱਲਦੇ ਆ। ਉੱਥੇ ਨਾ ਸੰਯੁਕਤ ਕਿਸਾਨ ਮੋਰਚੇ ਵਾਲੇ ਇਕੱਠੇ ਹੋਏ, ਟਕੈਤ ਸਾਹਿਬ, ਡਾਕਟਰ ਦਰਸ਼ਨਪਾਲ, ਹੋਰ ਦਰਜਨਾਂ ਲੀਡਰ, ਦੇਸ਼ ਭਰ ਤੋਂ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਕਿਸਾਨ ਅੰਦੋਲਨ ਦੇ ਵੇਲੇ ਉੱਥੇ ਇਕੱਠੀਆਂ ਬੈਠੀਆਂ ਸੀ, ਉਹ ਜਥੇਬੰਦੀਆਂ ਉੱਥੇ ਇਕੱਠੀਆਂ ਹੋਈਆਂ ਤੇ ਉੱਥੇ ਬੈਠ ਕੇ ਕੁਝ ਫਿਰ ਫੈਸਲੇ ਕਰਨੇ ਸੀ। ਕਿਉਂਕਿ 26 ਜਨਵਰੀ ਆ ਰਹੀ ਹੈ ਤੇ ਪਿਛਲੀ ਵਾਰ 26 ਜਨਵਰੀ ਤੁਹਾਨੂੰ ਚੇਤਾ ਹੋਣਾ ਜਦੋਂ ਲਾਲ ਕਿਲੇ ਵਾਲੀ ਘਟਨਾ ਵਾਪਰੀ ਸੀ, ਜਦੋਂ ਟਰੈਕਟਰ ਮਾਰਚ ਦਿੱਲੀ ਦੀਆਂ ਸੜਕਾਂ ਦੇ ਉੱਤੇ ਕਰਨਾ ਸੀ, ਬਹੁਤ ਕੁਝ ਘਟਿਆ ਵਾਪਰਿਆ। ਉਹੀ 26 ਜਨਵਰੀ ਤੋਂ ਬਾਅਦ ਹੀ ਰਕੇਸ਼ ਟਕੈਤ ਹੋਰਾਂ ਨੂੰ ਇੱਕ ਵਾਰੀ ਅਥਰੂ ਆਪਣੇ ਸਿੱਟ ਕੇ ਤਾਂ ਦੇਸ਼ ਦੇ ਕਿਸਾਨਾਂ ਨੂੰ ਇੱਕ ਅਪੀਲ ਕਰਨੀ ਪਈ ਸੀ। ਮੀਟਿੰਗ ਹੋਈ, ਹਾਲਾਂਕਿ ਉਹਨਾਂ ਦਿਨਾਂ ਤੋਂ ਅੱਜ ਦੇ ਦਿਨਾਂ ਤੱਕ ਪਹੁੰਚਦਿਆਂ ਕਿਸਾਨ ਜਥੇਬੰਦੀਆਂ ਧੜੇਬੰਦੀ ਦਾ ਸ਼ਿਕਾਰ ਹੋਈਆਂ, ਪਾਰਟੀਆਂ ਧੜੇ ਬਣੇ, ਕਿਸੇ ਨੇ ਇਲੈਕਸ਼ਨ ਲੜੀ, ਇੱਕ ਦੂਜੇ ਦੇ ਦੋਸ਼ ਬਥੇਰੇ ਲੱਗੇ। ਪਰ ਜਿਹੜੀ ਗੱਲ ਸੱਚ ਹੈ ਕਿ ਜਦੋਂ ਅੰਦੋਲਨ ਮੁੱਕਿਆ ਸੀ, ਜਿਹੜੇ ਵਾਅਦੇ ਕੀਤੇ ਗਏ ਸੀ ਜਾਂ ਜਿਹੜਾ ਸਮਝੌਤਾ ਹੋਇਆ ਸੀ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ। ਜੇ ਹੁਣ ਟਕੈਤ ਸਾਹਿਬ ਨੇ, ਡਾਕਟਰ ਦਰਸ਼ਨਪਾਲ ਨੇ, ਬਾਕੀ ਬੰਦਿਆਂ ਨੇ ਕਰਨਾਲ ਹਰਿਆਣੇ 'ਚ ਮੀਟਿੰਗ ਕੀਤੀ, ਬਹੁਤ ਧਿਆਨ ਦੇਣ ਵਾਲੀ ਗੱਲ ਹੈ। ਤੇ 26 ਜਨਵਰੀ ਨੂੰ ਉਹ ਕਹਿੰਦੇ ਜੀ ਜੀਂਦ ਹਰਿਆਣੇ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਹੋਏਗੀ ਜਿਹਦੇ ਵਿੱਚ ਦੇਸ਼ ਭਰ ਤੋਂ ਕਿਸਾਨ ਹਿੱਸਾ ਲੈਣਗੇ। ਸ਼ਕਤੀ ਪ੍ਰਦਰਸ਼ਨ ਹੋਊਗਾ, ਕੇਂਦਰ ਸਰਕਾਰ ਨੂੰ ਅਸੀਂ ਸ਼ੀਸ਼ਾ ਵਿਖਾਉਣਾ ਹੀ, ਚੇਤਾਵਨੀ ਦੇਣੀ ਹੈ। ਤੇ ਸਾਰੇ ਹੀ ਦੇਸ਼ ਦੇ ਵਿੱਚ ਜ਼ਿਲ੍ਹਾ ਪੱਧਰ ਦੇ ਉੱਤੇ ਕਹਿੰਦੇ ਜੀ ਟਰੈਕਟਰ ਮਾਰਚ ਹੋਣਗੇ 26 ਜਨਵਰੀ ਨੂੰ ਤੇ DC ਸਾਹਿਬ ਜਿਹੜੇ ਉਹਨਾਂ ਨੂੰ ਮੰਗ ਪੱਤਰ ਦੇਣੇ ਆ। ਹੁਣ ਸੰਧਾਲੀਆ ਸਾਹਿਬ, ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਹਰਿਆਣੇ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਹੋ ਸਕਦਾ ਕਿ ਵਿਧਾਨ ਸਭਾ ਦੀਆਂ ਚੋਣਾਂ ਹੋ ਜਾਣ ਜਾਂ ਨਾਲ ਹੋ ਜਾਣ। ਆਹ ਮੀਟਿੰਗ ਵੀ ਸੰਯੁਕਤ ਕਿਸਾਨ ਮੋਰਚਾ ਕਰਨਾਲ ਹਰਿਆਣੇ 'ਚ ਕਰਦਾ ਹੈ। 26 ਜਨਵਰੀ ਨੂੰ ਦੇਸ਼ ਦੀ ਇਕੱਠੀ ਰੈਲੀ ਕਿੱਥੇ ਰੱਖੀ ਗਈ ਹੈ? ਜੀਂਦ ਹਰਿਆਣੇ 'ਚ ਰੱਖੀ ਗਈ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਪ੍ਰੈਸ਼ਰ ਤਾਂ ਕ੍ਰੀਏਟ ਕੀਤਾ ਜਾ ਰਿਹਾ। ਤੇ ਜੇ ਹੁਣ ਸਾਰੇ ਦੇਸ਼ ਦੇ ਵਿੱਚ ਉਦੋਂ ਟਰੈਕਟਰ ਚੱਲਣਗੇ, ਜੇ ਸੰਯੁਕਤ ਕਿਸਾਨ ਮੋਰਚੇ ਵਾਲੇ ਕਹਿੰਦੇ ਜੀ ਉਦੋਂ ਸਾਰੇ ਸੂਬਿਆਂ ਦੇ ਵਿੱਚੋਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਜੀਂਦ ਆਉਣਗੇ, ਤੇ ਅਸੀਂ ਕਹਿੰਦੇ ਜੀ ਦੁਬਾਰਾ ਇਕਮੁੱਠ ਹੋ ਰਹੇ ਹਾਂ, ਫਿਰ ਨਾ ਆਖਿਓ ਕੇਂਦਰ ਸਰਕਾਰ ਵਾਲਿਓ ਕਿ ਭਾਈ ਤੁਹਾਨੂੰ ਦੱਸਿਆ ਨਹੀਂ। ਇਹ ਪਰ ਮੈਨੂੰ ਲੱਗਦਾ ਵੀ ਇਹਦਾ ਇੱਕ ਤੇ ਇਹ ਹੋ ਗਿਆ ਨਾ ਵੀ ਉਦਣ ਚੰਗਾ ਝੱਖੜ ਝੁੱਲੂ, ਮੀਂਹ ਪਊ ਜੀ, ਪਰ ਉਹਦੇ ਤੋਂ ਪਹਿਲਾਂ ਆਪਣੇ ਟੈਲੀਵਿਜ਼ਨ ਵਾਲੇ ਖਬਰਾਂ ਵਾਲੇ ਬੰਦੇ ਦੱਸਦੇ ਹੁੰਦੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਮਤਲਬ ਥੋੜਾ ਵੱਧ ਦਬਾਅ ਦੇ ਬਣਨ ਦਾ ਕਰਕੇ ਮਤਲਬ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ ਨਾ, ਉਹ ਮਾਹੌਲ ਜਿਹਾ ਪਹਿਲਾਂ ਬਣਦਾ। ਤਾਂ ਮੈਨੂੰ ਲੱਗਦਾ ਮਾਹੌਲ ਦਾ ਅਸਰ ਤੇ ਪਹਿਲਾਂ ਨਜ਼ਰ ਆਉਣ ਲੱਗ ਪਿਆ ਸੀ। ਆਪਾਂ ਯਾਦ ਕਰਾ ਦਈਏ ਵੀ ਹਰਿਆਣੇ ਦੇ ਵਿੱਚ ਖੱਟਰ ਸਾਹਿਬ ਨੇ ਤੇ ਵਾਹ ਦਿਨ ਪਹਿਲਾਂ ਹੀ ਕਹਿ ਦਿੱਤਾ ਸੀ ਨਾ, ਈਵਨ ਰੇਲਵੇ ਡਿਪਾਰਟਮੈਂਟ ਨੇ ਆਖਿਆ ਵੀ ਮਹਾਰਾਜ ਜਿਹੜੇ ਕਿਸਾਨਾਂ ਦੇ ਉੱਪਰ ਕੇਸ ਬਣੇ ਨੂੰ ਵਾਪਸ ਕਰ ਦਿਓ ਜੀ। ਹੁਣ ਤੁਸੀਂ ਇਹ ਦੇਖੋ ਵੀ ਜੇ ਕਿਸਾਨਾਂ ਤੇ ਬਣੇ ਕੇਸ ਵਾਪਸ ਹੋਣ ਦੀ ਚਰਚਾ ਚੱਲਦੀ, ਪਰ ਜਿਹੜੀ ਚੀਜ਼ ਦਾ ਕਰਕੇ ਉਹਨਾਂ ਨੇ ਉੱਥੇ ਰੈਲੀ ਰੱਖੀ, ਉਹ ਤੇ ਗੱਲ ਉਹ ਕਰਦੇ ਨਾ ਵੀ ਦੇਖੋ ਜੀ ਉਹ 3-4 ਕਾਨੂੰਨ ਤਾਂ ਵਾਪਸ ਲੈ ਲਏ ਸੀ ਜੀ, ਨਾਲ 5-7 ਹੋਰ ਸ਼ਰਤਾਂ ਸੀਗੀਆਂ ਤੇ ਸਭ ਤੋਂ ਵੱਡੀ ਸ਼ਰਤ MSP ਵਾਲੀ ਸੀ, ਉਹ ਅਜੇ ਤੱਕ ਉਦੋਂ ਬਾਅਦ ਕਿਸੇ ਨੇ ਨਾਂ ਹੀ ਨਹੀਂ ਲਿਆ। ਆਪਾਂ ਸੰਸਦ ਦੇ ਵਿੱਚ ਵੀ ਦੇਖਿਆ ਇਸ ਸੈਸ਼ਨ ਤੇ ਚਲੋ ਘੱਟ ਗੱਲ ਚੱਲੀ, ਜਦੋਂ ਪਿਛਲੇ 'ਚ ਬਹੁਤ ਗੱਲ ਚੱਲੀ ਸੀ ਵੀ ਹਾਂ ਯਾਰ ਕਰਦੇ ਕਿਉਂ ਨਹੀਂ ਕੁਛ ਵੀ। ਹੁਣ ਜੇ 26 ਜਨਵਰੀ ਜੀ ਕਿਉਂਕਿ ਲਗਭਗ ਮਹੀਨਾ ਹੈਗਾ, 1 ਮਹੀਨੇ ਤੱਕ ਜੇ ਇਹ ਸਾਰਾ ਕੁਝ ਇਸ ਤਰ੍ਹਾਂ ਬਿਲਡਅਪ ਹੁੰਦਾ ਰਿਹਾ ਤੇ ਹੋ ਸਕਦਾ ਉਦੋਂ ਤੱਕ ਕੋਈ ਨਾ ਕੋਈ ਅਨਾਊਂਸਮੈਂਟ ਹੋ ਜਵੇ ਵੀ MSP ਜਾਂ ਜਿਹੜੀਆਂ ਉਦੋਂ ਮੰਨੀਆਂ ਹੋਈਆਂ ਸ਼ਰਤਾਂ ਸੀਗੀਆਂ, ਮੰਗਾਂ ਸੀਗੀਆਂ, ਉਹਨਾਂ 'ਤੇ ਵੀ ਅਸੀਂ ਕੁਛ ਨਾ ਕੁਛ ਪੜਾਅਵਾਰ ਕਰ ਦਿਆਂਗੇ ਤੇ ਸ਼ਾਇਦ ਕੁਛ ਨਾ ਕੁਛ ਹਾਸਲ ਹੋ ਜਾਵੇ। ਕਿਉਂਕਿ ਜਦੋਂ ਦਾ ਕਿਸਾਨ ਮੋਰਚਾ ਖਤਮ ਹੋਇਆ ਉਹ ਕਾਨੂੰਨ ਜਿਹੜੇ ਲਿਆਂਦੇ ਜਾਣੇ ਸੀ ਜੀ ਉਹੀ ਖਤਮ ਹੋਏ।
ਜੋ ਕਿਸਾਨ ਦੀ ਹਾਲਤ ਸੀਗੀ ਉਸ ਹਾਲਤ ਨੂੰ ਸੁਧਾਰਨ ਦੇ ਲਈ ਜੋ ਕੁਝ ਕੀਤਾ ਜਾਣਾ ਸੀ ਉਹ ਤਾਂ ਕੁਝ ਵੀ ਨਹੀਂ ਹੋਇਆ। ਨਹੀਂ ਹੋਇਆ ਸੰਧਾਲੀਆ ਸਾਹਿਬ। ਉਹ ਉਧਰਲੇ ਪਾਸੇ ਜੇ ਹੋਇਆ ਹੁੰਦਾ ਤਾਂ ਕਿਸਾਨ ਫਾਇਦੇ ਥੋੜੇ ਲੈਂਦੇ, ਕਿਉਂਕਿ ਜਦੋਂ ਅੰਕੜੇ ਪੇਸ਼ ਕੀਤੇ ਜਾਂਦੇ, ਇਹ ਥੋੜੀ ਪੇਸ਼ ਕੀਤੇ ਜਾਂਦੇ ਕਿ ਆ 2 ਸੂਬਿਆਂ 'ਚ ਕਿਸਾਨਾਂ ਨੇ ਸੁਸਾਈਡ ਕੀਤਾ। ਇਹ ਪੇਸ਼ ਇਸ ਸੂਬੇ ਨਾਲੋਂ ਇਸ ਸੂਬੇ 'ਚ ਕਿਸਾਨਾਂ ਨੇ ਘੱਟ ਆਤਮ ਹੱਤਿਆਵਾਂ ਕੀਤੀਆਂ ਨੇ। ਇਹ ਤਾਂ ਮਤਲਬ ਕੀਤੀਆਂ ਸਾਰੇ ਪਾਸੇ ਆ। ਜੋ ਕੰਮ ਸਰਕਾਰਾਂ ਤੋਂ ਲੋੜੀਂਦਾ ਸੀ, ਭਾਵੇਂ ਹੋਣ ਵਾਲੇ ਭਾਵੇਂ ਪਿਛਲੇ, ਉਹਨਾਂ ਤੋਂ ਕੰਮ ਨਹੀਂ ਕਰ ਹੋਇਆ। ਬਾਕੀ ਸੰਧਾਲੀਆ ਸਾਹਿਬ ਬੜੇ ਲੋਕ ਹੈਰਾਨ ਹੋਏ ਸੀ ਪੰਜਾਬ ਦੇ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਆਪ ਬੇਨਤੀਆਂ ਕਰੀ ਜਾਂਦੇ ਆ ਕਿ PTM ਤੇ ਆਏ ਹੋਏ, ਪੇਰੈਂਟ ਟੀਚਰ ਮੀਟਿੰਗ ਹੋਣੀ ਆ ਹੋਏ, ਸਾਰੇ ਜਣੇ ਪਹੁੰਚੇ ਹੋ ਬਈ, ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ, ਜੇ ਸਰਕਾਰੀ ਮੁਲਾਜ਼ਮ ਨੂੰ 2-2 ਘੰਟੇ ਦੀ ਛੁੱਟੀ ਦਿੱਤੀ। ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਪਟਿਆਲੇ ਦੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਐਜੂਕੇਸ਼ਨ ਮਿਨਿਸਟਰ ਮਨੀਸ਼ ਸਿਸੋਦੀਆ ਵੀ ਆਉਣਗੇ, ਪੰਜਾਬ ਦੇ ਜਿਹੜੇ ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਵੀ ਹੋਣਗੇ, ਤੇ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਣਗੇ। ਉੱਥੇ ਬੈਠੇ ਸਕੂਲੇ ਜਾ ਕੇ ਬੱਚੇ ਉੱਥੇ ਸੀ, ਮਾਪੇ ਆਉਂਦੇ ਸੀ, ਨਾਲੇ ਮੁੱਖ ਮੰਤਰੀ ਨੂੰ ਮਿਲਦੇ ਸੀ, ਦਿੱਲੀ ਦੇ ਉਪ ਮੁੱਖ ਮੰਤਰੀ ਨੂੰ ਮਿਲਦੇ ਸੀ, ਪੰਜਾਬ ਦੇ ਸਿੱਖਿਆ ਮੰਤਰੀ ਨੂੰ। ਤੇ ਉੱਥੇ ਉਹਨਾਂ ਨੇ ਬਾਰ-ਬਾਰ ਪੁੱਛਿਆ ਹਾਂਜੀ ਕੀ ਚਾਹੀਦਾ, ਉਹ ਕਹਿੰਦੇ ਜੀ ਗਰਾਊਂਡ ਚਾਹੀਦੀ ਹੈ। ਇਹ ਤਾਂ ਦੇਖੋ ਬੜੀ ਕਲੀਅਰ ਜੀ ਗੱਲ ਹੈ। ਮੈਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਜਾਂ ਸਿੱਖਿਆ ਮੰਤਰੀ ਸਾਹਿਬ ਨੇ ਇਹਦੇ ਨਾਲ ਕਿ ਇਸ ਸਕੂਲ ਦੇ ਬੱਚਿਆਂ ਨੇ ਗਰਾਊਂਡ ਦੀ ਮੰਗ ਕੀਤੀ। ਗਰਾਊਂਡ, ਖੇਡ ਦਾ ਮੈਦਾਨ ਸਕੂਲ ਦੇ ਨਾਲ ਕੰਪਲਸਰੀ ਹੋਣਾ ਚਾਹੀਦਾ। ਜਿੱਦਾਂ ਅਸੀਂ ਕਹਿੰਦੇ ਨੇ ਕਿ ਸਕੂਲ ਦੇ ਵਿੱਚ ਕਿਤਾਬਾਂ ਕੰਪਲਸਰੀ, ਬਲੈਕ ਬੋਰਡ ਜਾਂ ਵਾਈਟ ਬੋਰਡ ਕੰਪਲਸਰੀ, ਜਾਂ ਉੱਥੇ ਪੜ੍ਹਾਉਣ ਦਾ ਮਾਹੌਲ ਕੰਪਲਸਰੀ, ਜਾਂ ਉੱਥੇ ਮਿਡ ਡੇ ਮੀਲ ਕੰਪਲਸਰੀ, ਜਾਂ ਸਕੂਲ ਦੇ ਵਿੱਚ ਬੱਚਿਆਂ ਦਾ ਹੋਣਾ ਕੰਪਲਸਰੀ, ਜੇ ਬੱਚੇ ਹੈਗੇ ਤਾਂ ਉੱਥੇ ਟੀਚਰ ਦਾ ਹੋਣਾ ਕੰਪਲਸਰੀ। ਇੱਦਾਂ ਹੀ ਸੰਧਾਲੀਆ ਸਾਹਿਬ ਉੱਥੇ ਖੇਡ ਦਾ ਮੈਦਾਨ ਹੋਣਾ ਵੀ ਕੰਪਲਸਰੀ ਹੈ। ਮੈਂ ਕਹਿੰਦਾ ਉੱਥੋਂ ਦੀ ਫੀਡਬੈਕ ਨੂੰ ਮੁੱਖ ਮੰਤਰੀ ਸਾਹਿਬ ਸਾਰੇ ਪੰਜਾਬ ਦੀ ਫੀਡਬੈਕ ਮੰਨ ਕੇ ਚੱਲਣ। ਪਰ ਹੁਣ ਉਹਦੇ ਤੋਂ ਬਾਅਦ ਜਿੱਦਾਂ ਵੱਖ-ਵੱਖ MLA ਮੰਤਰੀ ਸਾਹਿਬਾਨ ਆਪੋ ਆਪਣੇ ਇਲਾਕਿਆਂ ਦੇ ਵਿੱਚ PTM ਦੇ ਵਿੱਚ ਸ਼ਾਮਲ ਹੋਏ, ਤੇ ਜਿਸ ਤਰੀਕੇ ਮੁੱਖ ਮੰਤਰੀ ਸਾਹਿਬ ਨੇ ਬਾਅਦ 'ਚ ਕਿਹਾ ਕਿ 10 ਲੱਖ ਤੋਂ ਵੀ ਵੱਧ ਮਾਪੇ ਜਿਹੜੇ ਆ ਉਹਨਾਂ ਨੇ ਸਿੱਧੀ ਸ਼ਮੂਲੀਅਤ ਕੀਤੀ ਹੈ, ਕੋਈ ਕਹਾਣੀ ਤਾਂ ਹੈ ਜੀ। ਨਹੀਂ, ਕਹਾਣੀ ਤਾਂ ਜਾਪਦੀ ਹੈ, ਕਿਉਂਕਿ ਕਿਤੇ 10 ਲੱਖ ਲਿਖਿਆ, ਕਿਤੇ 15 ਲੱਖ ਦਾ ਅੰਕੜਾ ਵੀ ਹੈਗਾ। ਹੁਣ ਤੁਸੀਂ ਇਹ ਦੇਖੋ 15 ਲੱਖ ਦੇ ਕਰੀਬ ਜੇ ਮਾਪੇ ਨੇ, ਤੇ ਉਹਨਾਂ ਮਾਪਿਆਂ ਦੇ ਨਾਲ ਜਿਹੜੇ ਜਵਾਕ ਵੀ ਨੇ। ਹੁਣ ਜਿਹੜੀ ਬੀਬੀ ਮਾਤਾ ਉੱਥੇ ਗਈ ਹੋਊਗੀ, ਉਹਨੇ ਆ ਕੇ ਆਂਢ ਗੁਆਂਢ ਦੀ ਗੱਲ ਕੀਤੀ ਹੋਊਗੀ, ਉਸ ਦਾ ਕਿਹੜੇ ਹੁੰਦੇ ਆ ਵੀ ਹਾਂ ਕੁੜੇ ਅੱਜ ਨਜ਼ਰ ਨਹੀਂ ਆਈ, ਉਹ ਫਿਰ ਭੈਣ ਜੀ ਅੱਜ ਸਕੂਲੇ ਗਈ ਹੈ ਗੋਲੂ ਦੇ, ਉਹਨਾਂ ਸੱਦਿਆ ਹੈ ਮਾਸਟਰਾਂ ਨੇ, ਮਾਸਟਰਾਂ ਚੰਗੇ ਨੇ ਮਾਸਟਰ ਹੈ ਨਾ, ਤੇ ਉਹਨੇ ਆਣ ਕੇ ਵੀ ਕੋਈ ਗੱਲ ਕੀਤੀ ਹੋਊਗੀ ਉੱਥੇ ਆਹ ਗੱਲ ਹੋਈ, ਆਹ ਹੋਈ। ਵੇਖੋ ਹੁਣ ਇਹ ਤਾਂ ਰੱਬ ਜਾਣੇ ਵੀ ਇਹਦੇ ਵਿੱਚ ਕੀ ਕਹਾਣੀ ਕੀ ਨਹੀਂ ਕਹਾਣੀ। ਪਰ ਇਹ PTM ਤੇ ਗੱਲ ਤੁਹਾਡੀ ਠੀਕ ਹੈ ਵੀ ਜ਼ੋਰ ਪੂਰਾ ਲੱਗਾ। ਇਸ PTM ਦਾ ਨਤੀਜਾ ਹੁਣ ਆਉਣ ਵਾਲੇ ਦਿਨਾਂ 'ਚ ਕੀ ਨਿਕਲਦਾ ਇਹ ਟਾਈਮ ਦੱਸੂ। ਪਰ ਮੈਂ ਅਜੇ ਇਹ ਸੋਚ ਰਿਹਾ ਜਾਂ ਦੇਖ ਰਿਹਾ ਕਿ ਵੀ ਅਜੇ ਇੱਕ ਹੋਈ ਆ, ਜਾਂ ਤਾਂ ਰੈਗੂਲਰ ਫੀਚਰ ਹੋਵੇ ਵੀ ਯਾਰ ਜਿਹੜੇ ਪੇਰੈਂਟਸ ਨੇ ਉਹ ਟੀਚਰ ਨੂੰ ਮਿਲਣ, ਟੀਚਰ ਪੇਰੈਂਟਸ ਨੂੰ ਮਿਲਣ, ਜਵਾਕ ਦੇ ਐਤਕੀ ਕਿੰਨੇ ਨੰਬਰ ਹੈਗਾ, ਅਗਲੀ ਵਾਰ ਕਿੰਨੇ ਨੰਬਰ ਹੈ, ਹੁਣ ਕੀ ਫਰਕ ਪਿਆ, ਕਿਹੜੀ ਡਿਮਾਂਡ ਰੱਖੀ ਸੀ ਉਹ ਗਰਾਊਂਡ ਵਾਲੀ, ਗਰਾਊਂਡ ਮਿਲੀ ਕਿ ਨਹੀਂ ਮਿਲੀ, ਕੋਠੇ ਦੇ ਬਾਲੇ ਪਏ ਕਿ ਨਹੀਂ ਪਏ, ਉਹ ਚਾਰਦੀਵਾਰੀ ਹੋਈ ਕਿ ਨਹੀਂ ਹੋਈ, ਨਵੇਂ ਡੈਸਕ ਆਏ ਕਿ ਨਹੀਂ ਆਏ, ਵਰਦੀਆਂ ਮਿਲੀਆਂ ਕਿ ਨਹੀਂ ਮਿਲੀਆਂ। ਜੇ ਤੇ ਉਹ PTM ਕਰਦਿਆਂ ਆਉਂਦੇ 2-4-6 ਮਹੀਨਿਆਂ ਦੇ ਵਿੱਚ ਇਹ ਸਾਰੀ ਇੰਪਰੂਵਮੈਂਟ ਹੋ ਜਾਂਦੀ ਫਿਰ ਤਾਂ ਠੀਕ ਹੈ। ਨਹੀਂ ਤਾਂ ਇਸ PTM ਦਾ ਜੇ ਉਸ ਤੋਂ ਬਾਅਦ ਦੁਬਾਰਾ PTM ਨਹੀਂ ਹੁੰਦੀ ਤੇ 2 ਮਹੀਨੇ ਬਾਅਦ ਕਿਸੇ ਨੂੰ ਚੇਤਨ ਰਹਿਣਾ। ਉਹ ਵੜਿੰਗ ਸਾਹਿਬ ਕਹਿੰਦੇ ਜੀ ਈਵੈਂਟ ਮੈਨੇਜਮੈਂਟ ਕਰਦੇ ਆ, ਸਾਡੀ ਵਾਰੀ ਕਹਿੰਦੇ PTM ਕਿਹੜਾ ਨਹੀਂ ਸੀ ਹੁੰਦੀ। ਇਹ ਤਾਂ ਹਰ ਗੱਲ ਤੋਂ ਲਾਹੇ ਲੈਂਦੇ ਆ, ਪ੍ਰਚਾਰ ਕਰੀ ਜਾਂਦੇ ਆ। ਇਹ ਕੀ ਮਤਲਬ ਹੋਇਆ? ਉਹ ਕਹਿੰਦੇ ਜੀ ਮੰਤਰੀ ਜਾ ਕੇ PTM ਦੇ ਵਿੱਚ ਬੈਠਣ, ਇਹ ਸਿਰਫ ਪ੍ਰਚਾਰ ਕਰਦੇ ਆ। ਇਹ ਸਰਕਾਰ ਨਹੀਂ ਚੱਲ ਰਹੀ, ਈਵੈਂਟ ਮੈਨੇਜਮੈਂਟ ਕੰਪਨੀ ਚੱਲ ਰਹੀ ਹੈ। ਠੀਕ ਹੈ। ਉਧਰ ਕੋਵਿਡ ਦੀ ਗੱਲ ਪੂਰਾ ਕਰ ਲਈ, ਟਾਈਮ ਮੁੱਕ ਜਾਣਾ ਸੰਧਾਲੀਆ ਸਾਹਿਬ। ਬੰਦੇ ਦਾ ਨਹੀਂ, ਬੰਦੇ ਦਾ ਨਹੀਂ, ਪ੍ਰੋਗਰਾਮ ਦਾ ਮੁੱਕ ਜਾਣਾ ਟਾਈਮ। ਹਾਂ, ਕਿਉਂਕਿ ਤੁਸੀਂ ਕਹਿਣਾ ਫਿਰ ਬਸ ਮੈਂ ਇੰਨਾ ਹੀ ਕੰਮ ਪ੍ਰੋਗਰਾਮ ਇੰਨਾ ਹੀ ਲਾਉਣਾ ਹੀ ਮੈਂ, ਹੈ ਨਾ, ਆਖਰੀ ਗੀਤ ਕਿਉਂਕਿ ਸਮੇਂ ਦੀ ਸਮਾਪਤੀ ਹੈ। ਫਿਰ ਕਹਿਣਾ ਹੁਣ ਹੋਇਆ ਕਿ ਇੱਕ ਤਾਂ ਭਾਰਤ ਸਰਕਾਰ ਦੇ ਸਿਹਤ ਵਿਭਾਗ ਨੇ ਨਾ ਸਾਰੇ ਸੂਬਿਆਂ ਨੂੰ ਚਿੱਠੀ ਲਿਖਤੀ, ਇੱਕ ਚਿੱਠੀ ਭੇਜੀ ਦਸਤੀ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਭਾਈ ਆਪਣੀਆਂ ਆਕਸੀਜਨ ਬਣਾਉਣ ਵਾਲੀਆਂ ਮਸ਼ੀਨਾਂ ਸਾਫ਼ ਕਰ ਲਓ, ਠੀਕ ਕਰ ਲਓ। ਵੈਂਟੀਲੇਟਰ ਇੱਕ ਵਾਰੀ ਐਕਟਿਵ ਕਰਕੇ ਦੇਖ ਲਓ ਕਿ ਚੱਲਦੇ ਆ। ਨਾ ਆਕਸੀਜਨ ਮੁੱਕਣੀ ਚਾਹੀਦੀ ਆ, ਨਾ ਵੈਂਟੀਲੇਟਰ ਦੀ ਕੋਈ ਘਾਟ ਹੋਣੀ ਚਾਹੀਦੀ ਆ ਕਿ ਜੇ ਭਲਕ ਨੂੰ ਕੋਈ ਸਮੱਸਿਆ ਕੋਵਿਡ ਦੇ ਨਵੇਂ ਵੇਰੀਐਂਟ ਤੇ ਕਰਕੇ ਪੈਦਾ ਹੁੰਦੀ ਹੈ, ਆਪਣੇ ਪ੍ਰਬੰਧ, ਆਪਣੀਆਂ ਤਿਆਰੀਆਂ ਉੱਥੇ ਫੁੱਲ ਮੁਕੰਮਲ ਹੋਣੀਆਂ ਚਾਹੀਦੀਆਂ। ਚਲੋ ਸੂਬਿਆਂ ਨੂੰ ਚਿੱਠੀ ਮਿਲ ਗਈ, ਚੰਗੀ ਗੱਲ ਹੈ ਕਿ ਭਾਈ ਮਰੀਜ਼ ਆਉਣ ਤੋਂ ਬਾਅਦ ਪਤਾ ਲੱਗੇ ਸਾਨੂੰ ਤਾਰ ਢਿੱਲੀ ਹੈ, ਚੂਹੇ ਕੁਤਰ ਗਏ ਆ, ਇੱਦਾਂ ਨਾ ਹੋਵੇ। ਦੂਸਰੀ ਗੱਲ, ਹੁਣ 6 ਮੁਲਕ ਨੇ, ਕਿਉਂਕਿ ਇੱਦਾਂ ਲੱਗਦਾ ਨਹੀਂ ਸੀ ਕਿ ਇੰਨੀ ਛੇਤੀ ਹੋ ਜਾਊ। ਤੁਸੀਂ ਦੇਖੋ ਕਿ ਪਹਿਲੇ ਦਿਨ ਮੀਟਿੰਗਾਂ ਹੋਈਆਂ, ਦੂਸਰੇ ਦਿਨ ਫਿਰ ਪਾਰਲੀਮੈਂਟ ਦੇ ਵਿੱਚ ਆਪਣੇ ਸਿਹਤ ਮੰਤਰੀ ਮਨਸੁਖ ਮਾਂਡਵੀਆ ਸਾਹਿਬ ਬੋਲੇ, ਤੀਸਰੇ ਦਿਨ ਪ੍ਰਧਾਨ ਮੰਤਰੀ ਸਾਹਿਬ ਬੋਲੇ, ਚੌਥੇ ਦਿਨ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਮੀਟਿੰਗਾਂ ਕਰਕੇ ਸਾਰਿਆਂ ਨੇ ਕਿਹਾ ਕਿ ਮਾਸਕ ਲਾਓ ਭਾਈ, ਸਲਾਹ ਆ, ਕੰਪਲਸਰੀ ਨਹੀਂ, ਸੋਸ਼ਲ ਡਿਸਟੈਂਸ 5-5, 6-6 ਫੁੱਟ ਦਾ ਬਣਾ ਕੇ ਰੱਖੋ। ਫਿਰ ਇਹ ਕਿਹਾ ਗਿਆ ਕਿ ਜਿੰਨੇ ਯਾਤਰੀ ਵਿਦੇਸ਼ਾਂ ਤੋਂ ਆਉਂਦੇ ਆ ਉਹਨਾਂ ਦੇ ਵਿੱਚੋਂ 2% ਲੋਕਾਂ ਦਾ ਵਿੱਚੋਂ ਚੋਣਵਿਆਂ ਦਾ ਟੈਸਟ ਕੀਤਾ ਜਾਊਗਾ। ਪਰ ਹੁਣ
6 ਮੁਲਕਾਂ ਦਾ ਕਲੀਅਰ ਕਰ ਦਿੱਤਾ, ਚੀਨ ਦਾ, ਜਾਪਾਨ ਦਾ, ਥਾਈਲੈਂਡ ਦਾ ਵੀ ਕਰ ਦਿੱਤਾ ਕਿ ਤੁਸੀਂ ਜਿੰਨੇ ਵੀ ਯਾਤਰੀ ਉੱਥੋਂ ਆਉਂਦੇ ਆ ਉਹ PCR ਟੈਸਟ ਹੁੰਦਾ। RT-PCR ਕੀ ਹੁੰਦਾ? ਹਾਂ, RT-PCR ਟੈਸਟ ਜਿਹੜਾ ਉਹ ਲਾਜ਼ਮੀ ਹੈ ਕਿ ਜਿਹੜੇ ਇਹਨਾਂ ਮੁਲਕਾਂ ਤੋਂ ਲੋਕ ਆਉਣਗੇ ਉਹਨਾਂ ਨੂੰ ਤਾਂ ਉਸ ਟੈਸਟ ਦੀ ਪ੍ਰਕਿਰਿਆ ਦੇ ਵਿੱਚੋਂ ਦੀ ਲੰਘਣਾ ਹੀ ਪਊਗਾ, ਤੇ ਜੇ ਕੋਈ ਲੱਛਣ ਕਿਸੇ ਦਾ ਸਾਹਮਣੇ ਆ ਗਿਆ ਉਹਨੂੰ ਕੁਆਰੰਟੀਨ ਵੀ ਕਰਨਾ ਪਊਗਾ, ਉਹਨੂੰ ਇਕਾਂਤਵਾਸ ਦੇ ਵਿੱਚ ਵੀ ਰਹਿਣਾ ਪਊਗਾ। ਸਰਕਾਰ ਉਹਦੇ ਪਿੱਛੇ ਜਾ ਕੇ ਦੇਖੂਗੀ ਵੀ, ਜਿੱਦਾਂ ਪਹਿਲਾਂ ਦੇਖਦੀ ਸੀ ਕਿ ਭਾਈ ਬੰਦਾ ਕਿਤੇ ਬਾਹਰ ਤਾਂ ਨਹੀਂ ਤੁਰਿਆ ਫਿਰਦਾ। ਹੁਣ ਸੰਧਾਲੀਆ ਸਾਹਿਬ ਜਿਸ ਤਰੀਕੇ ਸਟੈਪ ਬਾਈ ਸਟੈਪ ਹੈ ਤਾਂ ਸਖਤੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਕੋਈ ਮੰਨੇ ਨਾ ਮੰਨੇ। ਇਹ ਵੀ ਕਹੀ ਜਾਂਦੇ ਸਾਰੇ ਕਿ ਉਹਨਾਂ ਭਿਆਨਕ ਨਹੀਂ, ਬਹੁਤ ਚੰਗੀ ਗੱਲ ਹੈ ਜੇ ਭਿਆਨਕ ਨਹੀਂ, ਪਰ ਫਿਰ ਮੈਨੂੰ ਸ਼ੱਕ ਹੈ ਚਾਈਨਾ ਦੇ ਵਿੱਚੋਂ ਕੁਝ ਹੋਰ ਵੀਡੀਓ ਸਾਹਮਣੇ ਆ ਰਹੀਆਂ। ਇੱਕ ਤਸਵੀਰ ਤਾਂ ਇਦਾਂ ਦੀ ਸੀ, ਇਹਦੇ ਵਿੱਚ ਕਿਹਾ ਜੀ ਆਹ ਦੇਖੋ ਜੀ ਗਲੀਆਂ ਦੇ ਵਿੱਚ ਰੱਸੀ ਬੰਨੀ ਆ ਬੜੀ ਮਜ਼ਬੂਤ, ਕਿ ਉਹਦੇ ਨਾਲ ਲੋਕਾਂ ਨੂੰ ਲੰਮੇ ਪਾ ਕੇ ਗਲੂਕੋਜ਼ ਦੀਆਂ ਬੋਤਲਾਂ ਟੰਗੀਆਂ। ਹੁਣ ਉਹ ਸੱਚ ਹੈ ਨਹੀਂ ਸੱਚ ਇਹ ਤਾਂ ਪਤਾ ਨਹੀਂ। ਕਿ ਇੱਕ ਵੀਡੀਓ ਆਈ ਸੀ ਕਿ ਸੰਤਰੇ ਨੇ, ਲੋਕਾਂ ਨੂੰ ਕਿਹਾ ਗਿਆ ਸੰਤਰੇ ਖਾਓ ਇਮਿਊਨਿਟੀ ਵਧਾਓ, ਕਿ ਚੀਨ ਦੇ ਲੋਕ ਜਿਹੜੇ ਆ ਸੰਤਰਿਆਂ ਨੂੰ ਟੋਕਰੀ ਦੇ ਵਿੱਚ ਚੱਕਣ ਲਈ ਮਾਰਾਮਾਰੀ ਕਰ ਰਹੇ। ਠੀਕ ਹੈ ਕਿ ਨਹੀਂ ਠੀਕ ਪਤਾ ਨਹੀਂ, ਪਰ ਜਦੋਂ ਇਹ ਸਾਰੇ ਦ੍ਰਿਸ਼ ਦੇਖਦੇ ਆ ਥੋੜਾ ਜਿਹਾ ਡਰ ਤਾਂ ਲੱਗਦਾ। ਨਹੀਂ, ਪੂਰਾ ਡਰਨਾ ਚਾਹੀਦਾ, ਕਿਉਂਕਿ ਕਾਰਨ ਹੈ ਵੀ ਜੇ ਅਗਲਿਆਂ ਕੋਲ ਇੰਨਾ ਪ੍ਰਬੰਧ ਹੈ। ਤੁਸੀਂ ਚਾਈਨਾ ਦੀ ਗੱਲ ਕਰ ਲਈਏ, ਜੇ ਵਪਾਰਕ ਪੱਖੋਂ ਦੇਖੀਏ ਤੇ ਮੇਰਾ ਖਿਆਲ ਦੁਨੀਆ ਦਾ ਕੋਈ ਐਸਾ ਦੇਸ਼ ਨਹੀਂ ਹੋਣਾ ਜਿਹਦੇ ਵਿੱਚ ਸੌਦਾ ਬਣ ਕੇ ਉੱਥੋਂ ਜਾਂਦਾ ਨਹੀਂ। ਹੁਣ ਜੇ ਉੱਥੋਂ ਬਣ ਕੇ ਜਾਂਦਾ ਸੌਦਾ ਜਿਹੜਾ ਹੈ ਉਹ ਸਾਰੇ ਮੁਲਕਾਂ ਦੀ ਅਰਥ ਵਿਵਸਥਾ ਜਾਂ ਮੰਡੀ ਨੂੰ ਚਲਾਉਂਦਾ। ਜੇ ਉਸ ਮੁਲਕ ਦੇ ਵਿੱਚ ਮੰਨ ਲਓ ਕੁਛ ਵੀ ABCD ਹੁੰਦਾ ਜਾਂ ਲੋਕਡਾਊਨ ਲੱਗਦਾ, ਇਹਦਾ ਮਤਲਬ ਜਿਨ੍ਹਾਂ ਤੱਕ ਕਰੋਨਾ ਨਾ ਵੀ ਪਹੁੰਚੇ, ਕਰੋਨੇ ਦਾ ਸੇਕ ਜ਼ਰੂਰ ਪਹੁੰਚੂਗਾ, ਹੈ ਨਾ। ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕਈ ਚੀਜ਼ਾਂ ਤਾਂ ਉਹ ਤਾਂ ਜੀ ਫਲਾਨਾ ਪੁਰਜਾ ਤਾਂ ਜੀ ਮਿਲਦਾ ਨਹੀਂ ਜੀ, ਉਸ ਚੀਜ਼ ਦੀ ਤਾਂ ਘਾਟ ਬੜੀ ਹੈ ਜੀ। ਉਹ ਹੁਣ ਜੀ ਇਹਦਾ ਰੇਟ ਹੁਣ ਡਬਲ ਹੋ ਗਿਆ, ਕਿਉਂ ਉਹ ਪਿੱਛੋਂ ਸਪਲਾਈ ਹੈ ਨਹੀਂ ਗੀ ਜੀ। ਉਹ ਪਿੱਛੇ ਵੀ ਆਪਾਂ ਕੋਵਿਡ ਦੇ ਦੌਰਾਨ ਦੇਖਿਆ ਸੀਗਾ। ਹੁਣ ਦੁਬਾਰਾ ਜੇ ਇਹੋ ਜਿਹੀ ਚਰਚਾ ਚੱਲਣ ਲੱਗ ਪਈ ਤੇ ਆਪਾਂ ਮਤ ਸਮਝੀਏ ਵੀ ਸਾਡੇ ਤੱਕ ਸੇਕ ਨਹੀਂ ਪਹੁੰਚਣਾ। ਚਲੋ ਜੇ ਆਪਾਂ ਇਹ ਦੁਆ ਕਰਦੇ ਹਾਂ ਵੀ ਉਹ ਕਰੋਨੇ ਵਾਲਾ ਨਾ ਪਹੁੰਚੇ, ਜੇ ਇਹੋ ਜਿਹਾ ਪਹੁੰਚਦਾ ਤੇ ਉਹਦੇ ਲਈ ਬੰਦੇ ਨੂੰ ਰੈਡੀ ਰਹਿਣਾ ਚਾਹੀਦਾ। ਨਹੀਂ 100% ਦੀ ਸੰਧਾਲੀਆ ਸਭ ਤਿਆਰੀ ਤੋਂ ਬਿਨਾਂ ਤਾਂ ਕੁਝ ਵੀ ਨਹੀਂ। ਬਾਕੀ ਅਸੀਂ ਤਾਂ ਸਾਰੇ ਲੋਕਾਂ ਨੂੰ ਇਹ ਜ਼ਰੂਰ ਬੇਨਤੀ ਕਰਦੇ ਹਾਂ, ਦੁਕਾਨਦਾਰਾਂ ਨੂੰ, ਵਪਾਰੀਆਂ ਨੂੰ, ਕਿ ਭਾਈ ਪਿਛਲੀ ਵਾਰੀ ਕਈ ਬੰਦੇ ਜਿਹੜੇ ਆ ਉਹਨਾਂ ਨੇ ਚੀਜ਼ਾਂ ਜਮ੍ਹਾਂ ਕਰਕੇ ਰੱਖਣੀਆਂ ਸ਼ੁਰੂ ਕਰ ਲਈਆਂ ਸੀ ਕਿ ਭਾਈ ਮੁੜ ਕੇ ਵੱਧ ਭਾਅ ਦੇ ਉੱਤੇ ਵੇਚਾਂਗੇ। ਐ ਨਾ ਕਰੋ। ਉਹ ਯਾਰ ਲੋਕ ਜੀਂਦੇ ਰਹਿਣਗੇ ਤਾਂ ਤੁਹਾਡੀਆਂ ਮੁੜ ਕੇ ਦੁਕਾਨਾਂ ਚੱਲਣਗੀਆਂ, ਤੁਹਾਡੇ ਮੁੜ ਕੇ ਵਪਾਰ ਚੱਲਣਗੇ। ਜੇ ਲੋਕ ਹੀ ਨਾ ਜਿਉਂਦੇ ਰਹੇ ਤੁਸੀਂ ਸਮਾਨ ਕਿਹਨੂੰ ਵੇਚਣਾ? ਇਸ ਕਰਕੇ ਕੋਈ ਵੀ ਬੰਦਾ ਆਪਣੇ ਤੌਰ ਦੇ ਉੱਤੇ ਨਾ ਕੋਈ ਅੰਦਾਜ਼ਾ ਲਾਵੇ, ਅੰਦਾਜ਼ਾ ਨਹੀਂ ਲਾਉਣਾ। ਸਿੱਧੇ ਤੌਰ ਦੇ ਉੱਤੇ ਜੋ ਸਾਇੰਟੀਫਿਕ ਤਰੀਕੇ ਦੇ ਨਾਲ ਜਿਹੜੀ ਰਿਸਰਚ ਹੋ ਕੇ ਸਾਹਮਣੇ ਆਊਗੀ, ਕੋਈ ਹੋਰ ਚੀਜ਼ ਸਾਹਮਣੇ ਆਊਗੀ, ਉਹਦੇ ਆਧਾਰ ਦੇ ਉੱਤੇ ਆਪਾਂ ਆਪਣੇ ਕੋਈ ਡਿਸੀਜਨ ਬਣਾਉਣੇ ਆ। ਪਹਿਲਾਂ ਆਪਾਂ ਬਹੁਤ ਸਾਰੇ ਲਾਈ ਲੱਗ ਬਣੇ ਰਿਹਾ ਤੇ ਉਹਦਾ ਨੁਕਸਾਨ ਹੋਇਆ ਸੀ। ਨਹੀਂ ਹੋਇਆ। ਇੱਕ ਉਹ ਜਿਹੜੀ ਮੇਰਾ ਖਿਆਲ ਨੇਜ਼ਲ ਡ੍ਰੌਪ ਵਾਲੀ ਦਵਾਈ ਜੀ ਆ, ਉਹਦਾ ਬੜਾ ਚਰਚਾ ਕਹਿੰਦੇ ਚੱਲ ਪਿਆ। ਅੱਛਾ ਫਿਰ ਹੁਣ ਵੀ ਟੀਕਾ ਲਵਾਉਣ ਦੀ ਲੋੜ ਨਹੀਂ, ਹੁਣ ਵੀ ਨੱਕ 'ਚ ਪਾ ਲੈਣੀ ਹੈ ਜੀ। ਤਾਂ ਸਰਕਾਰ ਕਹਿੰਦੀ ਹੈ ਵੀ ਉਹ ਜਿਹੜੀ ਬਾਅਦ 'ਚ ਇੱਕ ਬੂਸਟਰ ਡੋਜ਼ ਦੇ ਤੌਰ ਤੇ ਲੱਗ ਸਕਦੀ ਹੈ। ਤੀਸਰਾ 2 ਟੀਕਿਆਂ ਤੋਂ ਬਾਅਦ ਤੀਸਰਾ ਵੀ ਜੇ ਤੁਸੀਂ 2 ਟੀਕੇ ਲੱਗੇ ਆ, ਵੈਕਸੀਨੇਸ਼ਨ ਹੋਈ ਆ, ਫਿਰ ਵੀ ਤੁਹਾਨੂੰ ਲੱਗਦੀ ਕੋਈ ਪ੍ਰੋਬਲਮ ਤੇ ਫਿਰ ਤੇ ਨੱਕ 'ਚ ਪਾ ਕੇ ਸਰ ਜੂ। ਇਹ ਨਹੀਂ ਵੀ ਟੀਕਾ ਆਪਾਂ ਲਵਾਇਆ ਨਹੀਂ ਤੇ ਕੋਈ ਨਹੀਂ ਯਾਰ ਸੂਈ ਤੋਂ ਡਰ ਲੱਗਦਾ, ਨੱਕ 'ਚ 2 ਬੂੰਦਾਂ ਵੱਧ ਪਾ ਲਾਂਗੇ, ਉਹਦੇ ਨਾਲ ਗੱਲ ਨਹੀਂ ਬਣਦੀ। ਅਜੇ ਉਹ ਸ਼ੁਰੂ ਵੀ ਨਹੀਂ ਹੋਇਆ, ਅਜੇ ਉਹ ਸ਼ੁਰੂ ਹੋਣਾ ਹੈ। ਪਹਿਲਾਂ ਪ੍ਰਾਈਵੇਟ ਹਸਪਤਾਲਾਂ 'ਚ ਸ਼ੁਰੂ ਹੋਗਾ ਤੇ ਉਹਦੇ ਵਿੱਚ ਵੀ ਹੈ। ਇਹ ਨਹੀਂ ਕਿ ਉਹਨਾਂ ਨੇ ਇੱਕ ਨੱਕ ਦੇ ਇੱਕ ਪਾਸੇ ਥੋੜੇ ਬੂੰਦ ਪਾਈ ਤਾਂ ਭੱਜ ਜਾਣਾ, ਦੋਨੇ ਪਾਸੇ ਪਾਉਣੀਆਂ। ਨਹੀਂ ਮੈਂ ਕਲੀਅਰ ਕਰਤੀ। ਮਤਲਬ ਇਹ ਚੀਜ਼ਾਂ ਹੋਣਗੀਆਂ। ਬਾਕੀ ਚਲੀਏ ਜੀ, ਆਪਾਂ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਭੇਜਦੇ ਰਿਹਾ ਕਰੋ ਤੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।